ਇਕ ਮਨ ਪੁਰਖ ਧਿਆਏ ਵਰ ਦਾਤਾ, ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਦੋਹਰਾ ਕਿਉ ਜੰਜਾਰ ਉਰਜਿਓ ਮਨਾ, ਕਾਜ ਨਾ ਤੇਰੇ ਕੋਏ। ਸਤਿਗੁਰ ਚਰਨ ਸਰੋਜ ਕੋ, ਸੇਵ ਸਦਾ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉ ਜੰਜਾਰ ਉਰਜਿਓ ਮਨਾ, ਕਾਜ ਨਾ ਤੇਰੇ ਕੋਏ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 46ਵਾਂ ਚੈਪਟਰ 46। ਕਵੀ ਸੰਤੋਖ ਸਿੰਘ ਜੀ ਮੰਗਲ ਦੇ ਵਿੱਚ ਆਪਣੇ ਮਨ ਨੂੰ ਜੋ ਹੈ ਇੱਕ ਉਪਦੇਸ਼ ਦਿੰਦੇ ਹਨ ਤੇ ਮਨ ਨੂੰ ਗੁਰੂ ਪ੍ਰਤੀ ਗੁਰੂ ਦੇ ਚਰਨਾਂ ਵੱਲ ਜਾਣ ਦੀ ਪ੍ਰੇਰਨਾ ਕਰਦੇ ਹਨ। ਕਵੀ ਸੰਤੋਖ ਸਿੰਘ ਜੀ ਇੱਥੇ ਬੜਾ ਹੀ ਸੋਹਣਾ ਆਪ ਜੀ ਲਿਖਦੇ ਹਨ। ਕਿਉ ਜੰਜਾਰ ਉਰਜਿਓ ਮਨਾ, ਹੇ ਮਨਾ ਤੂੰ ਜੰਜਾਲਾਂ ਵਿੱਚ, ਸੰਸਾਰ ਜੰਜਾਲਾਂ ਦੇ ਵਿੱਚ, ਸੰਸਾਰ ਦੇ ਕਾਰਜਾਂ ਦੇ ਜੰਜਾਲਾਂ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਜੰਜਾਲਾਂ ਦੇ ਵਿੱਚ, ਜੋ ਕੁਮਤ ਦੁਰਮਤ ਉਹਨਾਂ ਜੰਜਾਲਾਂ ਦੇ ਵਿੱਚ, ਜੋ ਕਿ ਸਰੀਰ ਦੇ ਪਾਲਣ ਦੇ ਜੋ ਸਾਧਨ ਦੇ ਰੂਪੀ ਜੰਜਾਲਾਂ ਦੇ ਵਿੱਚ, ਪਰਿਵਾਰਕ ਜੰਜਾਲਾਂ ਦੇ ਵਿੱਚ ਤੂੰ ਕਿਉਂ ਉਲਝਿਆ ਹੋਇਆ ਹਾਂ। ਕਾਜ ਨਾ ਤੇਰੇ ਕੋਏ। ਕਿਉਂਕਿ ਇਹ ਸਾਰੇ ਜਿੰਨੇ ਵੀ ਕਾਰਜ ਤੂੰ ਜ਼ਰੂਰੀ ਸਮਝ ਕੇ ਆਪਣੇ ਜੀਵਨ ਦੇ ਕਰਦਾ ਹਾਂ, ਜਿੰਨੇ ਵੀ ਕਾਰਜ ਤੂੰ ਆਪਣੇ ਬਣਾਏ ਹੋਏ ਹਨ ਇਹ ਸੰਸਾਰ ਮਾਇਆ ਨੂੰ ਕਮਾਉਣ ਦੇ, ਮਾਇਆ ਦੇ ਵਿਵਹਾਰ ਜੋ ਵਿਹਾਰ ਆਪ ਜੀ ਨੇ ਆਪਣੇ ਬਣਾਏ ਹਨ, ਇਹਨਾਂ ਨੂੰ ਆਪਣੇ ਜਾਣ ਕੇ ਇਸ ਜਿਹੜੇ ਮਾਇਆ ਦੇ ਵਿਵਹਾਰ ਹਨ ਇਹਨਾਂ ਨੇ ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ। ਜਿਸ ਵੇਲੇ ਤੇ ਤੋਂ ਲੇਖਾ ਮੰਗਿਆ ਜਾਣਾ ਹੈ ਕਿ ਤੂੰ ਸੰਸਾਰ ਵਿੱਚ ਕੀ ਕਰਕੇ ਆਇਆ ਹਾਂ, ਇਸ ਕਾਰਜਾਂ ਨੇ ਤੇਰਾ ਕੁਝ ਵੀ ਸਵਾਰਨਾ ਨਹੀਂ, ਕਿਉਂਕਿ ਇਹਨਾਂ ਨੇ ਉੱਥੇ ਹੀ ਖਤਮ ਹੋ ਜਾਣਾ ਜਿੱਦਣ ਤੇਰੇ ਸਵਾਸ ਇਸ ਸਰੀਰ ਵਿੱਚੋਂ ਮੁੱਕ ਜਾਣੇ ਹਨ। ਸਤਿਗੁਰ ਚਰਨ ਸਰੋਜ ਕੋ। ਇਸ ਕਰਕੇ ਸਤਿਗੁਰਾਂ ਦੇ ਚਰਨਾਂ ਰੂਪੀ ਜੋ ਸਰੋਜ ਜੋ ਸੂਰਜਵਤ ਹਨ, ਜਾਂ ਸਰੋਜ ਕਵਲ ਫੁੱਲ ਦੇ ਤਰ੍ਹਾਂ, ਜੋ ਕਵਲ ਫੁੱਲ ਦਾ ਪ੍ਰੇਮ ਸੂਰਜ ਦੇ ਨਾਲ ਹੈ। ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਉਹ ਕਵਲ ਫੁੱਲ ਦੀ ਤਰ੍ਹਾਂ ਹਨ, ਜਿਹੜੇ ਕਿ ਕੋਮਲ ਹਨ, ਜਿਨ੍ਹਾਂ ਦੇ ਉੱਤੇ ਮਾਇਆ ਦਾ ਲੇਪ ਨਹੀਂ ਹੁੰਦਾ। ਇਸ ਕਰਕੇ ਉਸ ਚਰਨ ਕਵਲਾਂ ਨੂੰ ਸੇਵ ਸਦਾ ਸੁਖ ਹੋਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਸੇਵਨਾ ਕਰ, ਯਾਦ ਕਰ, ਧਿਆਨ ਉਸ ਚਰਨਾਂ ਵੱਲ ਜੋੜੀ ਰੱਖ। ਇਹੀ ਜਿਹੜਾ ਹੈ ਤੇਰੇ ਵਾਸਤੇ ਜਿਹੜਾ ਹੈ ਕੰਮ ਆਉਣ ਵਾਲਾ ਇਹ ਕਰਮ ਹੈ, ਇਹੀ ਤੂੰ ਕਰ ਸਕਦਾ ਹਾਂ। ਜੇ ਕਿਤੇ ਤੇਰੇ ਜਿਹੜੇ ਹਨ ਹਿਰਦੇ ਦਾ ਧਿਆਨ, ਤੇਰੇ ਮਨ ਜਿਹੜਾ ਹੈ ਇਕਾਗਰ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜਾ ਹੈ ਫੋਕਸ ਹੋ ਜਾਵੇ, ਉੱਥੇ ਟਿਕ ਜਾਵੇ, ਤਾਂ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਸੇਵ ਸਦਾ ਸੁਖ ਹੋਏ, ਸਦਾ ਵਾਸਤੇ ਤੈਨੂੰ ਸੁਖ ਹੋਵੇਗਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸੁਨ ਸ੍ਰੀ ਤੇਹਨ ਕੁਲ ਉਜਿਆਰਾ। ਭਾਈ ਬਾਲਾ ਜੀ ਦੀ ਜੋ ਇਹ ਅੱਜ ਸਾਖੀ ਆ ਰਹੀ ਹੈ, ਜੋ ਭਾਈ ਬਾਲਾ ਜੀ ਦੱਸ ਰਹੇ ਹਨ, ਇਹ ਅਖੀਰਲਾ ਜਿਹੜਾ ਹੈ ਪ੍ਰਸੰਗ ਭਾਈ ਬਾਲਾ ਜੀ ਸੁਣਾ ਰਹੇ ਹਨ ਗੁਰੂ ਅੰਗਦ ਦੇਵ ਜੀ ਨੂੰ। ਇਹੀ ਜਿਹੜਾ ਪ੍ਰਸੰਗ ਤੇ ਭਾਈ ਬਾਲਾ ਜੀ ਨੇ ਆਪਣਾ ਜਿਹੜਾ ਹਨ ਸਾਰੀ ਹੀ ਜਿਹੜਾ ਜੀਵਨ ਗੁਰੂ ਨਾਨਕ ਸਾਹਿਬ ਜੀ ਦਾ ਦੱਸਣਾ ਕੀਤਾ। ਅੱਜ ਦੇ ਅਧਿਆਏ ਤੇ ਇਹ ਜਿਹੜਾ ਹੈ ਅੰਤਲਾ ਜਿਹੜਾ ਹੈ ਇਹ ਕਨਕਲੂਸ਼ਨ ਵਾਲਾ ਇਹ ਅਧਿਆਏ ਹੈ। ਇਸ ਤੋਂ ਬਾਅਦ ਭਾਈ ਬਾਲਾ ਜੀ ਨੇ ਜਿਹੜਾ ਹਨ ਉਸ ਜੋਤੀ ਸਰੂਪ ਗੁਰੂ ਨਾਨਕ ਵਿੱਚ ਸਮਾ ਜਾਣਾ ਹੈ। ਇਸ ਪ੍ਰਕਾਰ ਕਰਕੇ ਭਾਈ ਬਾਲਾ ਜੀ ਅੱਜ ਅਖੀਰਲਾ ਪ੍ਰਸੰਗ ਸੁਣਾਉਣ ਲੱਗਿਆਂ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਵਿੱਚ ਕਹਿੰਦੇ ਹਨ, ਸ੍ਰੀ ਤ੍ਰੇਹਣ ਕੁਲ ਉਜਿਆਰਾ। ਤੁਸੀਂ ਤ੍ਰੇਹਣ ਕੁਲ ਦੇ ਉਜਿਆਰੇ ਹੋ, ਸੂਰਜ ਹੋ ਤੁਸੀਂ। ਪ੍ਰਭੂ ਬਿਰਾਜ ਹੈ ਪੁਰ ਕਰਤਾਰਾ। ਪ੍ਰਭੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਵਿੱਚ ਜਿਹੜੇ ਹਨ ਟਿਕ ਗਏ ਸਨ। ਪਾਤਸ਼ਾਹ ਜੀ ਉਸ ਤੋਂ ਬਾਅਦ ਕਿਤੇ ਗਏ ਨਹੀਂ ਸਨ, ਜਿੰਨਾ ਕੁ ਭਾਈ ਬਾਲੇ ਨੂੰ ਗਿਆਨ ਸੀਗਾ। ਜਦੋਂ ਤੱਕ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਰਹੇ, ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਵਿੱਚ ਹੀ ਰਹੇ। ਇੱਕ ਦਿਨ ਬਹਿਰ ਬਿਰਛ ਕੀ ਛਾਇਆ। ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਹਰ ਇੱਕ ਬਿਰਛ, ਇੱਕ ਟਰੀ ਜੋ ਹੈ ਇੱਕ ਦਰਖਤ ਦੇ ਥੱਲੇ ਛਾਂ ਵਿੱਚ ਬੈਠੇ ਸਨ। ਬੈਠ ਰਹੇ ਗੁਰ ਸਹਿਜ ਸੁਭਾਇਆ। ਸਹਿਜ ਸੁਭਾਅ ਦੇ ਵਿੱਚ ਸਤਿਗੁਰੂ ਜੀ ਬੈਠੇ ਸਨ
ਤੇ ਮਹਾਰਾਜ ਆਪਣੇ ਕੁਦਰਤੀ ਸੁਭਾਅ ਦੇ ਵਿੱਚ ਹੀ ਬੈਠੇ ਸਨ। ਬਾਰਿਕ ਅਜਾ ਚਰਾਵਤ ਆਵਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਨਿਗਾਹ ਜਿਹੜੀ ਸੀ, ਕਿਰਪਾ ਕਰਨ ਵਾਲੀ ਜੋ ਨਿਗਾਹ ਹੈ ਸਤਿਗੁਰਾਂ ਦੀ, ਉਹ ਕਿਰਪਾ ਦ੍ਰਿਸ਼ਟੀ ਅੱਜ ਇੱਕ ਬਾਲਕ, ਇੱਕ ਬੱਚੇ ਤੇ ਪਈ। ਤੇ ਇਹ ਬੱਚਾ ਜਿਹੜਾ ਹੈ ਛੋਟੀ ਉਮਰ ਦਾ, ਉਸ ਵੇਲੇ ਗਾਈਆਂ ਚਰਾ ਰਿਹਾ ਸੀ। ਜਗਨ ਲੱਗਿਓ ਜਿਹੇ ਭਾਗ ਸੁਹਾਵਾ। ਦੇਖੋ ਅੱਜ ਇਹ ਬੱਚੇ ਦੇ ਭਾਗ ਜਗਨ ਲੱਗੇ ਹਨ, ਅੱਜ ਇਹ ਬੱਚੇ ਦੇ ਭਾਗ ਜਾਗ ਜਾਣੇ ਹਨ। ਅੱਜ ਇਹ ਬੱਚੇ ਦਾ ਜਿਹੜਾ ਹੈ ਸਭ ਤੋਂ ਜ਼ਰੂਰੀ ਦਿਨ ਸੀਗਾ ਆਪਣੇ ਜੀਵਨ ਦਾ, ਜਿਸ ਵੇਲੇ ਇਹਨਾਂ ਨੂੰ ਬਖਸ਼ਿਸ਼ ਹੋਣੀ ਹੈ। ਤੇ ਬਿਲੋਕ ਬੋਲੇ ਗਤਦਾਈ। ਉਸ ਬਾਲਕ ਨੂੰ ਦੇਖ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਗਤ ਮੁਕਤੀ ਨੂੰ ਦੇਣ ਵਾਲੇ ਹਨ, ਕਹਿਣ ਲੱਗੇ, ਅਨਹੋ ਬਾਲੇ ਬਾਲ ਬੁਲਾਈ। ਕਹਿੰਦੇ ਮੰਨੂ ਕੋਲੇ ਸੱਦ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਬਾਲੇ ਅਨੋ ਬਾਲ ਬੁਲਾਈ। ਕਹਿਣ ਲੱਗੇ ਉਹ ਬਾਲਕ ਜਿਹੜਾ ਹਨ ਬੱਕਰੀਆਂ ਨੂੰ ਚਰਾ ਰਿਹਾ ਹੈ, ਤੂੰ ਉਹਨੂੰ ਸੱਦ ਕੇ ਲਿਆ, ਤੂੰ ਉਹਨੂੰ ਸੱਦ ਕੇ ਸਾਡੇ ਕੋਲ ਲੈ ਕੇ ਆ। ਮੈਂ ਗਮਨਿਓ ਜਹ ਅਜਾ ਚਰਾਵਤ। ਭਾਈ ਬਾਲਾ ਜੀ ਕਹਿੰਦੇ ਮੈਂ ਉੱਥੇ ਚਲਿਆ ਗਿਆ ਜਿੱਥੇ ਉਹ ਬਾਲਕ ਬੱਕਰੀਆਂ ਜਿਹੜਾ ਹਨ ਚਰਾ ਰਿਹਾ ਸੀ। ਕਹਿਓ ਬਾਲ ਤੁਝ ਤਪਾ ਬੁਲਾਵਤ। ਉਸ ਵੇਲੇ ਮੈਂ ਜਾ ਕੇ ਉਹ ਬੱਚੇ ਨੂੰ ਇਹ ਕਿਹਾ, ਭਾਈ ਬਾਲਾ ਜੀ ਕਹਿੰਦੇ ਕਿ ਤੈਨੂੰ ਤਪਾ ਜੀ ਬੁਲਾ ਰਹੇ ਨੇ, ਤੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਯਾਦ ਕੀਤਾ ਹੈ। ਕਿਛੁਕ ਕਹਿਤ ਸੁਣੀਏ ਢਿਗ ਆਈ। ਕਹਿੰਦੇ ਕਿਛੁਕ ਕਹਿਤ, ਕਹਿੰਦੇ ਕੁਝ ਆ ਕੇ ਤੂੰ ਬੇਨਤੀ ਕਰ ਲਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਕੇ ਬਚਨ ਸੁਣ ਲਾ ਨੇੜੇ ਹੋ ਕੇ। ਬਹਰੋ ਅਜਾ ਚਰਾਵ ਹੋ ਜਾਈ। ਫੇਰ ਵਾਪਸ ਆਪਣੇ ਕੰਮ ਲੱਗ ਜੀ, ਜਿਵੇਂ ਤੂੰ ਹੁਣ ਜਿਹੜੀਆਂ ਹਨ ਬੱਕਰੀਆਂ ਚਰਾ ਰਿਹਾ ਹਾਂ, ਇਸੇ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਵਾਪਸ ਤੋਂ ਇਹੀ ਕਾਰਜ ਕਰ ਲਈ, ਇਹੀ ਕੰਮ ਫੇਰ ਮੁੜ ਕੇ ਫਿਰ ਕੰਟੀਨਿਊ ਕਰ ਲਈ। ਸੁਨ ਬਾਲਕ ਆਵਾ ਸੰਗ ਮੇਰੇ। ਇਹ ਸੁਣ ਕਰਕੇ ਭਾਈ ਬਾਲਾ ਜੀ ਕਹਿੰਦੇ ਉਹ ਬਾਲਕ ਮੇਰੇ ਨਾਲ ਹੀ ਆ ਗਿਆ, ਪਿੱਛੇ ਪਿੱਛੇ ਮੇਰੇ ਨਾਲ ਹੀ ਆ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਹਰਖਿਓ ਪ੍ਰਭ ਕੋ ਦਰਸ਼ਨ ਹੇਰੇ। ਉਸ ਵੇਲੇ ਬਾਲਕ ਜਿਹੜਾ ਸੀਗਾ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਤਾਂ ਉਸ ਵੇਲੇ ਉਹ ਹਰਖਿਓ ਪ੍ਰਭ ਕੋ ਦਰਸ਼ਨ ਹੇਰੇ ਕਹਿਣ ਲੱਗੇ। ਉਸ ਬਾਲਕ ਦੇ ਮਨ ਵਿੱਚ ਬੜੀ ਖੁਸ਼ੀ ਆਈ, ਬੜਾ ਆਨੰਦ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੀ ਵਾਰੀ ਦਰਸ਼ਨ ਉਹਨਾਂ ਨੇ ਕੀਤੇ ਸਨ। ਚਰਨ ਕਮਲ ਪਰ ਬੰਧਨ ਧਾਰੀ। ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਆਪਣਾ ਮੱਥਾ ਟਿਕਾ ਕੇ ਮੱਥਾ ਟੇਕਿਆ ਇਸ ਬਾਲਕ ਨੇ। ਬਹਰੋ ਠਾਂਡਿਓ ਰਹੋ ਅਗਾਰੀ। ਫਿਰ ਸਾਹਮਣੇ ਸਤਿਗੁਰਾਂ ਦੇ ਖੜਾ ਰਿਹਾ, ਹੱਥ ਜੋੜ ਕੇ ਇਹ ਬਾਲਕ ਸਤਿਗੁਰਾਂ ਦੇ ਅੱਗੇ ਖੜ ਗਿਆ। ਕਿਰਪਾ ਦ੍ਰਿਸ਼ਟ ਅਵਲੋਕ ਗੁਸਾਈ। ਕਿਰਪਾ ਦੇ ਦ੍ਰਿਸ਼ਟੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬੱਚੇ ਤੇ ਪਾਉਣਾ ਕੀਤੀ। ਕਿਰਪਾ ਦੇ ਦ੍ਰਿਸ਼ਟੀ ਨਾਲ ਇਸ ਬੱਚੇ ਵੱਲ ਦੇਖਿਆ। ਸਿਰੇ ਮੁਖ ਕੋਮਲ ਗਿਰਾ ਅਲਾਈ। ਸਿਰੇ ਮੁਖ ਜੋ ਮਾਇਆ ਦੇ ਪਤੀ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਮਲ ਮੁਖ ਤੋਂ ਇਹ ਬਚਨ ਕੀਤੇ। ਕਹੋ ਬਾਲਕ ਕੋ ਹੈ ਤਵ ਨਾਮੋ। ਮਹਾਰਾਜ ਨੇ ਇਹ ਪੁੱਛਿਆ, ਕਹਿੰਦੇ ਕਹੋ ਬਾਲਕ, ਹੇ ਬਾਲਕ ਤੂੰ ਦੱਸ ਤੇਰਾ ਨਾਮ ਕੀ ਹੈ? ਕੌਣ ਗ੍ਰਾਮ ਮੈਂ ਤੇਰੋ ਧਾਮੂ। ਤੇ ਤੇਰਾ ਜਿਹੜਾ ਘਰ ਹੈ ਉਹ ਕਿਹੜੇ ਪਿੰਡ ਦੇ ਵਿੱਚ ਹੈ? ਕਿਹ ਕੋ ਤਾਤ ਸੋ ਦੇਹੋ ਬਤਾਈ। ਤੇ ਕਿਹਦਾ ਤੂੰ ਬੱਚਾ ਹੈ? ਤੇਰੇ ਪਿਤਾ ਦਾ ਨਾਂ ਕੀ ਹੈ? ਅਜਾ ਚਰਾਏ ਕੇ ਅਪਨ ਪਰਾਈ। ਇਹ ਜਿਹੜੀਆਂ ਹਨ ਬੱਕਰੀਆਂ ਤੂੰ ਜਿਹੜੀਆਂ ਹਨ ਚਰਾ ਰਿਹਾ ਹਾਂ, ਗੇਜ਼ਿੰਗ ਕਰ ਰਿਹਾ ਹਾਂ, ਇਹ ਤੇਰੀਆਂ ਹਨ ਜਾਂ ਹੋਰ ਕਿਸੇ ਦੀਆਂ? ਕਿ ਜਿਹੜਾ ਹਨ ਤੇਰੀਆਂ ਆਪਣੇ ਘਰ ਦੀਆਂ ਹਨ ਜਾਂ ਤੂੰ ਕਿਸੇ ਦੀਆਂ ਜਿਹੜੀਆਂ ਹਨ ਇਹ ਜਿਹੜੀਆਂ ਬੱਕਰੀਆਂ ਚਰਾ ਰਿਹਾ ਹਾਂ? ਸੋ ਇਸ ਪ੍ਰਕਾਰ ਕਰਕੇ ਸਤਿਗੁਰਾਂ ਨੇ ਇਹ ਸਵਾਲ ਪੁੱਛੇ। ਸੁਣ ਕੇ ਸਿਸ ਨੇ ਬਚਨ ਉਚਾਰੇ। ਇਹ ਸੁਣ ਕਰਕੇ ਉਹ ਬੱਚਾ ਜਿਹੜਾ ਸੀਗਾ ਨਾ, ਉਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ। ਘਰ ਹੈ ਨਿਕਟ ਜੋ ਗ੍ਰਾਮ ਤੁਮਾਰੇ। ਪਾਤਸ਼ਾਹ ਜੀ ਮੇਰਾ ਘਰ ਜਿਹੜਾ ਹੈ ਨਾ ਇਹ ਤੁਹਾਡੇ ਪਿੰਡ ਦੇ ਲਾਗੇ ਹੀ ਜਿਹੜਾ ਹਨ, ਮੇਰਾ ਘਰ ਉੱਥੇ ਹੈ ਲਾਗ ਦੇ ਪਿੰਡ ਦੇ। ਸੋ ਨੇਬਰਿੰਗ ਵਿਲੇਜ ਜਿਹੜਾ ਹੈ ਉਸ ਦੇ ਵਿੱਚ ਮੇਰਾ ਘਰ ਹੈ। ਤੇ ਫਿਰ ਬੂੜਾ ਆਖੇ ਮੇਰੋ ਜਨ ਹੋ। ਪਾਤਸ਼ਾਹ ਜੀ ਮੇਰਾ ਨਾਮ ਬੂੜਾ ਹੈ, ਬੂੜਾ ਮੇਰਾ ਨਾਮ ਹੈ, ਇਹ ਨਾਮ ਮੇਰੇ ਮਾਪਿਆਂ ਨੇ ਰੱਖਿਆ ਹੈ। ਬਰਨ ਜਟੇਟਾ ਹਿਰਦੇ ਪਛਾਨ ਹੋ। ਪਾਤਸ਼ਾਹ ਜੀ ਮੇਰਾ ਬਰਨ, ਮੇਰੀ ਜਿਹੜੀ ਕਾਸਟ ਹੈ ਮੈਂ ਜੱਟ ਹਾਂ, ਕਿ ਇਹ ਆਪਣੇ ਹਿਰਦੇ ਚ ਪਛਾਣੋ। ਮਾਤ ਪਿਤਾ ਕੀ ਆਇਸ ਪਾਈ। ਮਹਾਰਾਜ ਜੀ ਮੈਂ ਆਪਣੇ ਮਾਤਾ ਪਿਤਾ ਦੀ ਜਿਹੜੀ ਹਨ ਆਗਿਆ ਨੂੰ ਪਾ ਕੇ ਅਜਾ ਚਰਾਵਤ ਅਪਨ ਪਰਾਈ। ਮੈਂ ਇਹ ਜਿਹੜੀਆਂ ਬੱਕਰੀਆਂ ਹਨ ਕੁਝ ਕੁ ਤਾਂ ਸਾਡੀਆਂ ਆਪਣੀਆਂ ਨੇ, ਕੁਝ ਕੁ ਪਰਾਈਆਂ ਨੇ, ਸੋ ਮੈਂ ਸਾਰਿਆਂ ਨੂੰ ਰਲਾ ਕੇ ਇਕੱਠਾ ਹੀ ਚਰਾ ਰਿਹਾ ਹਾਂ। ਗੁਰੂ ਭਣਿਓ ਕਰੀਏ ਨਿਜਕਾਰੀ। ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ
ਇਹ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਰੀਏ ਨਿਜਕਾਰੀ। ਕਹਿਣ ਲੱਗੇ ਚੰਗਾ ਫਿਰ ਬਾਲਕ ਤੂੰ ਜਾ ਆਪਣਾ ਕੰਮ ਕਰ, ਤੂੰ ਜਾ ਫਿਰ ਆਪਣਾ ਕੰਮ ਕੰਟੀਨਿਊ ਕਰ ਲਾ, ਜਿਹੜੀਆਂ ਬੱਕਰੀਆਂ ਤੂੰ ਚਾਰ ਰਿਹਾ ਸੀ ਜਾ ਜਰਾ ਹਨ ਆਪਣਾ ਕੰਮ ਜਾ ਕੇ ਕਰ ਹੁਣ, ਜਾਏ ਲਿਹੋ ਨਿਜ ਅਜਾ ਸੰਭਾਰੀ। ਜਾ ਆਪਣੀਆਂ ਬੱਕਰੀਆਂ ਸੰਭਾਲ ਲਾ ਜਾ ਕੇ ਹੁਣ। ਸਿਸ ਕਹੈ ਸੰਸਾ ਭਾ ਮਨ ਮਾਹੀ। ਉਸ ਬਾਲਕ ਜਿਹਦਾ ਨਾਂ ਸੀ ਬੂੜਾ ਨਾ, ਉਹਨਾਂ ਨੇ ਜਿਹੜਾ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਸਵਾਲ ਕੀਤਾ। ਕਹਿੰਦਾ ਉਹ ਬਾਲਕ ਸੀ, ਛੋਟੀ ਉਮਰ ਸੀ ਹਜੇ, ਤੇ ਮਹਾਰਾਜ ਨੂੰ ਕਹਿਣ ਲੱਗਾ ਸੰਸਾ ਭਾ ਮਨ ਮਾਹੀ। ਕਹਿੰਦੇ ਪਾਤਸ਼ਾਹ ਮੇਰੇ ਮਨ ਵਿੱਚ ਇੱਕ ਸ਼ੰਕਾ ਆ ਗਈ, ਇੱਕ ਡਾਊਟ ਆ ਗਿਆ ਇਸ ਗੱਲ ਦਾ। ਪ੍ਰਥਮ ਬੁਲਾਇਓ ਆਪਣੇ ਪਾਹੀ। ਦੇਖੋ ਪਹਿਲਾਂ ਤਾਂ ਤੁਸੀਂ ਮੈਨੂੰ ਬੁਲਾਇਆ ਜਾਂਜੀ, ਇਹ ਜਿਹੜਾ ਹੁਣ ਭਾਈ ਬਾਲੇ ਵਾਲਾ ਹੱਥ ਕਰਕੇ ਕਹਿਣ ਦੇਗੇ ਇਹ ਗੁਰਸਿੱਖ ਨੂੰ ਭੇਜਿਆ ਮੈਨੂੰ ਬੁਲਾਉਣ ਵਾਸਤੇ, ਤੇ ਮੈਂ ਆ ਗਿਆ ਉਹਦੇ ਨਾਲ। ਹੋਰ ਨਾ ਕਾਰਜ ਕਛੂ ਬਤਾਇਓ। ਫਿਰ ਕੋਈ ਕਾਰਜ ਵੀ ਨਹੀਂ ਦੱਸਿਆ, ਕੰਮ ਕੀ ਸੀ ਤੁਹਾਡਾ ਮੈਨੂੰ ਬੁਲਾਉਣ ਦਾ? ਉਹ ਬਾਲਕ ਨੇ ਇਹ ਪੁੱਛਿਆ ਬੁੜੇ ਜੀ ਨੇ, ਕਹਿੰਦਾ ਵੀ ਮੈਨੂੰ ਇਹ ਤਾਂ ਦੱਸੋ ਬਿਨਾਂ ਕੰਮ ਤੋਂ ਮੈਨੂੰ ਬੁਲਾਇਆ ਕਿਉਂ ਸੀ ਫਿਰ? ਜਾਹੋ ਅਬੈ ਮੁਖ ਤੇ ਫਰਮਾਇਓ। ਤੇ ਹੁਣ ਮੈਨੂੰ ਕਹਿੰਦੇ ਜਾ, ਇਹ ਕੀ ਗੱਲ ਹੋਈ? ਪਹਿਲਾਂ ਸੱਦਿਆ ਤੇ ਦੱਸਿਆ ਨਹੀਂ ਵੀ ਕਿਉਂ ਸੱਦਿਆ, ਤੇ ਹੁਣ ਤੁਸੀਂ ਮੈਨੂੰ ਬਿਨਾਂ ਦੱਸਿਆ, ਬਿਨਾਂ ਉਹ ਕਾਰਨ ਦੱਸਿਆ ਮੈਨੂੰ ਕਹਿੰਦੇ ਵੀ ਵਾਪਸ ਚਲਿਆ ਜਾ, ਹੁਣ ਆਪਣੀਆਂ ਬੱਕਰੀਆਂ ਚਰਾ ਲਾ ਜਾ ਕੇ। ਜੋ ਰਾਵਰ ਕੋ ਕਾਜ ਨਾ ਕੋਈ। ਮਹਾਰਾਜ ਕਹਿੰਦੇ ਜੇ ਤੁਹਾਨੂੰ ਕੋਈ ਕਾਰਜ ਹੀ ਨਹੀਂ ਸੀ ਮੇਰੇ ਨਾਲ, ਮੇਰੇ ਤਾਈਂ ਕੋਈ ਕੰਮ ਹੀ ਨਹੀਂ ਸੀ ਤੁਹਾਡਾ, ਕਿਉਂ ਹਕਾਰ ਨੇ ਆਇਸ ਹੋਈ। ਮਹਾਰਾਜ ਫਿਰ ਕਿਉਂ ਬੁਲਾਇਆ ਮੈਨੂੰ? ਕਿਉਂ ਜੇ ਬੁਲਾਇਆ ਸੀ ਤਾਂ ਕੰਮ ਹੋਣਾ ਸੀ ਨਾ, ਤਾਂ ਬੁਲਾਇਆ ਹੈ। ਜੇ ਮੈਨੂੰ ਬੁਲਾ ਲਿਆ ਮੈਨੂੰ ਦੱਸ ਦੇ ਕਿਉਂ ਨਹੀਂ, ਕੀ ਕਾਰਜ ਹੈ, ਕੀ ਕੰਮ ਸੀ? ਸ੍ਰੀ ਗੁਰ ਕਹਿਓ ਜੋ ਨਿਕਟ ਹਕਾਰਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬੱਚੇ ਤੋਂ ਸੁਣ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੋ ਨਿਕਟ ਹਕਾਰਾ, ਜਿਹੜਾ ਅਸੀਂ ਤੁਹਾਨੂੰ ਆਪਣੇ ਨੇੜੇ ਸੱਦਿਆ ਸੀ। ਕੌਣ ਦੋਸ਼ ਇਸ ਵਿਖਿਆ ਨਿਹਾਰਾ। ਕਹਿਣ ਲੱਗੇ ਇਹਦੇ ਵਿੱਚ ਤੂੰ ਕਿਹੜਾ ਦੋਸ਼ ਦੇਖ ਲਿਆ? ਕੀ ਮੇਰੇ ਤੋਂ ਗਲਤੀ ਹੋ ਗਈ ਜਿਹੜਾ ਮੈਂ ਤੈਨੂੰ ਸੱਦ ਲਿਆ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਮੇਰੇ ਤੋਂ ਦੋਸ਼ ਹੋ ਗਿਆ ਵੀ ਮੈਨੂੰ ਨਹੀਂ ਸੱਦਣਾ ਚਾਹੀਦਾ ਸੀ ਤੈਨੂੰ? ਮਿਲਨੇ ਬੋਲਣ ਅਪਨ ਪਰਾਈ। ਹਾਂ ਕਹਿੰਦੇ ਦੇਖੋ ਜੇ ਕਿਸੇ ਨੂੰ ਸੱਦ ਕੇ ਆਪਾਂ ਉਹਦੇ ਨਾਲ ਬੋਲ ਲਈਏ, ਉਹਦੇ ਨਾਲ ਮਿਲ ਲਈਏ, ਆਪਣਾ ਪਰਾਇਆ ਜਿਹੜਾ ਇੱਕ ਕਰ ਲਈਏ, ਮਤਲਬ ਕਿ ਆਪਣੇ ਪਰਾਏ ਦੀ ਗੱਲ ਕਰ ਲਈਏ, ਕਹਿੰਦੇ ਚਾਹੇ ਉਹ ਆਪਣਾ ਹੋਵੇ ਚਾਹੇ ਪਰਾਇਆ ਹੋਵੇ, ਉਹਨੂੰ ਬੁਲਾਉਣ ਦੇ ਵਿੱਚ ਕੋਈ ਦੋਸ਼ ਆ, ਕੋਈ ਪਾਪ ਹੈ? ਬੁੱਧ ਸੁਧ ਸਗਰੀ ਪਰੈ ਲਖਾਈ। ਦੇਖੋ ਬੁੱਧ ਤੇ ਸੁੱਧ ਸਗਰੀ ਕਹਿਣਗੇ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਮਿਲਦੇ ਹਾਂ, ਤਾਂ ਉਹਨਾਂ ਦੀ ਬੁੱਧ ਦਾ ਪਤਾ ਲੱਗ ਜਾਂਦਾ ਹੈ, ਉਹਨਾਂ ਦੀ ਮਤੀ ਦਾ ਪਤਾ ਲੱਗ ਜਾਂਦਾ ਹੈ ਵੀ ਉਹ ਬੰਦਾ ਕਿਹੜੇ ਖਿਆਲਾਂ ਵਾਲਾ ਹੈ। ਸੁੱਧ ਉਹਨੂੰ ਕਿੰਨਾ ਕੁ ਗਿਆਨ ਹੈ, ਇਹ ਗੱਲ ਕਲੀਅਰ ਹੋ ਜਾਂਦੀ ਹੈ ਮਿਲ ਕੇ ਗੱਲ ਕਰਕੇ। ਤੇ ਕਹਿੰਦੇ ਇਸ ਕਰਕੇ ਜਾਣ ਪਛਾਣ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਕਰਕੇ ਮਿਲਣਾ ਜ਼ਰੂਰੀ ਹੈ। ਬੂੜਾ ਸੁਨਗਾ ਬੰਧਨ ਕਰਕੇ। ਉਸ ਵੇਲੇ ਭਾਈ ਬੂੜਾ ਜੀ ਜਿਹੜਾ ਬੱਚਾ ਹੈ, ਇਹਨਾਂ ਨੇ ਇਹ ਗੱਲ ਸੁਣ ਕੇ ਸਤਿਗੁਰਾਂ ਨੂੰ ਜਿਹੜਾ ਹੈ ਮੱਥਾ ਟੇਕਿਆ। ਬੰਦਿਓ ਪ੍ਰੇਮ ਔਰ ਰਹਿਓ ਵਿਚਰ ਕੇ। ਪਰ ਦੇਖੋ ਸਤਿਗੁਰਾਂ ਦੀ ਕਿਰਪਾ ਐਸੀ ਹੋਈ, ਇਹਦੇ ਮਨ ਵਿੱਚ ਬੜਾ ਪ੍ਰੇਮ ਵੱਧ ਗਿਆ, ਬਹੁਤ ਸਾਰਾ ਪ੍ਰੇਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਆਪਣੇ ਆਪ ਹੀ ਅੰਦਰ ਹਿਰਦੇ ਵਿੱਚ ਜਾਗ ਪਿਆ। ਸੰਧਿਆ ਲਾਉਣ ਨਿਜ ਅਜਾ ਛਰਾਈ। ਤੇ ਸੰਧਿਆ ਤੱਕ ਮਤਲਬ ਕਿ ਸਨਸੈਟ ਹੋਣ ਤੱਕ ਇਹਨੇ ਜਿਹੜਾ ਹਨ ਬੱਕਰੀਆਂ ਚਰਾਈਆਂ। ਜਾਏ ਸਦਨ ਪੁਨ ਰਹਿਣ ਬਿਤਾਏ। ਫਿਰ ਰਾਤ ਪਈ ਤੋਂ ਆਪਣੇ ਘਰ ਨੂੰ ਮੁੜ ਗਿਆ ਇਹ ਬੂੜਾ। ਸ੍ਰੀ ਅੰਗਦ ਸੁਣੀਏ ਕਹਿ ਬਾਲਾ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਸੁਣੋ। ਮੈਂ ਤਬ ਬੂਝਨ ਕਰੇ ਕਿਰਪਾਲਾ। ਕਹਿਣਗੇ ਉਸ ਵੇਲੇ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਕਹਿੰਦਾ ਮੈਂ ਵੀ ਪੁੱਛਿਆ ਫਿਰ ਇਹ ਬਾਲਕ ਜੋ ਨਿਕਟ ਬੁਲਾਵਾ। ਮਹਾਰਾਜ ਇਹ ਬਾਲਕ ਨੂੰ ਜਿਹਨੂੰ ਤੁਸੀਂ ਆਪਣੇ ਨੇੜੇ ਬੁਲਾਇਆ ਸੀ, ਇਹ ਸੋ ਬਚਨ ਬਿਲਾਸ ਅਲਾਵਾ। ਇਹਦੇ ਨਾਲ ਤਾਂ ਬੜੇ ਸੋਹਣੇ ਤੁਸੀਂ ਬਚਨ ਬਿਲਾਸ ਕੀਤੇ ਤੇ ਬੜੀਆਂ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਉਹਦੇ ਨਾਲ, ਜਿਵੇਂ ਚਰਾਂ ਦੇ ਤੁਸੀਂ ਜਾਣਦੇ ਹੁੰਦੇ ਹੋ। ਕੌਣ ਹੈ ਕਿਉਂ ਨਿਕਟ ਹਕਾਰਾ। ਮਹਾਰਾਜ ਇਹ ਕੌਣ ਹੈ ਤੇ ਕਿਉਂ ਨਿਕਟ ਹਕਾਰਾ, ਇਹਨੂੰ ਕਿਉਂ ਨੇੜੇ ਸੱਦਿਆ ਸੀ? ਹੁਣ ਭਾਈ ਬਾਲੇ ਦੇ ਵਿੱਚ ਸੰਸਾ ਹੋ ਗਿਆ ਵੀ ਕੋਈ ਗੱਲ ਤਾਂ ਕੀਤੀ ਨਹੀਂ ਉਹਦੇ ਨਾਲ, ਇਹਨੂੰ ਸੱਦਿਆ ਕਿਉਂ ਸੀ ਤੇ ਹੈ ਕੌਣ? ਬੁੜਾ ਜੀ ਜਿਹੜੇ ਹਨ ਇੱਕ ਹੈ ਕੌਣ? ਇਹ ਪੁੱਛਣ ਵਾਸਤੇ ਭਾਈ ਬਾਲੇ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਵਾਲ ਕੀਤਾ। ਮੁਝੇ ਬ੍ਰਿਤਾਂਤ ਸੁਣਾਵੋ ਸਾਰਾ। ਮਹਾਰਾਜ ਕਿਰਪਾ ਕਰਕੇ ਮੈਨੂੰ ਸਾਰੀ ਗੱਲ ਦੱਸ ਦਿਓ ਵੀ ਗੱਲ ਕੀ ਹੈ, ਕਿਉਂ ਐਸਾ ਹੋਇਆ? ਭੰਨਿਓ ਪ੍ਰਭੂ ਇਹੋ ਹੈ ਮਤਵੰਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬੂੜਾ ਵਾਲੇ ਇਹ ਗੱਲ ਕਹੀ, ਕਹਿੰਦੇ ਇਹੋ ਹੈ ਮਤਵੰਤਾ, ਇਹ ਬਹੁਤ ਵੱਡੀ ਮਤ ਵਾਲਾ ਹੈ, ਇਹਦੀ ਬੁੱਧੀ ਬਹੁਤ ਪਰੇ ਤੋਂ ਪਰੇ ਹੈ, ਇਸ ਦੀ ਬੁੱਧੀ ਪਰਮੇਸ਼ਰ ਦੀ ਜਿਹੜਾ ਹਨ ਲਖਣ ਵਾਲੀ ਹੈ, ਜਾਣਨ ਵਾਲੀ ਹੈ। ਕਿਤਕ ਦਿਵਸ ਮਹਿ ਪੂਰਨ ਸੰਤਾ। ਦੇਖੋ ਇਹ ਕੁਝ ਕੁ ਦਿਨਾਂ ਵਿੱਚ ਪੂਰਨ ਸੰਤ ਬਣ ਜਾਣਾ ਇਹ ਬੱਚੇ ਨੇ, ਇਹ ਬੱਚਾ ਪੂਰਨ ਸੰਤ ਹੋਵੇਗਾ। ਵੈ ਸਿੱਖੀ ਕੋ ਸਦਨ ਬਿਸਾਲਾ। ਦੇਖੋ ਇਹ ਜਿਹੜਾ ਬੱਚਾ ਹੋਏਗਾ ਇਹ ਸਿੱਖੀ ਦਾ ਘਰ ਹੋਵੇਗਾ, ਇਹਦੇ ਵਿੱਚ ਸਿੱਖੀ ਹੋਵੇਗੀ ਤੇ ਸਿੱਖੀ ਇਹਦੇ ਵਿੱਚ ਤੇ ਇਹ ਸਿੱਖੀ ਵਿੱਚ। ਕਹਿੰਦੇ ਇੱਕ ਘਰ ਹੈ ਸਿੱਖੀ ਦਾ,
ਦਾ ਹਾਊਸ ਆਫ ਸਿੱਖ ਕਹਿੰਦੇ ਇਹ ਹੋਵੇਗਾ ਕੱਲਾ। ਛੁਐ ਨਾ ਸਕੈ ਮਨ ਬਿਸੈ ਜੰਜਾਲਾ। ਦੇਖੋ ਇਹਦੇ ਮਨ ਨੂੰ ਕਿਤੇ ਵੀ ਜਿਹੜਾ ਹੈ ਇਹਦੇ ਜੀਵਨ ਕਾਲ ਦੇ ਵਿੱਚ ਵਿਸ਼ੇ ਵਿਕਾਰ ਜਿਹੜੇ ਵਾਈਸਸ ਹਨ, ਈਵਲ ਡਿਜ਼ਾਇਰਸ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਕਹਿੰਦੇ ਇਹਦੇ ਮਨ ਦੇ ਨੇੜੇ ਵੀ ਨਹੀਂ ਲੱਗ ਸਕਦੇ। ਇਹ ਇੰਨਾ ਪਵਿੱਤਰ ਹੈ ਇਹ ਬੱਚਾ। ਜੀਵਨ ਮੁਕਤ ਅਵਸਥਾ ਪਾਵ ਹੈ। ਦੇਖੋ ਇਹਨੇ ਜੀਵਨ ਮੁਕਤ ਦੀ ਅਵਸਥਾ ਜਿਉਂਦਿਆਂ ਜੀ ਹੀ ਪਾ ਲੈਣੀ ਹੈ। ਇਹ ਜੀਵਨ ਮੁਕਤ ਹੋ ਕੇ ਇਸ ਸੰਸਾਰ ਵਿੱਚ ਰਹੇਗਾ। ਆਪਣੇ ਬਚਸੋਂ ਅਵਰ ਤਰਾਵ ਹੈ। ਦੇਖੋ ਇਹ ਆਪਣੇ ਬਚਨ ਕਰਕੇ ਬੜੇ ਲੋਕਾਂ ਨੂੰ ਇਹ ਤਾਰੇਗਾ ਸੰਸਾਰ ਤੋਂ। ਇਹਨੇ ਤਾਰਨੇ ਹਨ। ਇਹਦੇ ਤਰਨ ਦੀ ਕੀ ਗੱਲ ਕਰਨੀ ਹੈ? ਇਹਨੇ ਤਾਂ ਬੜੇ ਲੋਕਾਂ ਨੂੰ, ਹੋਰਾਂ ਨੂੰ ਵੀ ਤਾਰ ਕੇ ਲੈ ਜਾਣਾ ਹੈ। ਮੈਂ ਬੋਲਿਓ ਜੇ ਹੋਇਆ ਹੈ ਐਸੋ। ਸੋ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਇਹ ਸੁਣਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ, ਤਾਂ ਉਸ ਵੇਲੇ ਕਹਿੰਦੇ ਮੈਂ ਹੋਰ ਪੁੱਛਿਆ ਜੇ ਹੋਇਆ ਹੈ ਐਸੋ, ਜੇ ਐਸੀ ਗੱਲ ਹੈ ਤਾਂ ਕਿਉ ਸੰਸਕ ਪੁੱਛ ਕਾਰਜ ਕੈਸੋ। ਮਹਾਰਾਜ ਫਿਰ ਕਿਉਂ ਸ਼ੰਕਾ ਦੇ ਨਾਲ ਉਹਨਾਂ ਨੇ ਤੁਹਾਨੂੰ ਇਹ ਗੱਲ ਪੁੱਛੀ? ਤੁਸੀਂ ਕਹਿੰਦੇ ਇਹਦੀ ਬੁੱਧੀ ਬੜੀ ਵਿਸ਼ਾਲ ਹੈ, ਇਹ ਜਿਹੜਾ ਹਨ ਇਹਦੇ ਕੋਲ ਜਿਹੜੇ ਹਨ ਵਿਸ਼ੇ ਵਿਕਾਰ ਇਹਦੇ ਨੇੜੇ ਨਹੀਂ ਲੱਗਣੇ। ਪਰ ਕਹਿੰਦੇ ਫਿਰ ਉਹਨੇ ਹੈਰਾਨ ਜਾ ਹੋ ਕੇ ਤੁਹਾਨੂੰ ਇਹ ਸਵਾਲ ਕਿਉਂ ਪੁੱਛਿਆ ਸੀਗਾ ਵੀ ਸਾਨੂੰ ਕਿਉਂ ਕੋਲੇ ਬੁਲਾਇਆ? ਉਹਨੂੰ ਇਹ ਗੱਲ ਦਾ ਪਤਾ ਨਹੀਂ ਸੀਗਾ। ਤਾਂ ਇਹ ਸਵਾਲ ਭਾਈ ਬਾਲੇ ਨੇ ਪੁੱਛਿਆ। ਹਾਂਜੀ, ਸੁਨ ਪੁਨ ਭਾਖਿਓ ਦਇਆ ਅਵਾਸਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਭਾਈ ਬਾਲੇ ਦਾ ਸਵਾਲ ਸੁਣ ਕੇ ਸਤਿਗੁਰੂ ਜੋ ਦਇਆ ਦੇ ਘਰ ਹਨ ਪਾਤਸ਼ਾਹ ਜੀ ਬੋਲੇ, ਅਬਲੋ ਭਇਓ ਨਾ ਹਿਰਦੈ ਪ੍ਰਕਾਸ਼ਾ। ਕਹਿਣ ਲੱਗੇ ਭਾਈ ਬਾਲਿਆ ਜਿਹੜਾ ਪ੍ਰਕਾਸ਼ ਹੈ ਨਾ ਗਿਆਨ ਦਾ, ਹਜੇ ਤੱਕ ਇਹਦੇ ਮਨ 'ਚ ਨਹੀਂ ਹੋਇਆ। ਹਜੇ ਇਹਦੇ ਹਿਰਦੇ ਵਿੱਚ ਉਹ ਗਿਆਨ ਨਹੀਂ ਵਸਿਆ ਹੈ। ਇਹਦੇ ਜਿਹੜਾ ਹਨ ਇਹਦੇ ਅੰਦਰ ਜਿਹੜਾ ਗਿਆਨ ਨੇ ਪ੍ਰਕਾਸ਼ ਨਹੀਂ ਕੀਤਾ। ਇਸ ਕਰਕੇ ਇਹਨੂੰ ਹਜੇ ਉਹ ਅਵਸਥਾ ਤੱਕ ਨਹੀਂ ਪਹੁੰਚਿਆ। ਬਿਗਸੈ ਕਮਲ ਤਬਹਿ ਲਿਹੋ ਪੇਖੀ। ਕਹਿਣ ਲੱਗੇ ਬਿਗਸੈ ਕਮਲ, ਕਹਿੰਦੇ ਜਦੋਂ ਇਹ ਜਿਹੜਾ ਹਨ ਇਹਦਾ ਬੁੱਧੀ ਰੂਪ ਇਸ ਦਾ ਜਿਹੜਾ ਹੈ ਕਮਲ ਖਿੜੇਗਾ, ਤਾਂ ਫੇਰ ਦੇਖੋ ਜਦੋਂ ਇਹਦਾ ਗਿਆਨ ਰੂਪੀ ਜਿਹੜਾ ਹੈ ਕਵਲ ਖਿੜੇਗਾ, ਇਹਨੂੰ ਗਿਆਨ ਹੋਵੇਗਾ, ਤੂੰ ਉਦੋਂ ਦੇਖੀ। ਦਿਵ ਦ੍ਰਿਸ਼ਟ ਜਹ ਹੋਏ ਵਿਸੇਖੀ। ਇਹਦੀ ਦਿਵ ਦ੍ਰਿਸ਼ਟੀ ਹੋਵੇਗੀ, ਇਹਦੀ ਐਸੀ ਦ੍ਰਿਸ਼ਟੀ ਹੋਵੇਗੀ ਜਿਹੜੀ ਦਿਵ ਹੈ, ਜੋ ਉਹ ਗੱਲਾਂ ਨੂੰ ਦੇਖਣ ਵਾਲੀ ਹੈ ਜਿਨ੍ਹਾਂ ਨੂੰ ਦੁਨੀਆ 'ਚ ਕੋਈ ਨਹੀਂ ਦੇਖ ਸਕਦਾ। ਉਹ ਨਿਗਾਹ ਇਹਦੀ ਹੋਵੇਗੀ ਜਿਹੜੀ ਨਿਗਾਹ ਦੇ ਵਿੱਚ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਇਹ ਕੋਈ ਚੀਜ਼ ਨਹੀਂ ਰਹਿ ਜਾਂਦੀ। ਇਹ ਸਮੇਂ ਸਿਰ ਜਿਹੜਾ ਹੈ ਨਹੀਂ ਦੇਖਦਾ, ਇਹ ਆਲ ਟਾਈਮਸ ਨੂੰ ਦੇਖਣ ਵਾਲਾ ਹੈ। ਇਸ ਦੀ ਦਿਵ ਦ੍ਰਿਸ਼ਟੀ ਐਸੀ ਹੈ ਕਿ ਹਰ ਇੱਕ ਦੀ ਮਨ ਦੀ ਜਾਣਨ ਵਾਲਾ ਹੋਵੇਗਾ। ਇਹਦੀ ਦ੍ਰਿਸ਼ਟੀ ਐਸੀ ਹੋਵੇਗੀ ਜਿਹਦੇ ਤੋਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਵੀ ਨਹੀਂ ਕਿਤੇ ਓਲੇ ਹੋਵਾਂਗਾ। ਕਬਲੋ ਇਸਮਹਿ ਹੋਏ ਪ੍ਰਕਾਸ਼ਾ। ਕਹਿਣ ਲੱਗੇ ਕਬਲੋ। ਹੁਣ ਭਾਈ ਬਾਲੇ ਨੇ ਪੁੱਛਿਆ ਪਾਤਸ਼ਾਹ ਜੀ ਫਿਰ ਇਹਦੇ ਅੰਦਰ ਪ੍ਰਕਾਸ਼ ਕਿਦੋਂ ਆਏਗਾ? ਉਹ ਵੀ ਦੱਸ ਦਿਓ। ਹੁਣ ਇਹਦੇ ਅੰਦਰ ਪ੍ਰਕਾਸ਼ ਕਿਦੋਂ ਹੋਵੇਗਾ? ਮੋਹੇ ਬਤਾਏ ਦੇਹੋ ਸੁਖ ਰਾਸਾ। ਮਹਾਰਾਜ ਮੈਨੂੰ ਦੱਸ ਦਿਓ ਇਹਦੇ ਅੰਦਰ ਪ੍ਰਕਾਸ਼ ਕਿਦੋਂ ਹੋਣਾ ਹੈ? ਗੁਰ ਕਹੈ ਇਤੀ ਹੁਤੀ ਅਬ ਦੇਰਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਸ ਦੇਰੀ ਤਾਂ ਅੱਜ ਦੇ ਮਿਲਾਪ ਦੀ ਹੋ ਸੀ। ਅੱਜ ਦਾ ਮਿਲਾਪ ਹੋ ਗਿਆ, ਸਮਝ ਲਾ ਇਹਦਾ ਪ੍ਰਕਾਸ਼ ਹੋ ਗਿਆ। ਬਸ ਇੰਨਿਓ ਦੇਰੀ ਸੀ, ਇਹਨੂੰ ਬਸ ਇੱਕ ਵਾਰੀ ਅਸੀਂ ਮਿਲਣਾ ਹੀ ਸੀ। ਇਹਨੇ ਬਸ ਆ ਕੇ ਦਰਸ਼ਨ ਕਰਨੇ ਸਨ, ਅੱਗੇ ਮੱਥਾ ਟੇਕਣਾ ਸੀ, ਬਸ ਹੋ ਗਿਆ ਇਹਦਾ ਕੰਮ ਹੁਣ। ਬੋਲਣ ਮਿਲਣ ਦਰਸ ਕੋ ਹੇਰਾ। ਬਸ ਬੋਲਣ ਤੇ ਮਿਲਣ ਦੇ ਵਿੱਚ, ਦਰਸ਼ਨ ਕਰਨ ਦੇ ਵਿੱਚ ਬਸ ਦੇਰੀ ਸੀ ਇਸਦੀ। ਭਲਕ ਬਿਲੋ ਕਹੋ ਕਸ ਹੋਇ ਠਾਟਾ। ਕਹਿਣਗੇ ਕੱਲ ਦੇਖਣਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਲਕੇ ਦੇਖਣਾ, ਟੁਮਾਰੋ ਜਿਹੜਾ ਸਮਾਂ ਆਵੇਗਾ, ਕਹਿੰਦਾ ਤੂੰ ਦੇਖਣਾ ਕੀ ਹੋਵੇਗਾ ਇਹ ਬਾਲਕ ਦਾ, ਤੈਨੂੰ ਭਲਕੇ ਦਿਸ ਪੈਣਾ ਹੈ। ਖੁੱਲ੍ਹ ਹੈ ਮੋਹ ਕੇ ਬਿਕਟ ਕਪਾਟਾ। ਹਾਂ, ਇਹਦੇ ਸਾਰੇ ਤਕੜੇ ਜਿਹੜੇ ਦਰਵਾਜ਼ੇ ਮੋਹ ਦੇ ਆ ਨਾ ਉਹ ਸਾਰੇ ਟੁੱਟ ਜਾਣੇ ਨੇ। ਅੰਦਰੋਂ ਜਿਹੜਾ ਅਗਿਆਨਤਾ ਜਿਹੜੀ ਹੈ ਨਾਸ ਹੋ ਜਾਣੀ ਆ ਸਾਰੀ ਕੰਪਲੀਟਲੀ। ਕਹਿੰਦੇ ਇਹਦੇ ਮੋਹ ਦੇ ਜਿਹੜੇ ਹਨ ਦਰਵਾਜ਼ੇ ਖੁੱਲ ਗਏ। ਇਹਦੇ ਬਿਕਟ ਮੋਹ ਦੇ ਦਰਵਾਜ਼ੇ ਜਦੋਂ ਟੁੱਟ ਗਏ, ਖੁੱਲੇ, ਇਹਦਾ ਗਿਆਨ ਦਾ ਜਿਹੜਾ ਹੈ ਪ੍ਰਕਾਸ਼ ਹੋ ਜਾਣਾ ਹੈ। ਬਹਰੋ ਭੋਰ ਜਬੈ ਹੋਏ ਆਈ। ਕਹਿੰਦੇ ਬਹਰੋ। ਹੁਣ ਦੇਖੋ ਮਹਾਰਾਜ ਤਾਂ ਇਹ ਬਚਨ ਕਰਤਾ ਭਾਈ ਬਾਲੇ ਦੇ ਨਾਲ। ਕੀ ਹੋਇਆ ਜੀ ਉਸ ਵੇਲੇ ਜਦੋਂ ਜਿਹੜਾ ਹਾਂ ਉਦੋਂ ਉਸ ਵੇਲੇ ਸ਼ਾਮਾਂ ਤਾਂ ਪੈ ਗਈਆਂ ਸੀਗੀਆਂ। ਸਤਿਗੁਰੂ ਜੀ ਵਾਪਸ ਆਪਣੇ ਧਰਮਸ਼ਾਲਾ ਚਲੇ ਗਏ। ਹੁਣ ਦੂਸਰੇ ਦਿਨ ਦੀ ਗੱਲ ਹੈ। ਅਗਲਾ ਦਿਨ ਜਦੋਂ ਚੜਿਆ, ਮਾਖਣ ਬਾਸਨ ਲੀਨ ਉਚਾਈ। ਉਸ ਵੇਲੇ ਇਸ ਬਾਲਕ ਨੇ ਕੀ ਕੀਤਾ, ਸਵੇਰੇ ਸਵੇਰੇ ਉੱਠ ਕੇ ਨਾ ਅੰਮ੍ਰਿਤ ਵੇਲੇ, ਉਸ ਵੇਲੇ ਇਹਨੇ ਮੱਖਣ ਚੱਕ ਲਿਆ ਘਰੋਂ। ਮੱਖਣ ਪਿਆ ਸੀਗਾ ਬਣਿਆ ਬਣਾਇਆ, ਉਹਨੇ ਚੱਕ ਕੇ ਇੱਕ ਭਾਂਡੇ ਵਿੱਚ ਪਾਇਆ ਤੇ ਲਿਆਂਦਾ ਜੀ ਚੁੱਕੇ। ਮਾਤ ਪਿਤਾ ਤੇ ਕਰਕੇ ਚੋਰੀ। ਤੇ ਮਾਤ ਪਿਤਾ ਤੋਂ ਚੋਰੀ ਚੁੱਕ ਕੇ ਲਿਆਇਆ। ਮਾਤਾ ਪਿਤਾ ਨੂੰ ਦੱਸਿਆ ਨਹੀਂ, ਮਾਤਾ ਪਿਤਾ ਸੁੱਤੇ ਪਏ ਸੀਗੇ। ਭਾਈ ਬੂੜਾ ਜੀ ਉੱਠੇ, ਚੁੱਪ ਕਰਕੇ ਮੱਖਣ ਦਾ ਜਿਹੜਾ ਹਨ ਇੱਕ ਡੱਬਾ ਭਰ ਕੇ ਚੁੱਕ ਲਿਆਇਆ ਜੀ ਨਾਲ। ਸਟਕਿਓ ਘਰ ਤੇ ਪ੍ਰਭ ਜਿਸ ਠੌਰੇ। ਖਿਸਕ ਗਿਆ ਜੀ, ਕਿਸੇ ਦੱਬੀ ਪੈਰੀ ਤੁਰਿਆ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਜਿਹੜਾ ਹਨ ਬੂੜਾ ਘਰੋਂ ਨਿਕਲ ਗਿਆ।
ਤੇ ਚੁੱਪ ਕਰਕੇ ਘਰ ਤੋਂ ਜਿਹੜਾ ਹੈ ਹੌਲੀ ਹੌਲੀ ਮੱਖਣ ਚੱਕ ਕੇ ਤੇ ਘਰੋਂ ਜਿਹੜਾ ਹਨ ਦਰਵਾਜ਼ਾ ਖੋਲ ਕੇ ਬਾਹਰ ਜਾ ਕੇ ਦਰਵਾਜ਼ਾ ਬੰਦ ਕਰਕੇ ਚਲਿਆ ਆ ਰਿਹਾ ਕਰਤਾਰਪੁਰ ਨੂੰ। ਪੂਰਨ ਬੂੜਾਪੁਰ ਕਰਤਾਰਾ, ਆ ਗਿਆ ਜੀ ਬਹੁਤ ਛੱਤੀ ਭਾਈ ਬੂੜਾ ਜੀ ਕਰਤਾਰਪੁਰ ਵਿੱਚ। ਆਏ ਬਿਲੋਕੇ ਮੋਖ ਉਦਾਰਾ, ਆਏ ਬਲੁਕੈ ਆ ਕੇ ਮਿਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਜੋ ਮੋਖ ਜੋ ਕਿ ਮੁਕਤੀ ਦੇ ਦਾਤੇ ਹਨ। ਮਾਖਨ ਬਾਸਨ ਅਗਰਜ ਧਰ ਕੇ, ਮਹਾਰਾਜ ਦੇ ਅੱਗੇ ਉਹ ਜਿਹੜਾ ਹਨ ਮੱਖਣ ਦਾ ਭਰਿਆ ਹੋਇਆ ਜਿਹੜਾ ਡੱਬਾ ਸੀ ਨਾ, ਫਰੈਸ਼ ਮੱਖਣ ਬੱਟ, ਜਿਹੜਾ ਚਰਨ ਬੱਟ ਕਹਿੰਦੇ ਹਾਂ, ਸੋ ਉਹ ਲਿਆ ਕੇ ਸਾਹਮਣੇ ਰੱਖ ਦਿੱਤਾ ਤੇ ਮੱਥਾ ਟੇਕਿਆ। ਬੈਠਿਓ ਨਿਕਟ ਬੰਦਨਾ ਕਰਕੇ, ਫੇ ਬੰਧਨ ਕਰਕੇ ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲੇ ਬਹਿ ਗਿਆ ਭਾਈ ਬੂੜਾ ਜੀ। ਮੁਸਕਾਨੇ ਪ੍ਰਭ ਬਚਨ ਅਲਾਇਓ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਜ ਭਾਈ ਬੂੜੇ ਵੱਲ ਦੇਖ ਕੇ ਨਾ ਮਹਾਰਾਜ ਜੀ ਸਮਾਈਲਿੰਗ ਕਰ ਰਹੇ ਨੇ। ਮਹਾਰਾਜ ਜੀ ਥੋੜਾ ਥੋੜਾ ਮੰਦ ਮੰਦ ਹੱਸ ਰਹੇ ਹਨ। ਮਾਖਨ ਬਾਸਨ ਕਹਤੇ ਲਿਆਇਓ, ਮਹਾਰਾਜ ਨੇ ਪੁੱਛਿਆ ਕਿ ਬੂੜਿਆ ਇਹ ਜਿਹੜਾ ਮੱਖਣ ਦਾ ਭਰਿਆ ਹੋਇਆ ਜਿਹੜਾ ਤੂੰ ਡੱਬਾ ਲੈ ਕੇ ਆਇਆ ਹਨਾ, ਇਹ ਤੂੰ ਕਿੱਥੋਂ ਲਿਆਂਦਾ ਹੈ? ਸੁਨੋ ਤਪਾ ਜੀ ਰਾਵਰ ਹੇਤਾ, ਮਾਂ ਕਹਿੰਦਾ ਜੀ, ਉਹ ਭਾਈ ਬੂੜਾ ਜੀ ਕਹਿੰਦੇ ਸੁਣੋ ਤਪਾ ਜੀ, ਇਹ ਗੁਰੂ ਸਾਹਿਬ ਜੀ ਸੁਣੋ, ਮੈਂ ਇਹ ਮੱਖਣ ਜਿਹੜਾ ਤੁਹਾਡੇ ਵਾਸਤੇ ਲਿਆਂਦਾ ਹੈ। ਤ੍ਰਿਤ ਆਨਿਓ ਮੈਂ ਅਪਨ ਨਿਕੇਤਾ, ਮੈਂ ਲਿਆਂਦਾ ਹੈ ਇਸ ਮੱਖਣ ਨੂੰ ਜਿਹਦੇ ਵਿੱਚੋਂ ਤੁਸੀਂ ਜਿਹੜਾ ਹੈ ਭਾਵੇਂ ਘਿਓ ਬਣਾ ਲਓ ਚਾਹੇ ਮੱਖਣ ਕਰਕੇ ਛਕ ਲਓ। ਪਾਤਸ਼ਾਹ ਜੀ ਮੈਂ ਆਪਣੇ ਘਰੋਂ ਲੈ ਕੇ ਆਇਆ ਹਾਂ। ਨਰਸ ਸੰਤ ਗੁਰ ਛੂਛ ਨਾ ਜਾਣਾ, ਦੇਖੋ ਭਾਈ ਬੂੜਾ ਜੀ ਕਹਿੰਦੇ ਵੀ ਜੇ ਸੰਤ ਮਹਾਪੁਰਸ਼ ਦੇ ਦਰਸ਼ਨ ਕਰਨੇ ਹੋਣ ਤਾਂ ਖਾਲੀ ਹੱਥ ਨਹੀਂ ਜਾਈਦਾ। ਦੇਖੋ ਇਹ ਬੱਚਾ ਹੈ ਭਾਈ ਬੂੜਾ, ਇਤਿਹਾਸਕਾਰਾਂ ਨੇ ਤਾਂ ਇਹ ਲਿਖਿਆ ਵੀ 7 ਸਾਲਾਂ ਦੀ ਉਮਰ ਸੀ, ਕਹਿੰਦੇ ਛੋਟੀ ਉਮਰ ਸੀ ਇਸ ਦੀ। ਕਹਿੰਦਾ ਵੀ ਖਾਲੀ ਹੱਥ ਕਿਸੇ ਵੀ ਸੰਤ ਮਹਾਪੁਰਸ਼ ਦੇ ਕੋਲ ਨਹੀਂ ਜਾਈਦਾ ਹੁੰਦਾ, ਮੈਂ ਇਹ ਸੁਣਿਆ ਹੈ। ਅਸ ਵਿਚਾਰ ਔਰ ਬਿਖਿਆ ਉਠਾਨਾ, ਮੈਂ ਇਸ ਕਰਕੇ ਇਹ ਵਿਚਾਰ ਕਰਕੇ ਮੈਂ ਮੱਖਣ ਜਿਹੜਾ ਹਨ ਘਰੋਂ ਚੁੱਕ ਲਿਆਇਆ। ਫਿਰ ਭੋ ਬਾਲਕ ਹੈ ਲਗ ਤਨ ਤੇਰਾ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬੂੜਾ ਨੂੰ ਕਹਿੰਦੇ ਦੇਖ ਭੋ ਬਾਲਕ, ਕਹਿੰਦੇ ਤੇਰੀ ਉਮਰ ਹਜੇ ਛੋਟੀ ਹੈ, ਤੂੰ ਬਾਲਕ ਹੈ ਹਜੇ, ਤੇਰੀ ਬਾਲਕਾਂ ਵਾਲੀ ਉਮਰ ਹੈ, ਛੋਟੀ ਉਮਰ ਹੈ ਤੇਰੀ। ਨਿਸ਼ਚੈ ਕਰ ਕੋ ਘਰ ਨਿਜ ਹੇਰਾ, ਕਹਿਣ ਲੱਗੇ ਤੂੰ ਆਪਣਾ ਘਰ ਕਿਹੜਾ ਦੇਖਿਆ? ਤੂੰ ਕਿਹਾ ਨਾ ਤੂੰ ਘਰੋਂ ਚੱਕ ਕੇ ਲਿਆਇਆ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬੂੜੇ ਨੂੰ ਪੁੱਛਦੇ ਹਨ, ਤੂੰ ਆਪਣਾ ਘਰ ਕਿਹੜਾ ਦੇਖਿਆ? ਤੇਰਾ ਆਪਣਾ ਘਰ ਕਿਹੜਾ ਹੈ? ਤੂੰ ਇਹ ਦੱਸ ਦੇ, ਤੂੰ ਆਪਣਾ ਘਰ ਕਿਹੜਾ ਪਹਿਚਾਨਿਆ ਹੈ? ਕਿ ਇਹ ਘਰ ਹੈ ਜਿੱਥੇ ਤੂੰ ਰਹਿਣਾ ਹਾਂ, ਜਾਂ ਤੂੰ ਹੋਰ ਕੋਈ ਘਰ ਨੂੰ ਆਪਣਾ ਘਰ ਅਸਲੀ ਘਰ ਮੰਨਿਆ ਹੈ, ਜਾਂ ਤੇਰਾ ਅਸਲੀ ਘਰ ਜਿਹੜਾ ਹੈ, ਜਿਹੜਾ ਸਦੀਵੀ ਕਾਲ ਜਿਹਦੇ ਵਿੱਚ ਜਾਣਾ ਹੈ, ਉਹ ਤੇਰਾ ਘਰ ਹੈ, ਜਾਂ ਇਹ ਜਿਹੜਾ ਹੁਣ ਤੂੰ ਰਹਿਣਾ ਉਹ ਤੇਰਾ ਘਰ ਹੈ? ਜਿਸ ਮੈਂ ਫਸ ਕੇ ਨਿਕਸਨ ਭਾਰੀ, ਦੇਖੋ ਕਹਿੰਦੇ ਜਿਸ ਮੈਂ ਜਿਹੜੇ ਘਰ ਦੇ ਵਿੱਚ ਤੂੰ ਫਸ ਕੇ ਤੇ ਡੱਬੀ ਪੈਰੀ ਹੌਲੀ ਹੌਲੀ ਲੁਕ ਕੇ ਤੂੰ ਬਾਹਰ ਨਿਕਲਿਆ ਹਾਂ, ਕਿ ਉਹ ਤੇਰਾ ਘਰ ਹੈ ਜਿਹੜਾ ਤੂੰ ਸਵੇਰੇ ਛੱਡ ਕੇ ਆਇਆ ਹਾਂ? ਜਾਲ ਮੀਨ ਕੀ ਰੀਤ ਵਿਚਾਰੀ, ਇਹ ਤਾਂ ਜਲ ਮੀਨ ਕੀ ਰੀਤ ਵਿਚਾਰੀ, ਜਿਵੇਂ ਜਲ ਵਿੱਚ ਜਾਲ ਦੇ ਵਿੱਚ ਫਸੀ ਮੱਛੀ ਹੁੰਦੀ ਹੈ ਨਾ, ਕਹਿੰਦੇ ਇਸੇ ਤਰ੍ਹਾਂ ਹੀ ਬੂੜਿਆ ਤੂੰ ਵੀ ਘਰ ਵਿੱਚ ਫਸ ਗਿਆ। ਉਹ ਘਰ ਜਿਹੜਾ ਸੀ ਜਿਹਦੇ ਵਿੱਚ ਤੂੰ ਰਹਿਣਾ ਹਾਂ, ਜੇ ਉਹ ਤੂੰ ਉਹ ਘਰ ਨੂੰ ਆਪਣਾ ਘਰ ਜਾਣਦਾ ਹੈ ਨਾ, ਤਾਂ ਤੇਰਾ ਵੀ ਉਹੀ ਹਾਲ ਹੈ ਜਿਵੇਂ ਇੱਕ ਮੱਛੀ ਇੱਕ ਜਿਹੜੀ ਜਾਲ ਵਿੱਚ ਫਸ ਜਾਂਦੀ ਹੈ। ਸਿਸ ਕਹੈ ਮਾਤ ਪਿਤਾ ਘਰ ਜੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣ ਕੇ ਨਾ ਭਾਈ ਬੂੜਾ ਜੀ ਕਹਿੰਦੇ ਸਿਸ ਕਹੈ, ਹੁਣ ਭਾਈ ਬੂੜਾ ਜੀ ਕਹਿੰਦੇ ਮਾਤ ਪਿਤਾ ਘਰ ਜੋ ਮਾਤਾ ਪਿਤਾ ਦਾ ਘਰ ਹੈ। ਮੈਂ ਪਹਿਚਾਨਿਓ ਆਪਣੋ ਸੋ, ਮੈਂ ਤਾਂ ਉਹੀ ਆਪਣਾ ਪਹਿਚਾਣਿਆ ਮਹਾਰਾਜ, ਉੱਥੇ ਹੀ ਮੈਂ ਰਹਿਣਾ, ਉੱਥੇ ਮੈਂ ਜੰਮਿਆ ਹਾਂ, ਮੇਰੇ ਵਾਸਤੇ ਤਾਂ ਉਹੀ ਮੇਰਾ ਘਰ ਹੈ। ਤਹਤੇ ਮੱਖਣ ਬਾਸਨ ਲਈ, ਮੈਂ ਉੱਥੋਂ ਹੀ ਜਿਹੜਾ ਮੱਖਣ ਲੈ ਕੇ ਆਇਆ ਹਾਂ, ਉੱਥੋਂ ਹੀ ਭਾਂਡਾ ਚੱਕਿਆ ਤੇ ਮੱਖਣ ਵੀ ਉੱਥੋਂ ਹੀ ਇਕੱਠਾ ਕਰਕੇ ਗੜਵੀ ਵਿੱਚੋਂ ਕੱਢ ਕੇ ਲਿਆਂਦਾ। ਆਨ ਉਪਾਏ ਨੇ ਤੁਮਰੀ ਕੀਨੋ, ਮੈਂ ਆਪ ਜੀ ਦੇ ਅੱਗੇ ਲਿਆ ਕੇ ਉਹੀ ਮੱਖਣ ਦਾ ਜਿਹੜਾ ਭੇਟਾ ਰੱਖੀ ਹੈ ਹੁਣ। ਹੋਰ ਉੱਠਤ ਪੀ ਚੌਪ ਨਵੀਨੀ, ਕਹਿਣ ਲੱਗੇ ਮੈਨੂੰ ਪਤਾ ਨਹੀਂ ਕੀ ਗੱਲ ਹੈ ਵੀ ਜਦੋਂ ਮੈਂ ਸਵੇਰੇ ਉੱਠਿਆ ਨਾ, ਭਾਈ ਬੂੜਾ ਜੀ ਕਹਿੰਦੇ ਪਤਾ ਨਹੀਂ ਮੈਨੂੰ ਕੀ ਚਾਅ ਆਇਆ ਵੀ ਮੈਂ ਤੁਹਾਡੇ ਆ ਕੇ ਦਰਸ਼ਨ ਕਰਾਂ, ਪਰ ਜਦੋਂ ਮੈਂ ਤੁਹਾਡੇ ਦਰਸ਼ਨ ਦਾ ਇੰਨਾ ਮੈਨੂੰ ਚਾਅ ਆਇਆ, ਉਸ ਵੇਲੇ ਮੈਂ ਸੋਚਿਆ ਵੀ ਮੈਂ ਖਾਲੀ ਹੱਥ ਕਿਵੇਂ ਜਾਵਾਂ। ਮਹਾਂਪੁਰਸ਼ਾਂ ਕੋਲ ਤਾਂ ਹੱਥ ਖਾਲੀ ਨਹੀਂ ਜਾਈਦਾ, ਪੈਸਾ ਮੇਰੇ ਘਰ 'ਚ ਕੋਈ ਨਹੀਂ ਹੈਗਾ ਜਿਹੜਾ ਮੈਂ ਪੈਸੇ ਚੱਕ ਲਿਆਉਂਦਾ ਜਾਂ ਹੋਰ ਕੁਝ, ਕਿਉਂਕਿ ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਇੱਕ ਹੋਰ ਵੀ ਰੂਲ ਸੀਗਾ, ਮਹਾਰਾਜ ਜਿਹੜੇ ਹਨ ਕਿਤੇ ਵੀ ਪੈਸਾ ਜਾਂ ਨਗਦ ਜਾਂ ਕੈਸ਼ ਮਹਾਰਾਜ ਕਿਤੇ ਨਹੀਂ ਐਕਸੈਪਟ ਕਰਦੇ ਸਨ।
ਤੋ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਤੇ ਵੀ ਕਿਸੇ ਨੇ ਨਗਦ ਕੈਸ਼ ਪੈਸਾ ਨਹੀਂ ਚੜਾਉਂਦੇ ਸਨ। ਉਸ ਵੇਲੇ ਪਦਾਰਥ ਹੀ ਲੈ ਕੇ ਆਉਂਦੇ ਸਨ ਜਿਹੜੇ ਲੰਗਰਾਂ ਵਿੱਚ ਵਰਤੇ ਜਾਣ। ਇਸ ਕਰਕੇ ਕਹਿੰਦਾ ਮੈਂ ਸੋਚਿਆ ਵੀ ਮੈਂ ਕੀ ਲੈ ਕੇ ਆਵਾਂ ਹੁਣ, ਆਵਨ ਲਗੇ ਨਾ ਸੁਧ ਕਿਸ ਦੀਨੀ। ਸੋ ਇਸ ਕਰਕੇ ਮੈਂ ਚੁੱਪ ਕਰਕੇ ਮੱਖਣ ਚੱਕ ਲਿਆ ਤੇ ਮਾਤਾ ਪਿਤਾ ਹਜੇ ਸੁੱਤੇ ਪਏ ਸੀ, ਮੈਂ ਉਹਨਾਂ ਨੂੰ ਸੁੱਤੇ ਹੀ ਛੱਡ ਕੇ ਆ ਗਿਆ। ਦੋਹਰਾ ਭੋ ਬਾਲਕ ਪਿਤ ਮਾਤ ਤੇ ਆਨਿਓ ਕ੍ਰਿਤ ਚੁਰਾਏ। ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਬਾਲਕ ਤੂੰ ਇਹ ਮੱਖਣ ਚੋਰੀ ਕਰਕੇ ਲਿਆਇਆ? ਹਾਂਜੀ, ਆਪਣੇ ਮਾਤਾ ਪਿਤਾ ਨੂੰ ਦੱਸਿਆ ਨਹੀਂ ਸੀ ਤੂੰ? ਹੈਂ, ਕਹਿੰਦੇ ਤੂੰ ਚੋਰੀ ਕਰਕੇ ਚੱਕ ਲਿਆਇਆ, ਉਹਨਾਂ ਤੋਂ ਚੋਰੀ ਕੀਤੀ ਤੂੰ। ਬਾਹਰੋ ਜੇ ਘਰ ਜਾਵਈ ਮਾਰੇ ਤੋਹੇ ਰਸਾਏ। ਕਹਿਣ ਲੱਗੇ ਬਾਲਕ ਜਦੋਂ ਹੁਣ ਤੂੰ ਘਰ ਵਾਪਸ ਜਾਏਗਾ ਤੇਰੇ ਮਾਤਾ ਪਿਤਾ ਨੇ ਪੁੱਛਣਾ ਮੱਖਣ ਕਿੱਥੇ ਆ, ਤਾਂ ਫੇਰ ਤੇਰੀ ਜਿਹੜੀ ਹਨ ਸੇਵਾ ਹੋ ਜਾਣੀ ਹੈ। ਉਹ ਤੈਨੂੰ ਕੁੱਟਣਗੇ, ਮਾਰਨਗੇ, ਗੁੱਸੇ ਹੋਣਗੇ ਤੈਨੂੰ ਵੀ ਉਹ ਮੱਖਣ ਕਿੱਥੇ ਦੇ ਕੇ ਆਇਆ ਹਾਂ, ਕਿਉਂਕਿ ਮੱਖਣ ਇੱਕ ਬਹੁਤ ਜਿਹੜੀ ਕੀਮਤੀ ਸ਼ੈ ਮੰਨੀ ਜਾਂਦੀ ਸੀ ਨਾ ਉਸ ਵੇਲੇ। ਤੇ ਕਹਿੰਦੇ ਵੀ ਉਹ ਜੇ ਤੂੰ ਛੱਡ ਕੇ ਆਇਆ ਹੁਣ, ਕਿਉਂਕਿ ਐਫਰਟ ਬਹੁਤ ਲੱਗਦਾ ਸੀ ਨਾ ਮੱਖਣ ਦਾ, ਤੇ ਦੂਸਰਾ ਕਾਫੀ ਦੁੱਧ ਤੇ ਜਿਹੜਾ ਹਨ ਕਾਫੀ ਮਲਾਈ ਇਕੱਠੀ ਕਰਨੀ ਪੈਂਦੀ ਸੀ, ਬਹੁਤ ਇਹਦਾ ਕੰਮ ਹੈ। ਦੂਸਰੀ ਗੱਲ ਹੈ ਜਿਹੜੇ ਗਰੀਬ ਸਿੱਖ ਸਨ ਜਾਂ ਉਸ ਵੇਲੇ ਜਿਨ੍ਹਾਂ ਦੇ ਘਰ 'ਚ ਬਹੁਤੀ ਮਾਇਆ ਨਹੀਂ ਹੁੰਦੀ ਸੀ, ਉਹਨਾਂ ਵਾਸਤੇ ਤਾਂ ਬਹੁਤ ਮਹਿੰਗੀ ਚੀਜ਼ ਸੀ ਮੱਖਣ। ਸੋ ਇਸ ਕਰਕੇ ਕਹਿੰਦੇ ਤੈਨੂੰ ਤਾਂ ਬਹੁਤ ਗੁੱਸੇ ਹੋਣਗੇ ਘਰ ਗਿਆ। ਚੌਪੇ ਇਹ ਮਾਖਣ ਹਮ ਲੈ ਵਹਿ ਨਾਹੀ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਾਖਣ ਮੈਂ ਨਹੀਂ ਲੈਣਾ ਹੁਣ, ਬਾਲਕ ਇਹ ਮਾਖਣ ਮੈਂ ਕਬੂਲ ਨਹੀਂ ਕਰ ਸਕਦਾ। ਕਮਨ ਹੋਲੇ ਆਪਣੇ ਘਰ ਮਾਹੀ। ਕਹਿਣਗੇ ਬਾਲਕ ਤੂੰ ਆਏਂ ਕਰ, ਇਹ ਜਿਹੜਾ ਭਾਂਡਾ ਮੱਖਣ ਦਾ ਚੁੱਕ ਕੇ ਨਾ ਤੂੰ ਵਾਪਸ ਆਪਣੇ ਘਰ ਨੂੰ ਲੈ ਜਾ। ਪਹੁੰਚਿਓ ਹਮਕੋ ਤੈਂ ਜੋ ਲਿਆਏ। ਦੇਖ ਬਾਲਕ ਤੂੰ ਮੈਨੂੰ ਲਿਆ ਕੇ ਭੇਟਾ ਦੇਤੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਲਿਆ ਕੇ ਸਾਨੂੰ ਦਿੱਤੀ ਹੈ ਤੇ ਅਸੀਂ ਕਬੂਲ ਕਰ ਲਈ। ਵੈ ਪ੍ਰਸੰਨ ਦੇਖਿਓ ਔਰ ਭਾਏ। ਦੇਖੋ ਮੈਂ ਤੇਰਾ ਭਾਓ ਤੇਰਾ ਪ੍ਰੇਮ ਦੇਖ ਕੇ ਮੈਂ ਖੁਸ਼ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਉਂ ਸਮਝ ਕੇ ਮੱਖਣ ਤੂੰ ਮੈਨੂੰ ਦੇ ਦਿੱਤਾ। ਸੁਣ ਕੇ ਬੂੜਾ ਰੋਵਣ ਲੱਗਾ। ਉਸ ਵੇਲੇ ਕੀ ਹੋਇਆ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਤੂੰ ਮੱਖਣ ਵਾਪਸ ਆਪਣੇ ਘਰ ਨੂੰ ਲੈ ਜਾ, ਜੇ ਤੂੰ ਮੈਨੂੰ ਲਿਆ ਕੇ ਚੜਾਤਾ ਤਾਂ ਮੈਂ ਐਕਸੈਪਟ ਕਰ ਲਿਆ, ਇਹ ਮੱਖਣ ਮੇਰੇ ਕੋਲ ਆ ਗਿਆ, ਇਹ ਵੀ ਕੰਮ ਪੂਰਾ ਹੋ ਗਿਆ। ਤੇ ਘਰ ਤੇ ਜਾ ਕੇ ਜਿਹੜੇ ਤੇਰੇ ਕੇ ਮਾਂ-ਬਾਪ ਤੈਨੂੰ ਨਾ ਗੁੱਸੇ ਹੋਣ ਉਹਨਾਂ ਨੂੰ ਜਾ ਕੇ ਵਾਪਸ ਦੇ ਦੇ। ਦੋ ਕਾਰਜ ਹੋ ਜਾਣਗੇ, ਮੱਖਣ ਦਾ ਵੀ ਜਿਹੜਾ ਹੋ ਜਾਏਗਾ, ਭੇਟਾ ਦਾ ਵੀ ਹੋ ਗਿਆ, ਤੇ ਮਾਤਾ ਪਿਤਾ ਗੁੱਸੇ ਵੀ ਨਹੀਂ ਹੋਣਗੇ। ਸੋ ਜਦੋਂ ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਤਾਂ ਉਸ ਵੇਲੇ ਬੂੜਾ ਜਿਹੜਾ ਸੀ ਨਾ ਰੋਣ ਲੱਗ ਪਿਆ, ਉੱਚੀ ਉੱਚੀ ਰੋਇਆ ਜੀ। ਪ੍ਰੇਮ ਬਿਰਹਿ ਔਰ ਅੰਤਰ ਜਾਗਾ। ਪਤਾ ਨਹੀਂ ਕੀ ਗੱਲ ਹੋਈ, ਭਾਈ ਬੁੜੇ ਦੇ ਅੰਦਰ ਪ੍ਰੇਮ ਜਾਗ ਪਿਆ, ਬਹੁਤ ਸਾਰੇ ਪ੍ਰੇਮ ਵਿੱਚ ਆ ਕੇ ਉਹ ਬੜਾ ਰੋਇਆ ਜੀ ਵਿਰਾਗ ਵਿੱਚ। ਮਾਰ ਹੈ ਮਾਤ ਪਿਤਾ ਮੁਝ ਕਬ ਹੀ। ਮਹਾਰਾਜ ਜਿਹੜੇ ਮਾਤਾ ਪਿਤਾ ਹੈ ਨਾ ਮੇਰੇ, ਬੁੜਾ ਜਿਹੜਾ ਰੋਂਦਾ ਹੋਇਆ ਕਹਿ ਰਿਹਾ ਹੈ, ਕਹਿੰਦੇ ਮਾਤਾ ਪਿਤਾ ਤਾਂ ਪਤਾ ਨਹੀਂ ਮੈਨੂੰ ਘਰ ਗਿਆ ਕਿਦੋਂ ਮਾਰਨਗੇ, ਕਿਦੋਂ ਕੁੱਟਣਗੇ, ਕਿਦੋਂ ਗੁੱਸੇ ਹੋਣਗੇ, ਉਹ ਤਾਂ ਟਾਈਮ ਲੱਗੇਗਾ ਹਜੇ ਮੇਰੇ ਘਰ ਪਹੁੰਚਣ ਤੱਕ ਹੀ ਮੈਨੂੰ ਗੁੱਸੇ ਹੋਣਗੇ ਨਾ। ਤੁਮ ਮਾਰਤ ਹੋ ਮੋਕੋ ਅਬ ਹੀ। ਮਹਾਰਾਜ ਤੁਸੀਂ ਤਾਂ ਮੈਨੂੰ ਹੁਣੇ ਮਾਰਤਾ, ਉਹਨਾਂ ਨੇ ਤਾਂ ਮੈਨੂੰ ਬਾਅਦ ਵਿੱਚ ਮਾਰਨਗੇ ਜਿਹੜੇ ਮਾਰਨਗੇ, ਪਰ ਤੁਸੀਂ ਤਾਂ ਮੈਨੂੰ ਇਸੇ ਵਕਤੇ ਮਾਰਤਾ। ਤੁਸੀਂ ਤਾਂ ਇਸ ਵਕਤੇ ਮੈਨੂੰ ਜਿਹੜਾ ਹਨ ਮੇਰੇ ਹਿਰਦੇ ਵਿੱਚ ਛੁਰੀ ਖਬੋ ਦਿੱਤੀ ਹੈ। ਸਿਰੇ ਗੁਰ ਭਨੈ ਕੁਵਾਕ ਨਾ ਕਹਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਬਾਲਕ ਤੂੰ ਇਹ ਜਿਹੀਆਂ ਪੁੱਠੀਆਂ ਗੱਲਾਂ ਕਿਉਂ ਕਰਦਾ? ਕੁਵਾਕ ਭੈੜੇ ਵਾਕ ਮਾੜੀ ਗੱਲ ਤੂੰ ਕਿਉਂ ਕਰਦਾ? ਹਾਂ ਹਮਨੇ ਤੋਰ ਭਲਾ ਹੀ ਚਾਹਿਓ। ਮਹਾਰਾਜ ਕਹਿੰਦੇ ਮੈਂ ਤਾਂ ਤੇਰਾ ਭਲਾ ਚਾਹਿਆ ਵੀ ਤੈਨੂੰ ਗੁੱਸੇ ਨਹੀਂ ਹੋਣਗੇ, ਤਾਂ ਮੈਂ ਤੈਨੂੰ ਇਹ ਸਕੀਮ ਦੱਸੀ ਹੈ ਵੀ ਤੂੰ ਚੜਾਤਾ, ਮੈਂ ਐਕਸੈਪਟ ਕਰ ਲਿਆ, ਤੂੰ ਵਾਪਸ ਲੈ ਜਾ। ਤੇ ਫਿਰ ਕੌਣ ਮਾਰ ਕੀਨੀ ਤੁਝ ਤਾਈ। ਕਹਿਣਗੇ ਕਿਹਨੇ ਤੈਨੂੰ ਮਾਰ ਕੀਤੀ ਹੈ? ਜਦ ਤੂੰ ਕਹਿੰਦਾ ਵੀ ਹੁਣੇ ਤੈਨੂੰ ਮਾਰਿਆ ਹੈ, ਕਿਹਨੇ ਮਾਰ ਕੀਤੀ ਹੈ? ਜਾਤੇ ਰੁਦਨ ਕਰੈ ਬਿਲ ਲਾਈ। ਜਿਹਦੇ ਕਰਕੇ ਤੂੰ ਇੰਨਾ ਰੋ ਰਿਹਾ ਹਾਂ। ਸੁਨੋ ਪ੍ਰਭੂ ਜਸ ਮਾਰਿਓ ਮੋਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਭਾਈ ਬੁੜਾ ਕਹਿੰਦਾ ਸੁਣੋ ਪ੍ਰਭ, ਕਹਿੰਦੇ ਹੇ ਪ੍ਰਭੂ ਜੀ ਸੁਣ, ਜਿਸ ਤਰ੍ਹਾਂ ਤੁਸੀਂ ਮਾਰਿਆ ਹੈ ਮੈਨੂੰ ਹੁਣ, ਇਸ ਤੇ ਵੱਡੀ ਮਾਰ ਨਹਿ ਹੋਹੀ। ਇਸ ਤੋਂ ਵੱਡੀ ਮਾਰ ਕਿਹੜੀ ਹੋ ਸਕਦੀ ਹੈ ਸਤਿਗੁਰੂ ਜੀ? ਮਾਰਿਓ ਦੀਪਕ ਦਿਪਤ ਪ੍ਰਕਾਸ਼ਾ। ਦੇਖੋ ਕਹਿੰਦੇ ਜਦੋਂ ਕਹਿੰਦੇ ਇੱਕ ਜਿਹੜਾ ਹਨ ਦੀਵਾ ਜਗਣ ਲੱਗਿਆ ਹੋਵੇ, ਦੀਵਾ ਜਗਦਾ ਹੋਵੇ, ਦੀਪਤ ਪ੍ਰਕਾਸ਼ਾ ਜਾਗ ਕੇ ਉਹ ਪ੍ਰਕਾਸ਼ ਕਰਦਾ ਹੋਵੇ ਆਲੇ ਦੁਆਲੇ, ਪੁੰਨ ਬੁਝਾਏ ਕਹਿ ਕਰੋ ਨਿਰਾਸ਼ਾ। ਤੇ ਫਿਰ ਉਹਨੂੰ ਜਿਹੜਾ ਹੈ ਉਸੇ ਵੇਲੇ ਉਹ ਦੀਵੇ ਨੂੰ ਬੁਝਾ ਦੋ। ਫਿਰ ਤਾਂ ਦੀਵਾ ਵਿਚਾਰਾ ਨਿਰਾਸ਼ੇ ਹੋ ਗਿਆ ਨਾ, ਵਿਚਾਰਾ ਚੰਗਾ ਚਾਨਣ ਕਰ ਰਿਹਾ ਸੀ, ਸਡਨਲੀ ਜਿਹੜਾ ਉਹਨੂੰ ਆਫ ਕਰਤਾ, ਬੰਦ ਕਰ ਦਿੱਤਾ। ਮੈਂ ਉਚਿਤ ਅਧਿਕਾਏ ਜਰਾਵੋ। ਮਹਾਰਾਜ ਤੁਹਾਨੂੰ ਤਾਂ ਚਾਹੀਦਾ ਸੀ। ਉਹ ਬਾਲਕ ਦੇਖੋ ਬਾਬਾ ਭਾਈ ਬੁੜਾ ਜੀ ਕੀ ਕਹਿੰਦੇ ਨੇ, ਕਹਿੰਦੇ ਤੁਹਾਡੇ ਵਾਸਤੇ ਤਾਂ ਇਹ ਚੰਗਾ ਸੀ ਕਿ ਉਹ ਦੀਵੇ ਨੂੰ ਹੋਰ ਜਗਾਓ,
ਉਹਦਾ ਚਾਨਣ ਵਧਾਓ, ਹੋਰ ਉਹਦੇ ਵਿੱਚ ਜਿਹੜੀਆਂ ਬੱਤੀਆਂ ਲਾਓ ਜਿਹਦੇ ਕਰਕੇ ਉਹਦਾ ਚਾਨਣ ਜ਼ਿਆਦਾ ਹੋਵੇ। ਪਾਏ ਸਨੇਹ ਗੁਣ ਹੈ ਉਕਸਾਵੋ, ਇਸ ਕਰਕੇ ਜਿਹੜਾ ਉਹਦੇ ਵਿੱਚ ਤੇਲ ਪਾਓ, ਹੋਰ ਵੱਡੀ ਜਿਹੜੀ ਹਨ ਮਟਕੀ ਰੱਖੋ ਉੱਥੇ ਤੇਲ ਦੀ ਭਰੀ। ਦੂਸਰਾ ਉਹਦੀ ਬੱਤੀ ਨੂੰ ਹੋਰ ਵਧਾਓ, ਹੋਰ ਮੋਟੀ ਕਰੋ। ਤੁਮਕੋ ਟਾਰ ਵਸਤ ਦਿਖਰਾਵੋ, ਮਹਾਰਾਜ ਤੁਮਕੋ ਟਾਰ ਵਸਤ ਦਿਖਰਾਵੋ, ਤੁਮਕੋ ਕਹਿਣਗੇ ਵੀ ਹਨੇਰੇ ਨੂੰ ਟਾਲ ਕੇ ਹਰ ਇੱਕ ਵਸਤੂ ਦਿਸਣ ਲੱਗ ਪਵੇ, ਵੀ ਇੰਨਾ ਚਾਨਣ ਹੋ ਜਾਵੇ ਜਿਹਦੇ ਚਾਨਣ ਵਿੱਚ ਕੋਈ ਹਨੇਰੇ ਦਾ ਗੁੰਜਾਇਸ਼ ਨਾ ਰਹਿ ਜਾਵੇ ਤੇ ਕੋਈ ਵੀ ਹਨੇਰਾ ਨਾ ਰਹਿ ਜਾਵੇ ਤੇ ਕੋਈ ਵੀ ਚੀਜ਼ ਲੁਕੀ ਨਾ ਰਹਿ ਜਾਵੇ। ਪੂਰ ਆਸ ਅਸ ਕਸ਼ਟ ਮਿਟਾਵੋ, ਮਹਾਰਾਜ ਮੇਰੀ ਆਸਾ ਇਸ ਤਰ੍ਹਾਂ ਦੀ ਤੁਸੀਂ ਪੂਰੀ ਕਰੋ ਕਿ ਇਹ ਕਸ਼ਟ ਨੂੰ ਮਿਟਾ ਦਿਓ। ਚਾਹੀਦਾ ਤਾਂ ਇਸ ਤਰ੍ਹਾਂ ਕਰਨਾ ਸੀ ਤੁਹਾਨੂੰ ਗੁਰੂ ਸਾਹਿਬ ਜੀ। ਸੋਰਠਾ ਮੁਸਕਾਨੇ ਗੁਣ ਖਾਨ ਬਾਣੀ ਤੇ ਸੋ ਪੁਨ ਭਨੀ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਉਣ ਲੱਗ ਪਏ। ਮਹਾਰਾਜ ਨੇ ਸਮਾਈਲ ਕੀਤਾ, ਮਹਾਰਾਜ ਨੇ ਹੱਸਦਿਆਂ ਹੋਇਆਂ ਗੁਣਾ ਦੇ ਖਾਨ ਪਾਤਸ਼ਾਹ ਜੀ ਨੇ ਇਹ ਬਾਣੀ ਇਹ ਬਚਨ ਕਹੇ, ਬੁੱਢੇ ਵੱਡੇ ਸਮਾਨ ਬਾਤੈਂ ਤੂੰ ਮੁਖ ਤੇ ਕਹੈ। ਕਹਿਣ ਲੱਗੇ ਤੂੰ ਬੂੜਾ ਨਹੀਂ, ਤੂੰ ਤਾਂ ਬੁੱਢਾ ਹਾਂ। ਕਹਿੰਦੇ ਬੁੱਢਿਆਂ ਵਰਗੀਆਂ ਵੱਡੀਆਂ ਵੱਡੀਆਂ ਸਮਾਨ ਬੁੱਢੇ ਵਰਗੀਆਂ ਗੱਲਾਂ ਤੂੰ ਕਰਦਾ ਹਾਂ। ਤੇਰੀਆਂ ਗੱਲਾਂ ਤੋਂ ਤਾਂ ਐਂ ਲੱਗਦਾ ਜਿਵੇਂ ਪਤਾ ਨਹੀਂ ਕਿੰਨਾ ਕੁ ਬੁੱਢਾ ਕੋਈ ਬੰਦਾ ਬੋਲਦਾ ਹੁੰਦਾ ਹੈ। ਤੇਰੀ ਉਮਰ ਨੂੰ ਦੇਖ ਕੇ ਨਹੀਂ ਲੱਗਦਾ ਵੀ ਜਿਹੜੀਆਂ ਗੱਲਾਂ ਤੇਰੀ ਉਮਰ ਦੇ ਨਾਲ ਸੂਟ ਕਰਦੀਆਂ ਨੇ। ਕਹਿੰਦੇ ਤੂੰ ਤਾਂ ਜਿਹੜਾ ਹੈ ਤੇਰੀਆਂ ਗੱਲਾਂ ਤਾਂ ਬੁੱਢਿਆਂ ਵਾਲੀਆਂ ਹਨ, ਇਸ ਕਰਕੇ ਬੂੜੇ ਤੋਂ ਨਾਮ ਬੁੱਢਾ ਪੈ ਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬੁੱਢਾ ਕਹਿਤਾ। ਕਹਿੰਦੇ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ ਹਨ। ਤਬ ਹੀ ਤੇ ਇਹ ਨਾਮ ਭਾਈ ਬੁੱਢਾ ਕਹਿਤ ਹੈ। ਭਾਈ ਬਾਲਾ ਜੀ ਕਹਿੰਦੇ ਇਸੇ ਪ੍ਰਕਾਰ ਕਰਕੇ ਉਸ ਦਿਨ ਤੋਂ ਬੂੜੇ ਤੋਂ ਬੁੱਢਾ ਬਣ ਗਿਆ। ਇਸ ਕਰਕੇ ਅੱਜ ਤੱਕ ਵੀ ਜਿਹੜਾ ਹਨ ਬਾਬਾ ਬੁੱਢਾ ਜੀ ਨਾਲ ਆਪਾਂ ਜਿਹੜਾ ਹਨ ਨਾਮ ਲੈ ਕੇ ਸਤਿਕਾਰਦੇ ਹਾਂ। ਸਰਨ ਗਹਿਓ ਸੁਖ ਧਾਮ ਕਰੁਣਾ ਕੀਨੀ ਜਗਤ ਗੁਰ, ਦੇਖੋ ਸਰਨ ਗਹਿਓ ਜਿਨ੍ਹਾਂ ਨੇ ਆ ਕੇ ਸ਼ਰਨ ਗਹਿ ਲਈ, ਪਕੜ ਲਈ ਗੁਰੂ ਸਾਹਿਬ ਦੀ, ਜੋ ਸੁੱਖਾਂ ਦੇ ਘਰ ਹਨ ਉਹਨਾਂ ਦੀ ਕਿਰਪਾ ਹੋਈ, ਬੂੜਾ ਤੋਂ ਬੁੱਢਾ ਬਣ ਗਿਆ। ਚੌਪੇ ਹੈ ਸਿਸ ਕਰਕੇ ਭਾਉਨ ਭਾਰੀ, ਹੇ ਸਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੇ ਬੱਚੇ ਕਰਕੇ ਭੌਣ ਭਾਰੀ, ਕਹਿੰਦੇ ਬੜੀ ਭਾਵਨੀ ਬੜਾ ਪ੍ਰੇਮ ਲੈ ਕੇ ਆਇਆ ਹਾਂ। ਬੰਧਨ ਕਰ ਕਰਤਾਰ ਅਗਾਰੀ, ਚੱਲ ਬੱਚੇ ਕਹਿੰਦੇ ਹੁਣ ਤੋਂ ਕਰਤਾਰ ਪਰਮੇਸ਼ਰ ਅੱਗੇ ਜਿਹੜਾ ਹਨ ਆਪਣੀ ਬੰਧਨ ਕਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਜਿਨ੍ਹਾਂ ਤੇ ਬਹੁਤ ਕਿਰਪਾ ਕਰਦੇ ਹਨ ਉਹਨਾਂ ਨੂੰ ਇਹੀ ਬਚਨ ਕਰਿਆ ਕਰਦੇ ਹਨ, ਬੰਧਨ ਕਰ ਕਰਤਾਰ ਅਗਾਰੀ, ਕਿ ਤੂੰ ਅੱਜ ਸਾਡੇ ਨਿਜ ਸਰੂਪ ਨੂੰ ਜਾਣ ਕੇ ਤੂੰ ਹੁਣ ਮੱਥਾ ਟੇਕ। ਤੇਰੀ ਨਿਗਾਹ ਜਿਹੜੀ ਹੈ ਅੱਜ ਦੁਨੀਆ ਦੀ ਨਿਗਾਹ ਨਾਲੋਂ ਉੱਚੀ ਹੋ ਜਾਣੀ ਹੈ। ਅੱਜ ਤੂੰ ਜਿਹੜਾ ਹਨ ਆਤਮਾ ਸਰੂਪ ਪਰਮੇਸ਼ਰ ਨੂੰ ਦੇਖੇਂਗਾ। ਤੂੰ ਅੱਜ ਉਹ ਸਰੂਪ ਦੇਖੇਂਗਾ ਜੋ ਪੰਜ ਭੂਤਕ, ਜੋ ਪੰਜ ਜਿਹੜੀਆਂ ਹਨ ਐਲੀਮੈਂਟਸ ਤੋਂ ਪਰੇ, ਉਹ ਸਰੂਪ ਪਰਮਾਤਮਾ ਦਾ ਜਾਣ ਕੇ ਤੂੰ ਮੱਥਾ ਟੇਕ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਭਾਈ ਬੁੜੇ ਤੇ ਕੀਤੀ। ਪੂਰਨ ਹੋਵੇ ਔਰ ਕੀ ਆਸਾ, ਕਹਿਣਗੇ ਪੂਰਨ ਹੋਵੇ ਤੇਰੀ ਸਾਰੀ ਮਨ ਦੀ ਆਸਾ ਪੂਰੀ ਹੋ ਜਾਏਗੀ। ਪ੍ਰਾਪਤ ਭਲੋ ਗਿਆਨ ਸੁਖ ਰਾਸਾ, ਤੇ ਤੈਨੂੰ ਪ੍ਰਾਪਤ ਹੋਵੇਗਾ ਗਿਆਨ ਜੋ ਸੁਖ ਦੇਣ ਵਾਲਾ ਹੈ, ਸੁੱਖਾਂ ਦੀ ਰਾਸ, ਸੁੱਖਾਂ ਦਾ ਜਿਹੜਾ ਹੈ ਉਹ ਜੜ ਹੈ, ਉਹ ਤੈਨੂੰ ਪ੍ਰਾਪਤ ਹੋਵੇਗੀ। ਸੁਣ ਕੇ ਦੁਆ ਕਰ ਜੋਰਨ ਕੀਨੇ, ਸੁਣ ਕਰਕੇ ਦੋਨੋਂ ਹੱਥ ਜੋੜ ਲਏ ਭਾਈ ਬੂੜਾ ਜੀ ਨੇ। ਬੰਦੇ ਪੰਕਜ ਪਾਏ ਪ੍ਰਬੀਨੇ, ਮਹਾਰਾਜ ਦੇ ਚਰਨਾਂ ਕਮਲਾਂ ਦੇ ਉੱਤੇ ਉਹਨਾਂ ਨੇ ਆਪਣਾ ਮੱਥਾ ਟਿਕਾਇਆ। ਇਹ ਸਿਆਣੇ ਭਾਈ ਬੂੜੇ ਨੇ ਅੱਜ ਬੜਾ ਹੀ ਪਿਆਰ ਨਾਲ ਸਤਿਗੁਰਾਂ ਨੂੰ ਮੱਥਾ ਟੇਕਿਆ, ਆਪਾ ਸਮਰਪਣ ਕਰ ਦਿੱਤਾ, ਟੋਟਲੀ ਸਰੈਂਡਰ ਹੋ ਗਿਆ। ਅੱਜ ਭਇਓ ਗਿਆਨ ਤੇ ਛਿਨ ਸੁਖ ਰਾਸੀ, ਬਸ ਹੋਰ ਕੀ ਸੀ, ਕਹਿੰਦੇ ਭਇਓ ਗਿਆਨ, ਗਿਆਨ ਹੋ ਗਿਆ ਭਾਈ ਬੁੱਢਾ ਜੀ ਨੂੰ। ਹੁਣ ਗਿਆਨ ਐਸਾ ਹੋਇਆ ਤੇ ਛਿਨ ਸੁਖ ਰਾਸੀ, ਸੁੱਖਾਂ ਦੇ ਰਾਜ ਦੇ ਚਰਨਾਂ ਨੂੰ ਲੱਗਿਆ, ਐਸਾ ਗਿਆਨ ਉਹਨਾਂ ਨੂੰ ਪ੍ਰਾਪਤ ਹੋਇਆ। ਇਹੀ ਬਾਬਾ ਬੁੱਢਾ ਜੀ ਹੋ ਕੇ 125 ਸਾਲ ਦੀ ਉਮਰ ਤੱਕ ਰਹੇ, ਜਿਨ੍ਹਾਂ ਨੇ ਕਿੰਨੇ ਹੀ ਗੁਰੂ ਸਾਹਿਬਾਨ ਨੂੰ ਜਿਹੜਾ ਹਨ 6 ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਤਿਲਕ ਵੀ ਲਾਇਆ। 8 ਗੁਰੂ ਸਾਹਿਬਾਨ ਦੇ ਤਾਂ ਪ੍ਰਤੱਖ ਇਹਨਾਂ ਨੇ ਦਰਸ਼ਨ ਵੀ ਕੀਤੇ ਹਨ। ਗੁਰੂ ਮਹਾਰਾਜ ਦੇਖੋ ਐਸੇ ਹਨ ਜਿਨ੍ਹਾਂ ਨੇ ਜਿਹੜਾ ਹੈ ਆਪਣੇ ਜੀਵਨ ਕਾਲ ਦੇ ਵਿੱਚ ਦੇਖੋ ਜਿਹੜਾ ਹੈ ਗੁਰੂ ਮਹਾਰਾਜ ਸਤਕਾਰ ਦੇ ਰਹੇ ਨੇ, ਤੇ ਇਹੀ ਬਾਬਾ ਬੁੱਢਾ ਜੀ ਹਨ ਜਿਨ੍ਹਾਂ ਦੇ ਚਰਨਾਂ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਆਪ ਮੱਥਾ ਟੇਕਿਆ ਕਰਦੇ ਸਨ, ਇਹਨਾਂ ਦੀ ਆਗਿਆ ਵਿੱਚ ਰਿਹਾ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਹਨ ਜੋ ਸ਼ਾਸਤਰ ਵਿਦਿਆ ਹੈ, ਜੋ ਜਿਹੜੇ ਹਨ ਗੁਰਮਤਿ ਵਿਦਿਆ ਹੈ, ਉਹ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਹੈ। ਦੇਖੋ ਐਸੇ ਵਡਭਾਗੀ ਤੇ ਐਸੇ ਜਿਹੜੇ ਸਤਿਕਾਰਯੋਗ ਨੇ, ਜਿੱਦਣ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਹਨ ਵਰ ਦੇਣਾ ਸੀ ਜਿਹੜਾ ਹਨ ਮਾਤਾ ਗੰਗਾ ਜੀ ਨੂੰ, ਉਸ ਵੇਲੇ ਵੀ ਬਾਬਾ ਬੁੱਢਾ ਜੀ ਕੋਲੇ ਭੇਜਿਆ। ਦੇਖੋ ਐਸਾ ਇਹ ਬੂੜਾ ਜੀ
ਜਿਹੜੇ ਕਿ ਬੱਕਰੀਆਂ ਚਾਰਦਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਦਰ ਐਸਾ ਦੀਵਾ ਜਗਾਇਆ ਤੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਕਰਕੇ ਪ੍ਰਗਟ ਕਰ ਦਿੱਤਾ। ਐਸਾ ਜਿਹੜਾ ਹੈ ਦੇਖੋ ਕਿਰਪਾ ਹੈ ਸਤਿਗੁਰਾਂ ਦੀ, ਜਿਨ੍ਹਾਂ ਤੇ ਮਹਾਰਾਜ ਆਪ ਕਰਦੇ ਹਨ। ਸਤਿਗੁਰੂ ਜੀ ਐਸੇ ਕਿਰਪਾਲੂ ਹਨ। ਸਗਰੇ ਉਰਤੇ ਦ્વੈਤ ਬਿਨਾਸੀ, ਸਾਰੀ ਜਿਹੜੀ ਹਨ ਦ્વੈਤ ਅੰਦਰੋਂ ਮੁੱਕ ਗਈ, ਡਾਊਟ ਮੁੱਕ ਗਿਆ ਬਾਬਾ ਬੁੱਢਾ ਜੀ ਦਾ। ਕਿਰਪਾ ਨਿਧਾਨ ਬਹੁਰ ਬਚ ਕਹੇ, ਸੋ ਉਸ ਵੇਲੇ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਸਵਾ ਜਾਮ ਜਾਮਨ ਜਬ ਰਹੇ, ਕਹਿਣਗੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਅੱਜ ਤੋਂ ਬਾਅਦ ਸਵਾ ਜਾਮ, ਜਦੋਂ 3 hours and 45 minutes ਸਨਰਾਈਜ਼ ਤੋਂ ਪਹਿਲਾਂ ਪਹਿਲਾਂ ਤੂੰ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਣਾ ਹੈ। ਤੇ ਉੱਠ ਤਬ ਹੀ ਕਰੋ ਸਨਾਨਾ, ਕਹਿਣਗੇ ਇਸ਼ਨਾਨ ਕਰਨਾ ਤੂੰ ਉੱਠ ਕਰਕੇ ਹਰ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸਿਮਰੋ ਨਾਮ ਮਾਨ ਮਨ ਭਾਨਾ, ਤੇ ਸਿਮਰੋ ਨਾਮ, ਨਾਮ ਦਾ ਸਿਮਰਨ ਤੂੰ ਕਰਨਾ ਹੈ। ਆਪਣੇ ਮਨ ਨੂੰ ਮਾਨ, ਜਿਹੜਾ ਹਨ ਮਨ ਵਿੱਚ ਪਰਮੇਸ਼ਰ ਨੂੰ ਮੰਨ ਕੇ, ਪਰਮੇਸ਼ਰ ਨੂੰ ਸਾਖਸ਼ਾਤ ਕਰਕੇ ਤੂੰ ਨਾਮ ਨੂੰ ਜਪਣਾ ਹੈ। ਬਾਬਾ ਬੁੱਢਾ ਜੀ ਨੇ ਇਹੀ ਜਿਹੜੀ ਹੈ ਸਤਿਗੁਰਾਂ ਦਾ ਦਿੱਤਾ ਹੋਇਆ ਉਪਦੇਸ਼ ਅਖੀਰ ਤੱਕ ਜਿਹੜਾ ਹਨ ਬਾਬਾ ਬੁੱਢਾ ਜੀ ਨੇ ਕਮਾਇਆ। ਤੇ ਭਾਵੇਂ ਸਿੱਖਾਂ ਨੇ ਇੱਕ ਵਾਰ ਪੁੱਛਿਆ ਸੀ ਵੀ ਬਾਬਾ ਬੁੱਢਾ ਜੀ ਨੂੰ, ਬਾਬਾ ਬੁੱਢਾ ਜੀ ਤੁਸੀਂ ਬਹੁਤ ਬੁੱਢੇ ਹੋ ਗਏ ਹੋ, ਤੁਰਿਆ ਨਹੀਂ ਜਾਂਦਾ, ਤੁਸੀਂ ਫੇਰ ਵੀ ਜਿਹੜਾ ਅੰਮ੍ਰਿਤ ਵੇਲੇ ਉੱਠਦੇ ਹੋ, ਇਸ਼ਨਾਨ ਜਾ ਕੇ ਕਰਦੇ ਹੋ। ਤੇ ਜਿਸ ਦਿਨ ਬਾਬਾ ਬੁੱਢਾ ਜੀ ਨੇ ਸਰੀਰ ਛੱਡਣਾ ਸੀ ਨਾ, ਉਸ ਦਿਨ ਵੀ ਉੱਠ ਕੇ ਜਿਹੜਾ ਹੈ ਉਸੇ ਵੇਲੇ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕੀਤਾ। ਬਾਬਾ ਬੁੱਢਾ ਜੀ ਨੇ ਇਹ ਸਾਰੀ ਉਮਰ ਕਮਾਇਆ। ਸਿੱਖਾਂ ਨੇ ਪੁੱਛਿਆ ਕਿ ਤੁਹਾਡੇ ਤਾਂ ਚਰਨਾਂ ਤੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਮੱਥਾ ਟੇਕਦੇ ਨੇ, ਇੰਨਾ ਸਤਿਕਾਰ ਤੁਹਾਡਾ ਕਰਦੇ, ਤੁਹਾਨੂੰ ਕੀ ਲੋੜ ਹੈ ਇਹ ਜਿਹੜਾ ਅੰਮ੍ਰਿਤ ਵੇਲੇ ਉੱਠਣ ਦੀ, ਆਪਣੇ ਸਰੀਰ ਨੂੰ ਜਿਹੜਾ ਇੰਨਾ ਜਿਹੜਾ ਹੈ ਖੇਚਲ ਦੇਣ ਦੀ? ਤੁਹਾਡੇ ਸਾਹਮਣੇ ਤਾਂ ਗੁਰੂ ਨਾਨਕ ਪ੍ਰਗਟ ਰੂਪ ਵਿੱਚ ਹਨ। ਤਾਂ ਬਾਬਾ ਬੁੱਢਾ ਜੀ ਨੇ ਕਿਹਾ ਨਹੀਂ, ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਬਚਨ ਕੀਤਾ ਸੀ। ਕਹਿੰਦੇ ਉਹਦਾ ਬਚਨ ਜਿਹੜਾ ਹੈ, ਕਿਉਂਕਿ ਬਚਨ ਤਾਂ ਬਚਨ ਹੀ ਹੁੰਦਾ ਹੈ ਨਾ, ਕਹਿੰਦੇ ਜੀ ਭਾਵੇਂ ਆਪਾਂ ਬੁੱਢੇ ਵੀ ਹੋ ਜਾਈਏ, ਆਪਣਾ ਗੁਰੂ ਤਾਂ ਵੱਡਾ ਹੀ ਹੁੰਦਾ ਹੈ ਨਾ। ਜੋ ਗੁਰੂ ਨੇ ਕਿਹਾ ਉਹੀ ਸਾਡਾ ਕੰਮ ਹੈ ਕਮਾਉਣਾ। ਗੁਰੂ ਮਹਾਰਾਜ ਦਾ ਹੁਕਮ ਨਹੀਂ ਕਿਤੇ ਮੋੜਨਾ ਚਾਹੀਦਾ। ਹਾਥ ਜੋਰ ਸਿਸ ਬਚਨ ਬਖਾਨਾ, ਉਸ ਵੇਲੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਅਬ ਲੋ ਰਾਖਿਓ ਉਚਿਤ ਸਨਾਨਾ। ਕਹਿਣਗੇ ਅਜੇ ਨਾ ਜਿਹੜਾ ਹੈ ਨਾ, ਬਾਬਾ ਬੁੱਢਾ ਜੀ ਨੇ ਉਸ ਵੇਲੇ ਬੜਾ ਸੋਹਣਾ ਕਿਹਾ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਹੁਣ ਜਿਹੜਾ ਇਸ਼ਨਾਨ ਕਰਿਆ ਕਰ, ਬਾਬਾ ਬੁੱਢਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ, ਹਜੇ ਮੈਨੂੰ ਇਸ਼ਨਾਨ ਕਰਨ ਜੋਗਾ ਛੱਡਿਆ ਤੁਸੀਂ? ਹਾਂਜੀ, ਅੰਦਰੋਂ ਸਾਰਾ ਹੀ ਪਵਿੱਤਰ ਕਰਤਾ, ਜਨਮਾਂ ਜਨਮਾਂਤਰ ਦੀ ਮੈਲ ਲਾ ਦਿੱਤੀ, ਤੁਸੀਂ ਛੱਡਿਆ ਹਜੇ ਕੋਈ ਇਸ਼ਨਾਨ ਕਰਨ ਨੂੰ? ਕੋਈ ਬਾਕੀ ਕੁਛ ਜਿਹੜਾ ਕੁਝ ਰਹਿ ਗਿਆ ਹੋਵੇ ਜਿਹੜਾ ਮੈਂ ਇਸ਼ਨਾਨ ਕਰਕੇ ਤਾਰਨਾ, ਹਜੇ ਮੈਲ ਜਿਹੜੀ ਉਤਰਨੀ ਹੈ? ਪਾਤਸ਼ਾਹ ਜੀ ਕੁਝ ਨਹੀਂ ਛੱਡਿਆ ਤੁਸੀਂ ਤਾਂ ਮੈਨੂੰ ਟੋਟਲੀ ਕਲੀਨ ਕਰਤਾ ਜੀ। ਮੈਂ ਮਲ ਨਾਸ ਕਰੀ ਇੱਕ ਬਾਰ, ਮਹਾਰਾਜ ਸਾਰੀ ਤਾਂ ਮੈਲ ਤੁਸੀਂ ਨਾਸ਼ ਕਰਤੀ, ਤੇ ਐਸੀ ਮੈਲ ਨਾਸ਼ ਕੀਤੀ ਜਿਹੜੀ ਮੈਲ ਹੀ ਨਾ ਮੁੜ ਕੇ ਲੱਗੇ। ਹਾਂਜੀ, ਸੋ ਮਹਾਰਾਜ ਤੁਸੀਂ ਛੱਡਿਆ ਹੀ ਨਹੀਂ ਮੈਨੂੰ ਇਸ਼ਨਾਨ ਜੋਗਾ। ਹੁਣ ਰਾਵਰ ਦਰਸ਼ਨ ਪਲ ਬਲਿਹਾਰਾ, ਕਹਿੰਦੇ ਮੈਂ ਤੁਹਾਡੇ ਦਰਸ਼ਨਾਂ ਤੋਂ ਬਲਿਹਾਰੇ ਜਾਣਾ ਹਾਂ। ਬਹੁਰ ਨਾ ਕਬ ਲੱਗ ਹੈ ਮਲ ਲੇਸਾ, ਮਹਾਰਾਜ ਮੇਰੇ ਤਾਂ ਮਨ ਨੂੰ ਕਿਤੇ ਵੀ ਲੇਸ਼ ਵੀ ਨਹੀਂ ਲੱਗਣੀ ਪਾਪਾਂ ਦੀ, ਮੇਰੇ ਮਨ ਤਾਂ ਲੇਸ਼ ਨੇੜੇ ਵੀ ਨਹੀਂ ਲੱਗਣੇ ਵਿਸ਼ੇ ਵਿਕਾਰ, ਕਿਉਂਕਿ ਤੁਸੀਂ ਬਚਨ ਕਰ ਦਿੱਤਾ। ਜਨਮ ਮਰਨ ਕੇ ਮਿਟੇ ਕਲੇਸਾ, ਮੇਰੇ ਤਾਂ ਜਨਮ ਮਰਨ ਦੇ ਕਲੇਸ਼ ਵੀ ਮੇਟ ਦਿੱਤੇ ਸਤਿਗੁਰੂ ਜੀ ਤੁਸੀਂ। ਪਾਇਓ ਨਿਰਮਲ ਸਹਿਜ ਸਰੂਪ, ਮੈਂ ਤਾਂ ਪਾ ਲਿਆ ਆਪਣਾ ਨਿਰਮਲ ਜੋ ਪਵਿੱਤਰ ਸਹਿਜ ਸਰੂਪ ਪਰਮਾਤਮਾ ਦਾ ਸਰੂਪ ਹੈ, ਉਹ ਮੈਂ ਪਾ ਲਿਆ ਅੱਜ। ਜਿਹ ਜਾਣਤ ਪਾ ਆਨੰਦ ਅਨੂਪਾ, ਜਿਹਨੂੰ ਪਾ ਕਰਕੇ, ਜਿਹਨੂੰ ਜਾਣਨ ਦੇ ਨਾਲ ਆਨੰਦ ਜੋ ਉਪਮਾ ਤੋਂ ਪਰੇ ਹੈ, ਉਹ ਆਨੰਦ ਦੀ ਪ੍ਰਾਪਤੀ ਹੋ ਗਈ ਮੈਨੂੰ ਅੱਜ। ਗੁਰੂ ਭਨਿਓ ਤੋਹਿ ਮਨੁਜ ਅਨੇਕਾ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਬਾਬਾ ਬੁੱਢਾ ਜੀ ਨੂੰ, ਤੋਹੇ ਮਨੁਜ ਅਨੇਕਾ, ਤੂੰ ਤਾਂ ਬੜੇ ਹੀ ਮਨੁੱਖਾਂ ਨੂੰ ਮਿਲ ਹੈ ਪਾਵਨ ਹੇਤ ਵਿਵੇਕਾ, ਉਹਨਾਂ ਨੂੰ ਮਿਲ ਕਰਕੇ ਤੂੰ ਉਹਨਾਂ ਨੂੰ ਪਾਵਨ ਕਰਨਾ ਹੈ, ਤੂੰ ਉਹਨਾਂ ਨੂੰ ਵੀ ਮਰਿਆਦਾ ਸਿਖਾਉਣੀ ਹੈ, ਤੂੰ ਉਹਨਾਂ ਨੂੰ ਵੀ ਗੁਰੂ ਦੇ ਚਰਨਾਂ ਨਾਲ ਜੋੜਨਾ ਹੈ। ਇਸ ਕਰਕੇ ਤੂੰ ਤਾਂ ਕਈ ਜਿਹੜੇ ਹਨ ਮਨੁੱਖਾਂ ਨੂੰ ਤੂੰ ਗਿਆਨ ਕਰਾਉਣਾ ਹੈ। ਤੁਝ ਕੋ ਦੇਖ ਆਚਾਰ ਕਰੰਤਾ, ਕਹਿਣਗੇ ਤੁਹਾਨੂੰ ਦੇਖ ਕਰਕੇ ਜਿਹੜੇ ਸਿੱਖ ਹੋਣਗੇ, ਜਿਹੜੇ ਹੋਰ ਮਨੁੱਖ ਹੋਣਗੇ, ਉਹਨਾਂ ਨੂੰ ਤੇਰਾ ਆਚਾਰ, ਤੇਰੀ ਰੂਟੀਨ, ਤੇਰੀ ਜਿਹੜੀ ਹਨ ਸਿੱਖੀ ਵੱਲ ਦੇਖ ਕਰਕੇ ਤਿਨ ਰੁਚ ਜਾਗ ਹੈ ਹੋਵੇ ਹੈ ਸੰਤਾ, ਉਹਨਾਂ ਦੇ ਅੰਦਰ ਵੀ ਇੰਟਰਸਟ ਜਾਗੇਗਾ ਕਿ ਮੈਂ ਵੀ ਜਿਹੜਾ ਸਿੱਖੀ ਨੂੰ ਕਮਾਵਾਂ। ਤੂੰ ਤਾਂ ਇੱਕ ਤੁਰਦਾ ਫਿਰਦਾ ਮੋਟੀਵੇਸ਼ਨ ਹੋਵੇਗਾ ਸਾਰਿਆਂ ਵਾਸਤੇ। ਕਹਿਣਗੇ ਤੈਨੂੰ ਦੇਖ ਦੇਖ ਕੇ ਹੀ ਲੋਕ ਸਿੱਖ ਬਣ ਜਾਣਗੇ, ਉਹਨਾਂ ਵਿੱਚ ਚਾਅ ਆਏਗਾ
ਕਿ ਵੀ ਮੈਂ ਵੀ ਇਸ ਤਰ੍ਹਾਂ ਹੀ ਕਰਾਂ ਤੇ ਉਹ ਵੀ ਸੰਤ ਬਣ ਜਾਣਗੇ। ਇਸ ਬਿਦ ਹੋਏ ਕਰਤਾਰਥ ਸੋ। ਇਸ ਪ੍ਰਕਾਰ ਕਰਕੇ ਸਤਿਗੁਰਾਂ ਨੇ ਜਿਹੜਾ ਹਨ ਭਾਈ ਬੁੱਢਾ ਜੀ ਨੂੰ ਜਿਹੜਾ ਹੈ ਕਿਰਤਾਰਥ ਕੀਤਾ, ਨਿਹਾਲ ਕੀਤਾ। ਬੈਠ ਰਹਿਓ ਘਰ ਗਇਓ ਨਾ ਸੋ। ਉਸ ਵੇਲੇ ਬਾਬਾ ਬੁੱਢਾ ਜੀ ਵਾਪਸ ਘਰ ਨੂੰ ਨਹੀਂ ਗਏ, ਗੁਰੂ ਨਾਨਕ ਸਾਹਿਬ ਕੋਲੇ ਰਹਿ ਪਏ ਹੁਣ ਕਰਤਾਰਪੁਰ ਵਿੱਚ। ਖੋਜਤ ਮਾਤ ਪਿਤਾ ਤਿਸ ਕੇਰੇ। ਉਸ ਵੇਲੇ ਮਾਤਾ ਪਿਤਾ ਚੱਲ ਕੇ ਆਏ ਬਾਬਾ ਬੁੱਢਾ ਜੀ ਨੂੰ ਲੱਭਣ ਵਾਸਤੇ, ਵੀ ਸਾਡਾ ਬੇਟਾ ਕਿਤੇ ਇੱਥੇ ਨਾ ਨਹੀਂ ਆਇਆ ਸ੍ਰੀ ਕਰਤਾਰਪੁਰ। ਉਹ ਲੱਭਦੇ ਲੱਭਦੇ ਆ ਗਏ ਜੀ ਉੱਥੇ। ਚੱਲ ਆਏ ਸ੍ਰੀ ਨਾਨਕ ਡੇਰੇ। ਜਦੋਂ ਆਏ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਡੇਰੇ, ਜਿੱਥੇ ਧਰਮਸਾਲ ਸੀ ਸਤਿਗੁਰਾਂ ਦੇ, ਦੇਖਿਓ ਨਿਜ ਬਾਲਕ ਕੋ ਜਬ ਹੀ। ਉਹਨਾਂ ਨੇ ਆਪਣੇ ਬਾਲਕ ਨੂੰ ਦੇਖਿਆ, ਭਾਈ ਬੁੱਢਾ ਜੀ ਨੂੰ ਦੇਖਿਆ, ਜੋ ਅੱਜ ਹੁਣ ਬਾਬਾ ਬੁੱਢਾ ਜੀ ਬਣ ਚੁੱਕੇ ਹਨ, ਤੇ ਕਹਿੰਦੇ ਉਹਨਾਂ ਵੱਲ ਦੇਖਿਆ। ਗੁਰ ਬੈਨਨ ਤੇ ਭਾਵ ਬ੍ਰਿਧ ਤਬ ਹੀ। ਤੇ ਉਹ ਗੁਰੂ ਮਹਾਰਾਜ ਦਾ ਬਚਨ ਐਸਾ ਹੋਇਆ, ਦੇਖਣ ਵਾਲਿਆਂ ਤੋਂ ਇਉਂ ਲੱਗਦਾ ਸੀ, ਕਹਿੰਦੇ ਸਿਰਫ ਨਾਮ ਨਹੀਂ, ਕਹਿੰਦੇ ਦੇਖਣ ਨੂੰ ਵੀ ਬੁੱਢੇ ਲੱਗਣ ਲੱਗ ਗਏ ਸਨ। ਜਿਹੜੇ ਆਮ ਲੋਕ ਦੇਖਦੇ ਸਨ ਉਹਨਾਂ ਨੂੰ ਬੁੱਢਾ ਹੀ ਲੱਗਦੇ ਸਨ। ਇਸ ਪ੍ਰਕਾਰ ਸੋ ਦੇਖ ਸਿਧਾਰੇ। ਜਦੋਂ ਉਹਦੇ ਮਾਤਾ ਪਿਤਾ ਨੇ ਦੇਖਿਆ ਕਿ ਸਾਡਾ ਬੇਟਾ ਤਾਂ ਬੁੱਢਾ ਹੋ ਗਿਆ, ਤੇ ਉਹ ਇਹ ਦੇਖ ਕੇ ਘਰ ਨੂੰ ਮੁੜ ਗਏ ਵਾਪਸ। ਰਹਿਓ ਸੋ ਬੂੜਾ ਸ੍ਰੀ ਪ੍ਰਭ ਦੁਆਰੇ। ਬਸ ਭਾਈ ਬੁੱਢਾ ਜੀ ਜਾਂ ਬਾਬਾ ਬੁੱਢਾ ਜੀ ਉੱਥੇ ਹੀ ਰਹੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਪਦ ਪੰਕਜ ਸੇਵ ਹੈ ਧਰ ਭਾਉ। ਬਸ ਬਹੁਤ ਪ੍ਰੇਮ ਧਾਰ ਕੇ ਆਪਣੇ ਹਿਰਦੇ ਵਿੱਚ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਸੇਵਦਾ ਹੈ, ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ। ਵਿਖੇ ਵਾਸਨਾ ਫੁਰਤ ਨਾ ਕਾਉ। ਦੇਖੋ ਵਿਸ਼ੇ ਵਾਸਨਾ ਦੀ ਤਾਂ ਇੱਕ ਟੁੱਟ ਵੀ ਅੰਦਰ ਨਹੀਂ ਉੱਠਦੀ, ਇੱਕ ਫੁਰਨਾ ਵੀ ਨਹੀਂ ਉੱਠਦਾ। ਮਨ ਥਿਤ ਕਰ ਸਤ ਸੰਗ ਸਮਾਵਾ। ਬਸ ਮਨ ਨੂੰ ਅਸਥਿਤ ਕਰਕੇ, ਮਨ ਨੂੰ ਸਟੈਂਡ ਸਟਿਲ ਕਰਕੇ ਸਤ ਸੰਗਤ ਵਿੱਚ ਹੀ ਜਿਹੜਾ ਹੈ ਮਿਲਾਇਆ ਹੋਇਆ ਹੈ ਬਾਬਾ ਬੁੱਢਾ ਜੀ ਨੇ। ਪੁਨ ਜਬ ਕੇਤਕ ਸਮਾ ਬਿਤਾਵਾ। ਜਦੋਂ ਕੁਝ ਕੁ ਸਮਾਂ ਫਿਰ ਬੀਤ ਗਿਆ, ਸੁਣੀਏ ਸ੍ਰੀ ਅੰਗਦ ਇਤਿਹਾਸਾ। ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਹੋਰ ਇਤਿਹਾਸ ਸੁਣੋ। ਭਾਈ ਬਾਲਾ ਜੀ ਕਹਿੰਦੇ ਹਨ ਕਿ ਇਹ ਇਤਿਹਾਸ ਜਿਹੜਾ ਹੈ ਆਪ ਜੀ ਨੇ ਜਿਹੜਾ ਹੁਣ ਤੱਕ ਸੁਣਿਆ, ਇੱਕ ਹੋਰ ਹੁਣ ਅੱਗੇ ਸੁਣ ਲਓ। ਮੈਂ ਇੱਕ ਦਿਵਸ ਸੁਲੱਖਣੀ ਪਾਸਾ। ਹੁਣ ਭਾਈ ਬਾਲਾ ਜੀ ਆਪ ਦੱਸਦੇ ਹਨ, ਕਹਿੰਦੇ ਜਦੋਂ ਮੈਂ ਕਰਤਾਰਪੁਰ ਵਿੱਚ ਰਹਿੰਦਾ ਸੀ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਤਾਂ ਇੱਕ ਦਿਨ ਮਾਤਾ ਸੁਲੱਖਣੀ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਹਨ, ਗੁਰੂ ਨਾਨਕ ਸਾਹਿਬ ਜੀ ਦੀ ਵਾਈਫ ਜਿਹਦੇ ਵਾਈਫ ਹਨ, ਤੇ ਕਹਿੰਦੇ ਉਹਨਾਂ ਨੇ ਇੱਕ ਦਿਨ ਮੇਰੇ ਵੱਲ ਦੇਖ ਕੇ ਸਹਿਜ ਸੁਭਾਏ ਸੋ ਬੈਠਿਓ ਜਾਈ। ਤੇ ਕਹਿੰਦੇ ਸਹਿਜ ਸੁਭਾਅ ਦੇ ਵਿੱਚ ਕਹਿੰਦੇ ਮੈਂ ਜਾ ਕੇ ਉਹਨਾਂ ਕੋਲ ਬੈਠ ਗਿਆ। ਕਹਿੰਦੇ ਮਾਤਾ ਸੁਲੱਖਣੀ ਜੀ ਦੇ ਕੋਲ ਮੈਂ ਜਾ ਕੇ ਉੱਥੇ ਬੈਠਣਾ ਕੀਤਾ ਜਿੱਥੇ ਮਾਤਾ ਸੁਲੱਖਣੀ ਜੀ ਸਨ। ਤੇ ਉੱਥੇ ਜਾ ਕੇ ਕਹਿੰਦਾ ਮੈਂ ਸੋਚਿਆ ਵੀ ਮਾਤਾ ਜੀ ਨਾਲ ਮੈਂ ਥੋੜੀਆਂ ਗੱਲਾਂ ਬਾਤਾਂ ਕਰ ਲਵਾਂ। ਇਸ ਬਿਦ ਮੁਝ ਕੋ ਗਿਰਾ ਅਲਾਈ। ਉਸ ਵੇਲੇ ਮਾਤਾ ਸੁਲੱਖਣੀ ਜੀ ਨੇ ਜਦੋਂ ਮੈਨੂੰ ਕੋਲ ਬੈਠਿਆਂ ਦੇਖਿਆ ਤਾਂ ਮਾਤਾ ਜੀ ਨੇ ਮੈਨੂੰ ਇਹ ਬਚਨ ਕੀਤੇ ਉਸ ਵੇਲੇ, ਦੋਹਰਾ ਟਿਕਨ ਦੇਹੋ ਅਬ ਤਪੇ ਕੋ ਵਿਚਰਨ ਕੀਨ ਵਿਸਾਲ। ਮਾਤਾ ਸੁਲੱਖਣੀ ਜੀ ਨੇ ਕਹਿੰਦੇ ਉਸ ਵੇਲੇ ਮੈਨੂੰ ਕਿਹਾ, ਭਾਈ ਬਾਲਾ ਜੀ ਕਹਿੰਦੇ ਹੁਣ ਤਾਂ ਟਿਕਣ ਦੇ ਗੁਰੂ ਨਾਨਕ ਨੂੰ। ਹਾਂਜੀ, ਬਹੁਤ ਤੁਸੀਂ ਫਿਰ ਲਏ, ਬਹੁਤ ਜ਼ਿਆਦਾ ਥਾਂ ਤੁਸੀਂ ਦੇਖ ਲਏ, ਸਾਰੀ ਉਮਰ ਲੰਘਾਤੀ ਤੁਰਨ ਫਿਰਨ ਦੇ ਵਿੱਚ, ਹੁਣ ਤਾਂ ਟਿਕਣ ਦੇ ਗੁਰੂ ਨਾਨਕ ਨੂੰ। ਦੇਸ਼ ਵਿਦੇਸ਼ਨ ਕੇ ਵਿਖੈ ਰਹਿਓ ਸੰਗ ਚਿਰਕਾਲ। ਕਹਿਣਗੇ ਦੇਸ਼ਾਂ ਪਰਦੇਸ਼ਾਂ ਵਿੱਚ ਭਾਈ ਬਾਲਿਆ ਤੂੰ ਗੁਰੂ ਨਾਨਕ ਨਾਲ ਰਿਹਾ ਹੈ, ਤੂੰ ਬੜਾ ਚਿਰ ਉਹਨਾਂ ਦੇ ਨਾਲ ਰਿਹਾ ਹੈ, ਤੇ ਉਹਨਾਂ ਦੇ ਨਾਲ ਤੂੰ ਦੇਸ਼ਾਂ ਵਿਦੇਸ਼ਾਂ ਵਿੱਚ ਗਿਆ ਹੈ। ਬੜਾ ਲੰਮਾ ਸਮਾਂ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਫਿਰਨ ਕਰਕੇ ਬੜਾ ਲੰਮਾ ਸਮਾਂ ਲਾਇਆ ਹੈ। ਇਸ ਕਰਕੇ ਕਹਿੰਦੇ ਹੁਣ ਤਾਂ ਜਿਹੜਾ ਹੈ ਉਹਨਾਂ ਨੂੰ ਛੱਡ ਦਿਓ। ਚੌਪੇ ਲੈ ਤੁਝ ਕੋ ਨਿਜ ਸੰਗ ਸਿਧਾਰੈ। ਦੇਖੋ ਹਮੇਸ਼ਾ ਭਾਈ ਬਾਲਾ ਜੀ ਤੁਹਾਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਤੁਰ ਪੈਂਦੇ ਨੇ। ਜਦੋਂ ਵੀ ਤੁਸੀਂ ਨਾਲ ਹੁੰਦੇ ਹੋ ਨਾ, ਗੁਰੂ ਨਾਨਕ ਕਹਿੰਦੇ ਘਰ ਨਹੀਂ ਰਹਿੰਦੇ, ਉਹ ਤੁਹਾਨੂੰ ਲੈ ਕੇ ਕਿਤੇ ਨਾ ਕਿਤੇ ਤਾਂ ਚਲੇ ਹੀ ਜਾਂਦੇ ਹਨ। ਬਾਹਰ ਕਾਲ ਵਿਸਾਲ ਗੁਜ਼ਾਰੈ। ਇਸ ਕਰਕੇ ਬਹੁਤ ਜ਼ਿਆਦਾ ਸਮਾਂ ਤਾਂ ਬਾਹਰ ਬਤੀਤ ਕੀਤਾ ਹੈ, ਕੰਪੈਰੀਟਿਵਲੀ ਜਿਹੜਾ ਘਰ ਵਿੱਚ ਬਤੀਤ ਕੀਤਾ ਹੈ। ਬਾਹਰ ਸਮਾਂ ਬਹੁਤ ਜ਼ਿਆਦਾ ਬਤੀਤ ਕਰ ਲਿਆ ਹੁਣ। ਹਮਰੇ ਪਾਸ ਰਹਿਣ ਦੇਹੋ ਅਬ ਹੀ। ਕਹਿਣ ਲੱਗੇ ਬਾਲਿਆ ਹੁਣ ਤਾਂ ਗੁਰੂ ਨਾਨਕ ਨੂੰ ਮੇਰੇ ਨਾਲ ਰਹਿਣ ਦੇ ਥੋੜਾ ਚਿਰ ਹੋਰ। ਕਹਿੰਦੇ ਇੰਨਾ ਚਿਰ ਤਾਂ ਤੇਰੇ ਨਾਲ ਰਿਹਾ, ਤੇ ਹੁਣ ਤਾਂ ਛੱਡ ਦੇ, ਹੁਣ ਤਾਂ ਥੋੜਾ ਬਹੁਤਾ ਸਮਾਂ ਸਾਡੇ ਨਾਲ ਵੀ ਰਹਿ ਪਵੇ। ਹਾਂਜੀ, ਤੁਝ ਬਿਨ ਜਾਏ ਬਹਿਰ ਨਹਿ ਕਬ ਹੀ। ਜੇ ਤੂੰ ਨਹੀਂ ਹੋਏਗਾ ਬਾਲਿਆ ਤਾਂ ਗੁਰੂ ਨਾਨਕ ਵੀ ਕਿਤੇ ਨਹੀਂ ਜਾਣਗੇ, ਉਹ ਵੀ ਘਰ ਬੈਠ ਜਾਣਗੇ। ਜੇ ਤੇਰੇ ਨਾਲ, ਜੇ ਤੂੰ ਨਾਲ ਹੁੰਦਾ ਉਦੋਂ ਹੀ ਤੁਰ ਪੈਂਦੇ ਨੇ। ਕਹਿੰਦੇ ਇਸ ਕਰਕੇ ਬਾਲਿਆ ਹੁਣ ਤਾਂ ਟਿਕਣ ਦੇ ਥੋੜਾ ਚਿਰ। ਮੈਂ ਸੁਣ ਕੇ ਮਨ ਮਾਹੇ ਵਿਚਾਰਾ। ਉਸ ਵੇਲੇ ਭਾਈ ਬਾਲਾ ਕਹਿੰਦਾ ਜਦੋਂ ਮਾਤਾ ਸੁਲੱਖਣੀ ਜੀ ਨੇ ਨਾ ਇਹ ਗੱਲ ਕਹੀ ਤਾਂ ਕਹਿੰਦਾ ਮੈਂ ਆਪਣੇ ਮਨ ਵਿੱਚ ਵਿਚਾਰ ਕੀਤੀ। ਨਿਜ ਹਿਤ ਇਨ ਬਚ ਸਾਚ ਉਚਾਰਾ। ਕਹਿਣ ਲੱਗੇ ਗੱਲ ਤਾਂ ਸੱਚੀ ਹੈ ਮਾਤਾ ਜੀ ਦੀ। ਮਾਤਾ ਸੁਲੱਖਣੀ ਨੇ ਜੋ ਕਿਹਾ ਹੈ ਨਾ, ਕਹਿੰਦੇ ਠੀਕ ਹੀ ਕਿਹਾ ਹੈ, ਕਿਉਂਕਿ ਜਿਹੜਾ ਹੈ ਇਹੀ ਗੱਲ ਹੈ। ਕਹਿੰਦੇ ਨਿਜ ਹਿਤ,
ਕਹਿੰਦੇ ਆਪਣੇ ਵਾਸਤੇ ਤਾਂ ਇਹੀ ਗੱਲ ਮਾਤਾ ਜੀ ਨੇ ਕਹੀ ਹੈ ਨਾ, ਉਹਨਾਂ ਨੂੰ ਵੀ ਜੀ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ, ਮਹਾਰਾਜ ਦੇ ਹਜ਼ੂਰੀ ਵਿੱਚ ਉਹ ਵੀ ਰਹਿਣ। ਚਿਰੰਕਾਲ ਲਗ ਕੀਨ ਉਦਾਸੀ, ਵੀ ਚਿਰੰਕਾਲ ਲੰਮੇ ਸਮੇਂ ਤੱਕ ਅਸੀਂ ਉਦਾਸੀਆਂ ਕਰ ਲੀਆਂ ਹਨ, ਕਿੰਨਾ ਸਮਾਂ ਸਾਰਾ ਜੀਵਨ ਲਾ ਦਿੱਤਾ ਦੁਨੀਆ ਨੂੰ ਤਾਰਨ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਅਬੇ ਉਚਿਤ ਰਹਿ ਇਨ ਪਾਸੇ, ਇਸ ਕਰਕੇ ਹੁਣ ਤਾਂ ਉਚਿਤ ਇਹੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਵਿੱਚ, ਆਪਣੇ ਪਰਿਵਾਰ ਵਿੱਚ ਰਹਿਣ। ਮਾਨ ਬਚਨ ਮੈਂ ਪ੍ਰਭ ਢਿਗ ਆਵਾ, ਉਸ ਵੇਲੇ ਮੈਂ ਬਚਨ ਮੰਨ ਲਏ ਮਾਤਾ ਸੁਲੱਖਣੀ ਜੀ ਦੇ, ਤੇ ਮੈਂ ਚੱਲ ਕਰਕੇ ਆਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ। ਹੱਥ ਜੋੜ ਕੇ ਤਬੈ ਅਲਾਵਾ, ਉਸ ਵੇਲੇ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਭਾਈ ਬਾਲਾ ਜੀ ਕਹਿੰਦੇ, ਕਿਸੇ ਵਿਸਾਵ ਹੋ ਨਿਜ ਪਛਾਤੇ, ਮਹਾਰਾਜ ਜੀ ਜਿਹੜਾ ਹਨ ਆਪ ਆਪਣੇ ਥਾਂ ਤੇ ਕਿਹਨੂੰ ਬਿਠਾਓਗੇ? ਆਪ ਜੀ ਤੋਂ ਬਾਅਦ ਆਪ ਜੀ ਦੀ ਗੱਦੀ ਤੇ ਕੌਣ ਬੈਠੇਗਾ? ਕੌਣ ਦੂਜਾ ਗੁਰੂ ਹੋਵੇਗਾ? ਕਿਸ ਨੂੰ ਤੁਸੀਂ ਬਿਠਾਓਗੇ ਅੱਗੇ? ਗੁਰਤਾ ਦੇਹੋ ਕਰਹੋ ਬਖਿਆਤੀ, ਕਿਹਨੂੰ ਗੁਰਤਾ ਗੱਦੀ ਦੇ ਕੇ ਸੰਸਾਰ ਦਾ ਗੁਰੂ ਬਣਾਉਂਗੇ? ਕਿਸ ਨੂੰ ਥਾਪੋਗੇ ਆਪਣੇ ਅਸਥਾਨ ਦੇ ਉੱਤੇ ਦੂਸਰਾ ਗੁਰੂ ਨਾਨਕ ਬਣਾ ਕੇ? ਸ੍ਰੀ ਚੰਦ ਕਹਿ ਲਖਮੀ ਦਾਸ, ਪਾਤਸ਼ਾਹ ਜੀ ਸ੍ਰੀ ਚੰਦ ਜੀ ਹੋਣਗੇ, ਆਪ ਜੀ ਦੇ ਵੱਡੇ ਸਾਹਿਬਜ਼ਾਦੇ, ਜਾਂ ਛੋਟੇ ਬਾਬਾ ਲਖਮੀ ਦਾਸ ਜੀ ਹੋਣਗੇ। ਕਿਹਨਾਂ ਨੂੰ ਤੁਸੀਂ ਗੱਦੀ ਤੇ ਬਿਠਾਉਣਾ ਹੈ? ਕਿਦੋਂ ਅਪਰ ਕੋ ਹੈ ਸੁਖ ਰਾਸ, ਜਾਂ ਮਹਾਰਾਜ ਹੋਰ ਕਿਸੇ ਨੂੰ ਬਿਠਾਓਗੇ ਤੁਸੀਂ? ਇਹ ਸੁੱਖਾਂ ਦੀ ਰਾਸ। ਇਹ ਭਾਈ ਬਾਲੇ ਨੇ ਉਸ ਵੇਲੇ ਕਿਉਂ ਸਵਾਲ ਪੁੱਛਿਆ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਹੀ ਦੱਸਿਆ ਨੇ ਆਪਣੇ 10 ਸਰੂਪ ਅਸੀਂ ਧਾਰਨ ਕਰਨੇ ਨੇ। 10 ਸਰੂਪ ਸਾਡੇ ਹੋਣਗੇ, ਇਹ ਮਨੁੱਖੀ ਜਾਮੇ ਵਿੱਚ ਅਸੀਂ 10 ਸਰੂਪ ਧਾਰਨ ਕਰਨੇ ਨੇ। ਇਹ ਗੱਲ ਦੱਸੀ ਹੋਈ ਸੀ, ਇਸ ਕਰਕੇ ਭਾਈ ਬਾਲਾ ਜੀ ਪੁੱਛ ਰਹੇ ਹਨ। ਸ੍ਰੀ ਮੁਖ ਤੇ ਮੁਝ ਦੇਹੋ ਬਤਾਈ, ਪਾਤਸ਼ਾਹ ਜੀ ਆਪਣੇ ਜਿਹੜਾ ਹਨ ਸੁਭਾਏ ਮਾਨ ਮੁਖ ਤੋਂ ਕਿਰਪਾ ਕਰਕੇ ਆਪ ਜੀ ਦੱਸਣਾ ਕਰੋ। ਜੋ ਪਾਵ ਹੈ ਸਭ ਜਗ ਗੁਰਿਆਈ, ਮਾਰਾ ਕੌਣ ਪਾਏਗਾ ਇਹ ਜਗਤ ਦੀ ਗੁਰਿਆਈ? ਕਿਉਂਕਿ ਭਾਈ ਬਾਲੇ ਨੂੰ ਪਤਾ ਸੀ ਗੁਰਿਆਈ ਕੀ ਹੈ, ਗੁਰਿਆਈ ਦੇ ਵਿੱਚ ਕਿਹੜੀ ਸ਼ਕਤੀ ਹੈ, ਗੁਰਿਆਈ ਕਿਵੇਂ ਪਰਮੇਸ਼ਰ ਦਾ ਆਪਣਾ ਜਿਹੜਾ ਹੈ ਆਪਣੀ ਗੱਦੀ ਹੈ, ਜਿਹੜਾ ਹਨ ਇਹ ਗੱਦੀ ਨਹੀਂ, ਇਹ ਪਰਮੇਸ਼ਰ ਦਾ ਆਪਣਾ ਅਸਥਾਨ ਹੈ। ਪਰਮਾਤਮਾ ਆਪ ਪ੍ਰਗਟ ਹੈ ਇੱਥੇ। ਇਸ ਕਰਕੇ ਭਾਈ ਬਾਲੇ ਨੇ ਪੁੱਛਿਆ, ਕਹਿਤ ਭਏ ਹਮਰੇ ਪਛਾਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਤੋਂ ਦੇਖੋ ਕੁਝ ਨਹੀਂ ਲੁਕਾਉਂਦੇ ਸਨ। ਮਹਾਰਾਜ ਨੇ ਕਿਤੇ ਵੀ ਕੁਝ ਲੁਕੋਇਆ ਨਹੀਂ। ਜਦੋਂ ਵੀ ਭਾਈ ਬਾਲਾ ਕੁਝ ਪੁੱਛਦੇ ਸਨ ਨਾ, ਮਹਾਰਾਜ ਡਿਟੇਲ ਵਿੱਚ ਦੱਸਿਆ ਕਰਦੇ ਸਨ। ਮਹਾਰਾਜ ਨੇ ਉਸ ਵੇਲੇ ਕਿਹਾ ਕਿ ਸੱਤ ਤੋਂ ਬਾਅਦ ਤ੍ਰੇਹਣ ਗੋਤ ਛਤਰੀ ਜਿਹੇ ਜਾਤੀ, ਦੇਖੋ ਕਹਿੰਦੇ ਤ੍ਰੇਹਣ ਗੋਤ ਦਾ ਇੱਕ ਛਤਰੀ ਹੋਵੇਗਾ। ਪ੍ਰਥਮੇ ਲਹਿਣਾ ਤਾਕੋ ਨਾਮ, ਉਹਦਾ ਪਹਿਲਾ ਨਾਮ ਹੋਊਗਾ ਲਹਿਣਾ। ਉਹ ਲਹਿਣਾ ਉਸਦਾ ਪਹਿਲਾ ਨਾਮ ਘਰੋਗੀ ਨਾਮ ਹੋਵੇਗਾ। ਹੁਣ ਅੰਗਦ ਹੋਇਆ ਅਬਰਾਮ, ਫੇਰ ਜਦੋਂ ਗੱਦੀ ਤੇ ਬੈਠੇਗਾ ਉਹਦਾ ਨਾਮ ਅੰਗਤ ਹੋਵੇਗਾ ਸੁੰਦਰ। ਉਹ ਸੁੰਦਰ ਨਾਮ ਉਸਦਾ ਅੰਗਤ ਹੋਵੇਗਾ। ਆਪਣੋ ਸੋ ਸਰੂਪ ਮੈਂ ਧਾਰੋ, ਮੈਂ ਆਪਣਾ ਹੀ ਸਰੂਪ ਉਸ ਦੇ ਸਰੂਪ ਦੇ ਵਿੱਚ ਧਾਰਨ ਕਰਨਾ ਹੈ। ਉਹ ਮੇਰਾ ਹੀ ਸਰੂਪ ਹੋਵੇਗਾ। ਉਹ ਬਿਲਕੁਲ ਹੀ ਜਿਹੜਾ ਹਨ ਜਿਵੇਂ ਹੁਣ ਹੈ ਅਸੀਂ ਉਵੇਂ ਹੀ ਉਹ ਹੋਣਗੇ। ਭਗਤ ਭਾਵਨਾ ਭਲੀ ਬਿਥਾਰੋ, ਦੇਖੋ ਉਸ ਸਰੂਪ ਦੇ ਵਿੱਚ, ਦੂਸਰੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਭਗਤੀ ਨੂੰ ਫੈਲਾਉਣਾ ਹੈ। ਤੇ ਭਗਤੀ ਵੀ ਕਿਹੜੀ? ਪ੍ਰੇਮਾ ਭਗਤੀ। ਅਸੀਂ ਪ੍ਰੇਮਾ ਭਗਤੀ ਜਿਹੜੀ ਚੰਗੀ ਤਰ੍ਹਾਂ ਫੈਲਾਵਾਂਗੇ ਇਹ ਦੁਨੀਆ ਤੇ। ਭੇਦ ਨਾ ਲੱਖ ਸਕਹੀ ਕੋ ਜੈਸਾ, ਦੇਖੋ ਕੋਈ ਨਹੀਂ ਭੇਦ ਜਾਣ ਸਕੇਗਾ ਸਾਡੇ ਵਿੱਚ ਤੇ ਉਹਨਾਂ ਵਿੱਚ। ਅਸੀਂ ਇੱਕੋ ਜਿਹੀ ਹਾਂ। ਦੂਸਰ ਬੇਖ ਧਰਮ ਮੈਂ ਐਸਾ, ਮੈਂ ਦੂਸਰਾ ਭੇਸ ਇਸ ਤਰ੍ਹਾਂ ਮੇਰੀ ਆਪਣੀ ਜਿਹੜੀ ਜੋਤ ਹੈ ਕਹਿੰਦੇ ਦੂਸਰੇ ਸਰੂਪ ਵਿੱਚ ਇਸ ਤਰ੍ਹਾਂ ਕਰਕੇ ਪ੍ਰਕਾਸ਼ ਕਰੇਗੀ। ਇਉਂ ਸੁਣ ਕੇ ਮੈਂ ਦੁਆ ਕਰ ਬੰਦੇ, ਇਹ ਸੁਣ ਕਰਕੇ ਉਸ ਵੇਲੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਹੀ ਦੱਸ ਰਹੇ ਹਨ। ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਕਿਹਾ, ਬੰਦਨ ਕੀਨ ਚਰਨ ਅਰਬਿੰਦੇ, ਮੈਂ ਦੋਨਾਂ ਹੀ ਹੱਥ ਬੰਨ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਪ੍ਰਭ ਜੀ ਅਬ ਮੁਝ ਦੇਹੋ ਰਜਾਈ, ਉਸ ਵੇਲੇ ਮੈਂ ਮਹਾਰਾਜ ਤੋਂ ਆਗਿਆ ਮੰਗੀ, ਹੇ ਪ੍ਰਭ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੈਨੂੰ ਆਗਿਆ ਦੇ ਦਿਓ। ਹੁਣ ਤਲਵੰਡੀ ਮਹਿ ਰਹਿ ਹੋ ਜਾਈ, ਮਹਾਰਾਜ ਮੈਂ ਵਾਪਸ ਆਪਣੇ ਘਰ ਨੂੰ ਚਲਿਆ ਜਾਵਾਂ ਤੇ ਤਲਵੰਡੀ ਜਿਹੜਾ ਆਪਣਾ ਪਿੰਡ ਹੈ ਨਾ, ਮੈਂ ਉੱਥੇ ਜਾ ਕੇ ਰਵਾਂ। ਉਹ ਉਸ ਸਥਾਨ ਤੇ ਉਹ ਜਿਹੜਾ ਹਨ ਆਪਣੀ ਫੈਮਿਲੀ ਦੇ ਨਾਲ ਮੈਂ ਵੀ ਜਾ ਕੇ ਥੋੜ੍ਹਾ ਚਿਰ ਰਹਿ ਲਾਵਾਂ। ਮੈਂ ਹੁਣ ਵਾਪਸ ਆਪਣੇ ਘਰੇ ਚਲਿਆ ਜਾਂਦਾ ਹਾਂ। ਬਹੁਰ ਕਿਰਪਾ ਕਰ ਮਿਲ ਹੋ ਜਬ ਹੀ, ਮਹਾਰਾਜ ਜਦੋਂ ਵੀ ਤੁਸੀਂ ਕਿਰਪਾ ਕਰੋਗੇ ਫਿਰ ਆਪਾਂ ਫੇਰ ਮਿਲਾਂਗੇ। ਪਾਤਸ਼ਾਹ ਜੀ ਮੇਲ ਲਿਓ ਆਪਣੀ ਕਿਰਪਾ ਕਰਕੇ। ਦਰਸ਼ਨ ਪ੍ਰਾਪਤ ਹੋਇਆ ਹੈ ਤਬ ਹੀ, ਉਦੋਂ ਹੀ ਦਰਸ਼ਨ ਹੋਣਗੇ ਜਦੋਂ ਤੁਸੀਂ ਕਿਰਪਾ ਕਰੋਗੇ। ਸਤਿਗੁਰੂ ਜੀ ਤੁਹਾਡੀ ਕਿਰਪਾ ਤੋਂ ਬਗੈਰ ਤੁਹਾਡੇ ਦਰਸ਼ਨ ਨਹੀਂ ਹੋ ਸਕਦੇ। ਪਾਤਸ਼ਾਹ ਜੀ ਕਿਰਪਾ ਕਰ ਦਿਓ, ਦਰਸ਼ਨ ਦੇਣ ਦੀ ਮਹਾਰਾਜ ਜੀ ਕਿਰਪਾਲਤਾ ਜ਼ਰੂਰ ਕਰਿਓ। ਦਾਸ ਜਾਨ ਚਿਤ ਚੇਤੈ ਕਰੀਏ, ਮਹਾਰਾਜ ਆਪਣਾ ਦਾਸ ਜਾਣ ਕੇ ਹਮੇਸ਼ਾ ਹੀ ਸਾਨੂੰ ਚਿੱਤ ਵਿੱਚ ਚੇਤੇ ਕਰ ਲਿਓ। ਪਾਤਸ਼ਾਹ ਜੀ ਭੁਲਾਇਓ ਨਾ ਸਾਨੂੰ। ਭੂਲ ਕਹਿਓ ਕਛ ਹਿਰਦੈ ਨਾ ਧਰੀਏ, ਮਹਾਰਾਜ ਜੇ ਮੇਰੇ ਤੋਂ ਕੋਈ ਭੁੱਲ ਹੋ ਗਈ ਹੋਵੇ, ਭਾਈ ਬਾਲਾ ਜੀ ਕਹਿੰਦੇ ਪਾਤਸ਼ਾਹ ਜੀ ਮੈਨੂੰ ਮੁਆਫ ਕਰ ਦਿਓ।
ਮਿੱਤਰੋ ਜਿਹੜੀ ਜੇ ਕੋਈ ਭੁੱਲ ਹੋ ਗਈ ਹੋਵੇ ਤੁਹਾਡੀ ਸੇਵਾ ਵਿੱਚ, ਤੁਹਾਡੇ ਹੁਕਮ ਮੰਨਣ ਵਿੱਚ, ਤਾਂ ਕਿ ਮਹਾਰਾਜ ਆਪਣੇ ਹਿਰਦੇ 'ਚ, ਦਿਲ ਵਿੱਚ ਨਾ ਰੱਖਿਓ। ਪਾਤਸ਼ਾਹ ਜੀ ਆਪਣਾ ਦਾਸੜਾ, ਆਪਣਾ ਜਿਹੜਾ ਸੇਵਕ ਜਾਣ ਕੇ ਮੁਆਫ ਕਰ ਦਿਓ। ਸੁਣ ਕੇ ਸ੍ਰੀ ਗੁਰੂ ਬਚਨ ਉਚਾਰੇ। ਦੇਖੋ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਹਨ ਮਹਾਰਾਜ ਤੋਂ ਵੱਡੇ ਸਨ ਉਮਰ ਕਰਕੇ। ਸੋ ਹੁਣ ਭਾਈ ਬਾਲਾ ਜੀ ਨੂੰ ਜਿਹੜਾ ਹੈ ਜਦੋਂ ਉਹਨਾਂ ਨੇ ਇਹ ਬੇਨਤੀ ਕੀਤੀ ਨਾ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਤੂੰ ਹਮਸੇ ਨਿਤ ਮਿਲਿਓ ਪਿਆਰੇ। ਕਹਿਣ ਲਗੇ ਤੂੰ ਹਮਸੇ ਨਿਤ ਮਿਲੋ ਪਿਆਰੇ। ਹੇ ਪਿਆਰੇ ਭਾਈ ਬਾਲਾ, ਤੂੰ ਤਾਂ ਹਮੇਸ਼ਾ ਹੀ ਮੇਰੇ ਨਾਲ ਮਿਲਿਆ ਹੋਇਆ ਹਾਂ, ਤੂੰ ਕਿਦੋਂ ਵਿਛੜ ਗਿਆ ਮੇਰੇ ਤੋਂ? ਤੂੰ ਤਾਂ ਮੇਰਾ ਪਿਆਰਾ ਹੈ, ਤੇ ਤੇਰੇ ਵਿੱਚ ਤੇ ਮੇਰੇ ਵਿੱਚ ਤਾਂ ਕੋਈ ਫਰਕ ਨਹੀਂ, ਕੋਈ ਅੰਤਰ ਵੀ ਨਹੀਂ ਹੈ। ਇਸ ਕਰਕੇ ਮਿਲਿਆ ਨੂੰ ਕੀ ਮੇਲਣਾ, ਤੂੰ ਤਾਂ ਹਮੇਸ਼ਾ ਹੀ ਮੇਰੇ ਨਾਲ ਮਿਲਿਆ ਹੋਇਆ ਹੀ ਹਾਂ। ਸੰਗੀ ਲੋਕ ਪਰਲੋਕ ਮਝਾਰੀ। ਦੇਖੋ ਤੂੰ ਮੇਰਾ ਸੰਗੀ ਹੈ, ਇਹ ਦੁਨੀਆ ਦਾ ਨਹੀਂ, ਪਰਲੋਕ ਵਿੱਚ ਵੀ, ਆਫਟਰ ਲਾਈਫ ਵੀ ਤੂੰ ਮੇਰਾ ਸੰਗੀ ਹੈ ਬਾਲਾ। ਤੂੰ ਤਾਂ ਹਮੇਸ਼ਾ ਹੀ ਮੇਰੇ ਨਾਲ ਹੈ, ਤੂੰ ਨਹੀਂ ਮੇਰੇ ਤੋਂ ਕਿਤੇ ਵੀ ਵਿਛੜਦਾ, ਨਾ ਮੈਂ ਤੇ ਤੋਂ ਵਿਛੜਿਆ ਹਾਂ, ਤੂੰ ਤਾਂ ਮੇਰਾ ਪਿਆਰਾ ਹੈ। ਕਰਦੇ ਹੋ ਹਮਰੇ ਨਿਤ ਅਨੁਸਾਰੀ। ਕਹਿਣਗੇ ਤੂੰ ਹਮੇਸ਼ਾ ਹੀ ਜਿਵੇਂ ਮੈਂ ਚਾਹੁੰਦਾ ਸੀ ਨਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਉਵੇਂ ਹੀ ਕਰਦਾ ਰਿਹਾ, ਤੂੰ ਹਮੇਸ਼ਾ ਹੀ ਸਾਡੇ ਅਨਸਾਰ ਰਿਹਾ, ਤੂੰ ਹੁਕਮ ਵਿੱਚ ਰਿਹਾ ਹਾਂ। ਹੇ ਪਿਆਰੇ ਬਾਲੇ, ਤਨ ਮਿਲਿਓ ਪੁਨ ਵਿਛੁਰਨ ਹੋਈ। ਕਹਿਣਗੇ ਦੇਖੋ ਸਰੀਰ ਦੇ ਮਿਲਿਆਂ ਵਿਛੜਨਾ ਪੈ ਜਾਂਦਾ, ਸਰੀਰ ਵਿਛੜ ਜਾਂਦੇ ਹਨ। ਜਿਨ ਮਨ ਮਿਲੇ ਨਾ ਵਿਛੜੇ ਕੋਈ। ਜਿਨ੍ਹਾਂ ਦੇ ਮਨ ਮਿਲ ਗਏ ਉਹ ਨਹੀਂ ਕਿਤੇ ਵਿਛੜਦੇ ਭਾਈ ਬਾਲਿਆ। ਆਪਣੇ ਮਨ ਮਿਲੇ ਹੋਏ ਨੇ, ਆਪਾਂ ਕਿਦੋਂ ਵਿਛੜ ਗਏ? ਆਪਾਂ ਤਾਂ ਇੱਕ ਰੂਪ ਹਾਂ। ਸਦਾ ਯਾਦ ਤੂੰ ਹਿਰਦੇ ਹਮਾਰੇ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਲਿਆ, ਤੇਰੀ ਯਾਦ ਤਾਂ ਹਮੇਸ਼ਾ ਹੀ ਸਾਡੇ ਹਿਰਦੇ ਵਿੱਚ ਹੈ। ਦੇਖੋ ਆਪਾਂ ਗੁਰੂ ਨਾਨਕ ਨੂੰ ਯਾਦ ਕਰਦੇ ਹਾਂ। ਗੁਰੂ ਨਾਨਕ ਭਾਈ ਬਾਲੇ ਨੂੰ ਕਹਿੰਦਾ ਤੂੰ ਜਿਹੜਾ ਹੈ, ਤੈਨੂੰ ਮੈਂ ਸਦਾ ਹੀ ਯਾਦ ਕਰਦਾ ਹਾਂ, ਤੂੰ ਸਦਾ ਹੀ ਮੇਰੇ ਚੇਤੇ ਵਿੱਚ ਹਾਂ। ਪਰਮ ਮੀਤ ਕਿਉਂ ਦੇਹ ਵਿਸਾਰੇ। ਤੂੰ ਮੇਰਾ ਸ੍ਰੇਸ਼ਟ ਮਿੱਤਰ ਹੈ, ਤੂੰ ਮੇਰਾ ਬੈਸਟ ਫਰੈਂਡ ਹੈ। ਕਹਿੰਦੇ ਕਿਉਂ ਮੈਂ ਤੈਨੂੰ ਵਿਸਾਰੇਂਗਾ, ਮੈਂ ਤੈਨੂੰ ਕਿਉਂ ਭੁਲਾਵੇਂਗਾ ਕਿਤੇ ਵੀ। ਸੁਣ ਕੇ ਪੁਨ ਬੰਧਨ ਮੈਂ ਕੀਨੀ। ਦੇਖੋ ਗੁਰੂ ਨਾਨਕ ਸਾਹਿਬ ਕਿੰਨੇ ਨਿਮਰਤਾ ਦੇ ਪੁੰਜ ਨੇ। ਦੇਖੋ ਇੱਕ ਆਮ ਇਨਸਾਨ ਨੂੰ ਕਿੱਡੀ ਵਡਿਆਈ ਦਿੰਦੇ ਨੇ। ਦੇਖੋ ਉਹਨੂੰ ਕਿੰਨਾ ਆਪਣਾ ਮਿੱਤਰ ਕਹਿੰਦੇ ਨੇ ਭਾਈ ਬਾਲੇ ਨੂੰ। ਕਿੱਡੇ ਵੱਡੇ ਭਾਗਾਂ ਵਾਲਾ ਹੈ ਭਾਈ ਬਾਲਾ ਜੀ, ਜਿਨ੍ਹਾਂ ਨੂੰ ਇੰਨੀ ਜਿਹੜੀ ਹੈ ਮਹਾਰਾਜ ਨੇ ਇੰਨੀ ਵਡਿਆਈ ਦਿੱਤੀ। ਕਹਿੰਦੇ ਸੁਣ ਕਰਕੇ ਭਾਈ ਬਾਲਾ ਜੀ ਕਹਿੰਦੇ ਨਾ, ਕਹਿੰਦੇ ਮੇਰੇ ਅੱਖਾਂ 'ਚੋਂ ਅਥਰੂ ਆ ਗਏ ਤੇ ਮੈਂ ਸਤਿਗੁਰਾਂ ਦੇ ਚਰਨਾਂ ਤੇ ਜਿਹੜਾ ਹੈ ਮੱਥਾ ਰੱਖ ਦਿੱਤਾ। ਕਹਿੰਦਾ ਵਿਛੋੜਾ ਤਾਂ ਮੇਰੇ ਵਾਸਤੇ ਵੀ ਬੜਾ ਦੁਖਦਾਈ ਸੀ। ਗਮਨ ਕੀਨ ਜਬ ਆਇਸ ਦੀਨੀ। ਜਦੋਂ ਜਿਹੜਾ ਹਨ ਮਨੁ ਘਰ ਨੂੰ ਜਾਣ ਦੀ ਆਗਿਆ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ। ਐਨ ਦਿਵਸ ਤਿੰਨ ਮੂਰਤ ਧਿਆਨਾ। ਬਸ ਕਹਿੰਦਾ ਉਹ ਮੂਰਤ ਗੁਰੂ ਨਾਨਕ ਸਾਹਿਬ ਜੀ ਦਾ ਨਾ ਮੈਂ ਕਿਤੇ ਵੀ ਜਿਹੜਾ ਹੈ ਮੇਰੇ ਅੱਖਾਂ ਤੋਂ ਓਲੇ ਨਾ ਹੋਈ। ਹਰ ਵੇਲੇ ਮੈਂ ਗੁਰੂ ਨਾਨਕ ਸਾਹਿਬ ਨੂੰ ਹੀ ਦੇਖਦਾ ਸੀ। ਮੇਰਾ ਧਿਆਨ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਹੀ ਜੁੜਿਆ ਹੋਇਆ ਸੀ। ਹਰ ਵੇਲੇ ਜਿੱਥੇ ਵੀ ਮੈਂ ਦੇਖਦਾ ਹਾਂ ਮੈਨੂੰ ਗੁਰੂ ਨਾਨਕ ਹੀ ਦਿਸਦਾ ਹੈ। ਗੁਰੂ ਨਾਨਕ ਤੋਂ ਬਗੈਰ ਮੈਂ ਕਿਸੇ ਨੂੰ ਵੀ ਨਾ ਦੇਖਿਆ। ਕਰੋ ਹਿਰਦੇ ਹੋਏ ਆਨੰਦ ਮਹਾਨਾ। ਦੇਖੋ ਕਰੋ ਹਿਰਦੈ, ਉਸੇ ਧਿਆਨ ਦੇ ਕਰਕੇ, ਉਸੇ ਹੀ ਪ੍ਰੇਮ ਦੇ ਕਰਕੇ, ਉਸੇ ਹੀ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧਿਆਨ ਕਰਕੇ ਕਿ ਜਿਹੜਾ ਹਨ ਮੈਂ ਤਾਂ ਆਨੰਦ ਹੀ ਆਨੰਦ ਵਿੱਚ ਰਿਹਾ। ਸ੍ਰੀ ਅੰਗਦ ਸੁਨ ਪਰਮ ਵਡੇਰੇ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਹੁਣ ਗੁਰੂ ਅੰਗਦ ਦੇਵ ਜੀ ਨੂੰ, ਸ੍ਰੀ ਅੰਗਦ ਹੁਣ ਤੁਸੀਂ ਸ੍ਰਿਸ਼ਟ ਕਰਕੇ ਵੱਡੇ ਹੋ, ਤੁਸੀਂ ਉਹੀ ਗੁਰੂ ਨਾਨਕ ਹੋ। ਤੇਜ ਤੀਕ ਹਿਰਦੇ ਸੁਧ ਮੇਰੇ। ਮਹਾਰਾਜ ਜਿੰਨੀ ਕੁ ਮੈਨੂੰ ਯਾਦ ਸੀ ਨਾ, ਇਹ ਸਾਰੀ ਜਿੰਨੀ ਵੀ ਜਨਮ ਸਾਖੀ ਭਾਈ ਬਾਲੇ ਨੇ ਦੱਸੀ ਆ ਨਾ, ਪਾਤਸ਼ਾਹ ਜੀ ਜਿੰਨੀ ਕੁ ਮੈਨੂੰ ਯਾਦ ਸੀ, ਜਿੰਨੀ ਕੁ ਮੇਰੀ ਮੱਤ ਦੇ ਵਿੱਚ ਸੀ, ਤਾਂ ਜਿੰਨੀ ਮੈਂ ਸਮਝ ਸਕਿਆ ਜਾਂ ਜਿੰਨਾ ਮੈਂ ਅੱਖੀਂ ਦੇਖਿਆ ਹੈ ਸਾਰਾ ਹਾਲ, ਤਿਤੀ ਕਥਾ ਇਹੋ ਦੀਨ ਸੁਣਾਈ। ਮੈਂ ਉਨੀ ਕੁ ਕਥਾ ਆਪ ਜੀ ਨੂੰ ਦੱਸ ਦਿੱਤੀ ਹੈ। ਮੈਂ ਉਤਨੀ ਕੁ ਜਿਹੜੀ ਕਥਾ ਸੀਗੀ ਸ਼ਬਦਾਂ ਵਿੱਚ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨੂੰ ਸ਼ਬਦਾਂ ਵਿੱਚ ਬੰਨਿਆ ਜਾਵੇ। ਕਿਉਂਕਿ ਇੱਕ ਚੀਜ਼ ਹੁੰਦੀ ਹੈ ਜਿਹੜੀ ਅੱਖਾਂ ਨਾਲ ਦੇਖੀ ਜਾਂਦੀ ਹੈ, ਬੁੱਧੀ ਨਾਲ ਸਮਝੀ ਜਾਂਦੀ ਹੈ, ਪਰ ਕਹਿੰਦੇ ਇਹ ਗੱਲ ਜਿਹੜੀ ਹੈ ਜਦੋਂ ਲਿਖਤੀ ਤੌਰ ਤੇ ਜੋ ਸ਼ਬਦਾਂ ਵਿੱਚ ਇਹਨੂੰ ਕਹੀਏ ਨਾ, ਕਹਿੰਦੇ ਉਹ ਤਾਂ ਪਾਤਸ਼ਾਹ ਜੀ ਤੇਰੀ ਕਿਰਪਾ ਨਾਲ ਇਹ ਹੋਇਆ ਹੈ। ਤੁਸੀਂ ਉਹ ਸ਼ਬਦ ਮੇਰੇ ਵਾਸਤੇ ਬਣਾ ਦਿੱਤੇ, ਮੈਨੂੰ ਉਹ ਸ਼ਕਤੀ ਦਿੱਤੀ ਜਿਹੜੀ ਮੈਂ ਡਿਸਕ੍ਰਾਈਬ ਕਰ ਸਕਾਂ, ਮੈਂ ਉਸ ਚੀਜ਼ ਨੂੰ ਜਿਹੜਾ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਾਂ। ਪਾਤਸ਼ਾਹ ਜੀ ਉਨੀ ਕੁ ਕਥਾ ਮੈਂ ਤੁਹਾਨੂੰ ਸੁਣਾਈ ਹੈ ਜਿੰਨੀ ਕੁ ਸ਼ਕਤੀ ਤੁਸੀਂ ਮੈਨੂੰ ਬਖਸ਼ੀ ਹੈ। ਰਾਵਰ ਕੀ ਮੈਂ ਪਾਏ ਰਜਾਈ। ਇਸ ਕਰਕੇ ਤੁਹਾਡੀ ਰਜਾ ਵਿੱਚ ਰਹਿ ਕੇ ਹੀ ਇਹ ਕਥਾ ਸੁਣਾਉਣ ਦਾ ਸਮਰੱਥਾ ਮੈਨੂੰ ਆਈ ਹੈ, ਨਹੀਂ ਤਾਂ ਮੈਂ ਕੌਣ ਹੁੰਦਾ ਹਾਂ? ਉਹ ਪਰਮਾਤਮਾ ਦੀ ਕਥਾ ਸੁਣਾਉਣ ਵਾਲਾ। ਤਲਵੰਡੀ ਮਹਿ ਰਹਿਓ ਬਹੋਰੀ। ਮੈਂ ਜਾ ਕਰਕੇ ਭਾਈ ਬਾਲਾ ਜੀ ਕਹਿੰਦੇ ਮੈਂ ਤਲਵੰਡੀ ਵਿੱਚ ਰਹਿਣ ਲੱਗ ਪਿਆ। ਫਿਰ ਧਿਆਨ ਕਰੋ ਬੰਦੋਂ ਤੇ ਠੌਰੀ। ਧਿਆਨ ਮੇਰਾ ਗੁਰੂ ਨਾਨਕ ਵਿੱਚ ਜੁੜਿਆ ਹੋਇਆ ਹੈ ਕਿ ਕਹਿੰਦੇ ਉਸ ਵੇਲੇ ਹਰ
ਵੇਲੇ ਮੈਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਕਰਦਾ ਸਾਂ। ਜਬ ਮੈਂ ਸੁਨਿਓ ਦੁਤੀਆ ਕਿਆ ਬੇਖਾ। ਪਰ ਜਦੋਂ ਮੈਂ ਸੁਣਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ ਤੇ ਆਪਣੇ ਥਾਂ ਤੇ ਆਪਣਾ ਦੂਸਰਾ ਸਰੂਪ ਨੂੰ ਪ੍ਰਗਟ ਕਰ ਗਏ ਹਨ, ਦਰਸ ਹੇਤ ਪੀ ਚਾਹੇ ਵਿਸੇਖਾ। ਉਸ ਵੇਲੇ ਮੈਨੂੰ ਦਰਸ਼ਨਾਂ ਦੀ ਬੜੀ ਪਿਆਸ ਲੱਗੀ। ਮੈਂ ਗੁਰੂ ਨਾਨਕ ਦਾ ਦੂਸਰਾ ਰੂਪ ਦੇਖਾਂ, ਜਾ ਕੇ ਮੈਂ ਦੂਜੇ ਗੁਰੂ ਨਾਨਕ ਦੇ ਦਰਸ਼ਨ ਕਰਾਂ। ਤਤ ਛਿਨ ਤੁਮਰੇ ਆਏ ਸਮੀਪਾ। ਪਾਤਸ਼ਾਹ ਜੀ ਮੇਰੀ ਅਰਦਾਸ ਤਲਵੰਡੀ ਵਿੱਚ ਬਹਿ ਕੇ ਮਨ ਵਿੱਚ ਕੀਤੀ ਹੋਈ ਤੁਸੀਂ ਜਾਣ ਲਈ। ਤੁਸੀਂ ਉਸੇ ਵੇਲੇ ਜਿਹੜਾ ਹੈ ਮੈਨੂੰ ਯਾਦ ਕੀਤਾ ਤੇ ਜਿਹੜਾ ਹੈ ਸਿੱਖ ਨੂੰ ਭੇਜ ਕੇ ਮੈਨੂੰ ਬੁਲਾ ਲਿਆ। ਦਰਸੇ ਤੁਮ ਤੇਹਨ ਕੁਲਦੀਪਾ। ਮੈਂ ਇਸ ਕਰਕੇ ਤੁਹਾਡੇ ਦਰਸ਼ਨ ਕੀਤੇ ਕਿਉਂਕਿ ਕੀਤੀ ਕਿਰਪਾ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਤੁਹਾਡੀ ਕਿਰਪਾ, ਤੁਸੀਂ ਆਪ ਮੈਨੂੰ ਆਪਣੇ ਦੂਸਰੇ ਰੂਪ ਵਿੱਚ ਵੀ ਸੱਦ ਲਿਆ ਕੋਲੇ। ਪਹਿਲੇ ਸਰੂਪ ਵਿੱਚ ਤਾਂ ਮੈਂ ਤੁਹਾਡੇ ਨਾਲ ਰਿਹਾ, ਦੂਜੇ ਸਰੂਪ ਦੇ ਵਿੱਚ ਵੀ ਤੁਸੀਂ ਮੈਨੂੰ ਆਪਣੇ ਕੋਲ ਸੱਦ ਲਿਆ। ਪਾਤਸ਼ਾਹ ਜੀ ਬੜੀ ਕਿਰਪਾ ਕੀਤੀ ਤੁਸੀਂ। ਸੋ ਸ੍ਰੀ ਨਾਨਕ ਹੋ ਤੁਮ ਉਹੀ। ਹੇ ਤ੍ਰੇਹਨ ਕੁਲ ਦੀਪਾ, ਹੇ ਤ੍ਰੇਹਨ ਕੁਲ ਦੇ ਵਿੱਚ ਜਿਹੜਾ ਹੈ ਭਾਵੇਂ ਤੁਹਾਡਾ ਨਾਂ ਤ੍ਰੇਹਨ, ਭਾਵੇਂ ਤੁਹਾਡੀ ਕੁਲ ਤ੍ਰੇਹਨ ਹੈ, ਸੋ ਸ੍ਰੀ ਨਾਨਕ ਹੋ ਤੁਮ ਉਹੀ। ਤੁਸੀਂ ਉਹੀ ਗੁਰੂ ਨਾਨਕ ਹੋ। ਦੇਖੋ ਭਾਈ ਬਾਲਾ ਤੋਂ ਵੱਧ ਗੁਰੂ ਨਾਨਕ ਨੂੰ ਕੌਣ ਜਾਣਦਾ ਸੀ। ਅੱਜ ਭਾਈ ਬਾਲਾ ਇਹ ਕਹਿ ਰਿਹਾ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਹੇ ਗੁਰੂ ਅੰਗਦ ਸਾਹਿਬ ਜੀ ਤੁਸੀਂ ਤੇ ਗੁਰੂ ਨਾਨਕ ਉਹੀ ਹੋ, ਉਹੀ ਗੁਰੂ ਨਾਨਕ ਤੁਸੀਂ ਹੋ, ਉਹੀ ਰੂਪ ਹੋ ਤੁਸੀਂ। ਹੈ ਪ੍ਰਤੀਤ ਅਤਿ ਦ੍ਰਿੜ ਮੋਹੀ। ਕਹਿਣਗੇ ਇਹ ਪ੍ਰਤੀਤ ਹੈ ਮੇਰੀ ਦ੍ਰਿੜ ਹੈ, ਕਿਉਂਕਿ ਗੁਰੂ ਨਾਨਕ ਦਾ ਭਗਤ ਭਾਈ ਬਾਲੇ ਨਾਲੋਂ ਵੱਡਾ ਕਿਹਨੇ ਹੋ ਜਾਣਾ ਹੈ। ਕਿਹਨੇ ਗੁਰੂ ਨਾਨਕ ਨੂੰ ਆਪਣੇ ਜਿਹੜਾ ਸਾਰੀ ਜ਼ਿੰਦਗੀ ਪ੍ਰਤੱਖ ਅੱਖਾਂ ਨਾਲ ਦੇਖਿਆ, ਪ੍ਰਤੱਖ ਕੰਨਾਂ ਨਾਲ ਸੁਣਿਆ, ਪ੍ਰਤੱਖ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੀ ਸੰਗਤ ਕੀਤੀ ਤੇ ਫਿਰ ਪ੍ਰਤੱਖ ਉਹਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਇਤੋਂ ਵੱਡਾ ਜਿਹੜਾ ਹੈ ਕੌਣ ਗੁਰੂ ਨਾਨਕ ਨੂੰ ਜਾਣ ਸਕਦਾ ਸੀਗਾ ਭਾਈ ਬਾਲੇ ਨਾਲੋਂ। ਕਹਿੰਦੇ ਹੋਏ ਪ੍ਰਤੀਤ, ਅੱਜ ਮੈਨੂੰ ਪ੍ਰਤੀਤ ਦ੍ਰਿੜ ਹੋ ਗਈ, ਹੇ ਗੁਰੂ ਨਾਨਕ ਤੁਸੀਂ ਹੀ ਗੁਰੂ ਅੰਗਦ ਹੋ। ਆਪਣੀ ਕਥਾ ਆਪ ਲਿਖਵਾਈ। ਇਸ ਕਰਕੇ ਪਾਤਸ਼ਾਹ ਜੀ ਆਪਣੀ ਕਥਾ ਤੁਸੀਂ ਆਪੇ ਲਿਖਾਈ ਹੈ। ਹੁਣ ਤੁਹਾਤੋਂ ਵੱਧ ਕਿਹਨੂੰ ਪਤਾ ਸੀ ਤੁਹਾਡੀ ਕਥਾ ਦਾ। ਤੁਸੀਂ ਆਪ ਹੀ ਆਪਣੀ ਕਥਾ ਲਿਖਾਈ ਹੈ। ਇਹ ਤਾਂ ਮੈਨੂੰ ਇੱਕ ਬਹਾਨਾ ਬਣਾ ਦਿੱਤਾ, ਮੈਨੂੰ ਤਾਂ ਵਡਿਆਈ ਦਿੱਤੀ ਹੈ ਪਾਤਸ਼ਾਹ ਜੀਓ। ਤੁਹਾਡੀ ਕਥਾ ਨੂੰ ਤਾਂ ਤੁਸੀਂ ਉਹ ਜਾਣਦੇ ਹੋ। ਦਾਸ ਜਾਨ ਮੁਝ ਦੀਨ ਬਡਾਈ। ਮੈਨੂੰ ਆਪਣਾ ਦਾਸ ਜਾਣ ਕੇ ਮੈਨੂੰ ਇਹ ਜਿਹੜੀ ਵਡਿਆਈ ਦਿੱਤੀ ਹੈ ਸੁਣਾਉਣ ਦੀ। ਸਭ ਵਿਦ ਅੰਤਰਜਾਮੀ ਜਾਣੋ। ਪਾਤਸ਼ਾਹ ਜੀ ਤੁਸੀਂ ਸਾਰੀਆਂ ਵਿਧੀਆਂ ਕਰਕੇ ਅੰਤਰਜਾਮੀ ਹੋ, ਸਭ ਕੁਝ ਜਾਣਨ ਵਾਲੇ ਹੋ। ਤੀਨ ਕਾਲ ਕੀ ਬਾਤ ਬਖਾਨੋ। ਮਾਰਾ ਤਿੰਨ ਜਿਹੜਾ ਹਨ ਸਮਿਆਂ ਦੀਆਂ ਗੱਲਾਂ, ਜਿਹੜੀਆਂ ਹਨ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ, ਜਿਹੜਾ ਹਨ ਭੂਤਕਾਲ ਵਰਤਮਾਨ ਤੇ ਭਵਿੱਖਤ ਕਾਲ, ਸਾਰੀਆਂ ਗੱਲਾਂ, ਸਾਰੇ ਹੀ ਵਾਤਾਵਰਨ ਤੁਸੀਂ ਆਪ ਹੀ ਜਾਣਨ ਵਾਲੇ ਹੋ ਤੇ ਆਪੇ ਉਹਨਾਂ ਨੂੰ ਡਿਸਕ੍ਰਾਈਬ ਕਰਨ ਵਾਲੇ ਹੋ, ਉਹਨਾਂ ਨੂੰ ਤੁਸੀਂ ਆਪੇ ਸ਼ਬਦਾਂ ਵਿੱਚ ਬੰਨਣ ਵਾਲੇ ਹੋ। ਸੁਣੀ ਕਥਾ ਸ੍ਰੀ ਅੰਗਦ ਜਬ ਹੀ। ਜਦੋਂ ਇਹ ਕਥਾ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲੇ ਦੇ ਮੁਖ ਤੋਂ ਸੰਪੂਰਨ ਸੁਣੀ, ਹਰਕਤ ਔਰ ਮੁਖ ਬੋਲੇ ਤਬ ਹੀ। ਉਸ ਵੇਲੇ ਹਰਕਤ ਗੁਰੂ ਅੰਗਦ ਸਾਹਿਬ ਜੀ ਗਦਗਦ ਹੋ ਗਏ। ਮਹਾਰਾਜ ਨੂੰ ਇੰਨੀ ਖੁਸ਼ੀ ਹੋਈ ਕਿ ਸਾਰੀ ਕਥਾ ਅੱਜ ਸੁਣ ਲਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਉਸ ਵੇਲੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੁਣ ਭਾਈ ਬਾਲੇ ਤੇ ਆਪਣੇ ਦੂਸਰੇ ਸਰੂਪ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਸੁਨ ਬਾਲੇ ਸ੍ਰੀ ਗੁਰ ਸਮ ਤੁਮ ਹੋ। ਭਾਈ ਬਾਲੇ ਨੂੰ ਦੇਖੋ ਗੁਰੂ ਨਾਨਕ ਸਾਹਿਬ ਜੀ ਕਿੰਨੀ ਵਡਿਆਈ ਦਿੰਦੇ ਨੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਸੁਣ ਬਾਲੇ, ਹੇ ਬਾਲੇ ਤੇਰੇ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ। ਭਾਈ ਬਾਲਿਆ ਤੂੰ ਵੀ ਗੁਰੂ ਵਰਗਾ ਹੀ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਦੇਖੋ ਆਪਣਾ ਦੂਸਰਾ ਸਰੂਪ, ਆਪਣਾ ਵੱਡਾ ਸਰੂਪ ਗੁਰੂ ਨਾਨਕ ਸਰੂਪ ਨੂੰ ਜਾਣਦੇ ਨੇ, ਪਰ ਫਿਰ ਵੀ ਜਿਹੜੇ ਹਨ ਕਹਿੰਦੇ ਨੇ ਤੂੰ ਤਾਂ ਜਿਵੇਂ ਗੁਰੂ ਨਾਨਕ ਸੀ ਤੂੰ ਤਾਂ ਉਸੇ ਦਾ ਹੀ ਸਰੂਪ ਹੈ। ਤੇਰੇ ਵਿੱਚ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਧੰਨ ਧੰਨ ਪੁਨ ਧੰਨ ਜਨਮ ਹੋ। ਦੇਖੋ ਤੂੰ ਮਨ ਬਾਣੀ ਸਰੀਰ ਕਾਕੇ ਧੰਨ ਹੋ ਗਿਆ। ਭਾਈ ਬਾਲਿਆ ਤੇਰਾ ਜਨਮ ਧੰਨ ਹੋ ਗਿਆ। ਭਾਈ ਬਾਲਿਆ ਤੇਰੇ ਨਾਲੋਂ ਵੱਡਾ ਹੁਣ ਕਿਹਨੇ ਹੋ ਜਾਣਾ ਹੈ, ਕਿਉਂਕਿ ਤੇਰੇ ਵਿੱਚ ਤੇ ਗੁਰੂ ਨਾਨਕ ਵਿੱਚ ਵੀ ਕੋਈ ਫਰਕ ਨਾ ਰਹਿ ਗਿਆ। ਦੋਹਰਾ ਤੁਮਰੋ ਮੁਖ ਰਾਂਕਾ ਸਸੀ ਸੁਦਾ ਗਿਰਾ ਸਮ ਭਾਹੇ। ਤੇਰਾ ਜਿਹੜਾ ਮੂੰਹ ਹੈ ਜਿਹਦੇ ਵਿੱਚੋਂ ਤੁਸੀਂ ਕਥਾ ਸੁਣਾਈ ਹੈ ਉਹ ਇੱਕ ਪੂਰਨਮਾਸ਼ੀ ਵਾਲੇ ਦਿਨ ਦਾ ਚੰਦਰਮਾ ਹੋ, ਤੇ ਜਿਹੜਾ ਹਨ ਬਾਣੀ ਰੂਪ ਅੰਮ੍ਰਿਤ ਤੁਹਾਡੇ ਮੁਖ ਤੋਂ ਜਿਹੜੀਆਂ ਕਿਰਨਾਂ ਹਨ ਉਹ ਆਉਂਦੀਆਂ ਹਨ, ਉਹ ਠੰਡਕ ਪਾਉਂਦੀਆਂ ਹਨ। ਸਿੱਖ ਬਿੰਦਾਰ ਦੇਖ ਪੀਵਹੀ ਨਿਤਾ ਪ੍ਰਤ ਨਹੀਂ ਅਗਾਏ। ਦੇਖੋ ਇਹ ਕਥਾ ਨੂੰ ਸੁਣਨ ਵਾਲੇ ਜਿਹੜੇ ਸਿੱਖ ਹੋਣਗੇ ਨਾ, ਕਹਿੰਦੇ ਉਹ ਐਸੇ ਹੋਣਗੇ ਸਿੱਖ ਰੂਪੀ ਦੇਵਤੇ ਇਸ ਨੂੰ ਪੀਆ ਕਰਨਗੇ ਤੇ ਕਹਿੰਦੇ ਇਹਨੂੰ ਜਿਹੜੇ ਪਿੰਦਿਆਂ ਹੋਇਆਂ ਉਹ ਕਿਤੇ ਵੀ ਰੱਜਣਗੇ ਨਹੀਂ, ਉਹ ਰੱਜਦੇ ਨਹੀਂ ਹੋਣਗੇ।
ਉਹ ਹਮੇਸ਼ਾ ਉਹਨਾਂ ਨੂੰ ਤਰੇ ਲੱਗੇ ਰਹੇਗੀ, ਮੈਂ ਹੋਰ ਸੁਣਾ। ਦੇਖੋ ਇਹ ਕਥਾ ਦੀ ਜਿਹੜੀ ਭਾਵਨਾ ਹੈ, ਇਹ ਕਥਾ ਜਿਹੜੀ ਹੈ ਕਹਿੰਦੇ ਇੰਨੀ ਸੁਖਦਾਈ ਹੈ, ਇਹ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੈ, ਬਾਣੀ ਰੂਪ ਉਸ ਦੀਆਂ ਕਿਰਨਾਂ ਹਨ, ਤੇ ਕਹਿੰਦੇ ਸਿੱਖ ਰੂਪੀ ਜਿਹੜੇ ਦੇਵਤੇ ਹਨ ਉਹ ਸੁਣਦੇ ਕਿਤੇ ਵੀ ਰੱਜਣਗੇ ਨਹੀਂ ਜਿਨ੍ਹਾਂ ਨੂੰ ਗੁਰੂ ਨਾਲ ਸੱਚਾ ਪ੍ਰੇਮ ਹੈ। ਦੇਖੋ ਇਹ ਕਥਾ ਦਾ ਮਹਾਤਮ ਇਸ ਪ੍ਰਕਾਰ ਦਾ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਚੌਪੇ ਇਸकी ਮਹਿਮਾ ਕਹੀ ਨਾ ਜਾਏ, ਕਹਿਣਗੇ ਇਸ ਕਥਾ ਦੀ ਮਹਿਮਾ ਨੂੰ, ਪ੍ਰੇਸ ਨੂੰ ਕੋਈ ਸ਼ਬਦਾਂ ਨਾਲ ਕਹਿ ਨਹੀਂ ਸਕੇਗਾ। ਸੁਣ ਕੇ 4 ਪਦਾਰਥ ਪਾਏ, ਇਹ ਕਥਾ ਨੂੰ ਸੁਣ ਕਰਕੇ ਕਹਿੰਦੇ 4 ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਧਰਮ ਅਰਥ ਕਾਮ ਤੇ ਮੋਕਸ਼। ਇਹ 4 ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਇਹਦੇ ਬਾਰੇ ਜਿਹੜਾ ਹੈ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ 4 ਪਦਾਰਥ ਨੇ ਇਹ ਕਥਾ ਵਿੱਚੋਂ ਪ੍ਰਾਪਤ ਹੋਣਗੇ। ਇਹ ਕਥਾ ਹੀ 4 ਪਦਾਰਥਾਂ ਦੀ ਦਾਤੀ ਹੈ, ਤੇ ਇਹ ਜਿਹੜੀਆਂ ਹਨ ਕਥਾ ਨੂੰ ਸੁਣਨ ਵਾਲਿਆਂ ਨੂੰ ਕੋਈ ਵੀ ਘਾਟਾ ਨਹੀਂ ਰਹੇਗਾ। ਨਹੀਂ ਅਲੱਭ ਵਸਤ ਹੋਇਆ ਕੋਈ ਵੀ ਐਸੀ ਵਸਤੂ ਨਹੀਂ ਦੁਨੀਆ ਦੀ ਜਿਹੜੀ ਉਹਨਾਂ ਨੂੰ ਨਹੀਂ ਪ੍ਰਾਪਤ ਹੋਵੇਗੀ, ਜਿਹੜੀ ਉਹਨਾਂ ਤੋਂ ਓਲੇ ਹੋਵੇਗੀ, ਜਿਹੜੀ ਅਲੱਭ ਨਹੀਂ ਲੱਭੀ ਜਾਂਦੀ, ਕੋਈ ਐਸੀ ਵਸਤੂ ਹੋਏਗੀ ਨਹੀਂ। ਜਿਉ ਪਾਰਸ ਧਨ ਤੋਟ ਨਾ ਹੋਈ, ਦੇਖੋ ਜਿਵੇਂ ਕਿਸੇ ਕੋ ਪਾਰਸ ਹੋਵੇ ਉਹਦੇ ਕੋਲ ਧਨ ਦੀ ਤੋਟ ਨਹੀਂ ਰਹਿੰਦੀ ਕਦੇ। ਪਰ ਉਪਕਾਰ ਕੀਓ ਜਗ ਪਰ ਤੁਮ, ਫਿਰ ਦੇਖੋ ਇਸ ਪ੍ਰਕਾਰ ਕਰਕੇ ਬਾਲਿਆ ਤੂੰ ਪਰ ਉਪਕਾਰ ਕੀਤਾ ਇਹ ਜਗਤ ਦੇ ਉੱਤੇ, ਇੱਕ ਸਮੇਂ ਨਹੀਂ, ਟਾਈਮਲੈਸਲੀ। ਕਹਿਣਗੇ ਇਹ ਕਥਾ ਨੂੰ, ਤੇਰੇ ਬਚਨਾਂ ਨੂੰ ਸਿੱਖ ਵਿਚਾਰਿਆ ਕਰਨਗੇ, ਐਡੀਆਂ ਵੱਡੀਆਂ ਪ੍ਰਾਪਤੀਆਂ ਕਰਿਆ ਕਰਨਗੇ, ਉਹਨਾਂ ਦੇ ਘਰ ਵਿੱਚੋਂ ਗਰੀਬੀ ਚੁੱਕੀ ਜਾਇਆ ਕਰੀਏ ਜਿਹੜੇ ਤੇਰੀ ਕਥਾ ਸੁਣਨਗੇ। ਕਹਿੰਦੇ ਉਹਨਾਂ ਦੇ ਘਰ ਵਿੱਚ ਜਿਹੜਾ ਹਨ ਧਰਮ ਆ ਜਾਏਗਾ, ਉਹਨਾਂ ਦੇ ਜਿਹੜਾ ਹਨ ਘਰ ਦੇ ਵਿੱਚ ਜਿਹੜੀਆਂ ਹਨ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ, ਉਹ ਆਨੰਦ ਸਰੂਪ ਵਿੱਚ ਪ੍ਰਾਪਤ ਹੋਣਗੇ, ਉਹਨਾਂ ਨੂੰ ਗੁਰੂ ਨਾਨਕ ਦੇ ਸਰੂਪ ਗੁਰੂ ਪਾਤਸ਼ਾਹ ਦੀ ਪ੍ਰਾਪਤੀ ਹੋਇਆ ਕਰੇਗੀ। ਮਹਿਮਾ ਅਪਰਨਾ ਕੋ ਇਸਕੇ ਸਮ, ਕਹਿਣਗੇ ਇਹਦੇ ਬਰਾਬਰ ਹੋਰ ਕੋਈ ਮਹਿਮਾ ਨਹੀਂ ਹੋਵੇਗੀ। ਜਿਹੜਾ ਮੇਰਾ ਸਿੱਖ ਇਸ ਸਾਖੀ ਨਾਲ, ਇਸ ਜਨਮ ਸਾਖੀ ਦੇ ਨਾਲ ਪ੍ਰੇਮ ਕਰਿਆ ਕਰੇਗਾ, ਜੋ ਗੁਰੂ ਦੀਆਂ ਗੱਲਾਂ ਨਾਲ ਪ੍ਰੇਮ ਕਰਿਆ ਕਰੇਗਾ, ਜਦੋਂ ਗੁਰੂ ਨਾਨਕ ਦੀ ਕੋਈ ਸਾਖੀ ਇਹ ਜਨਮ ਸਾਖੀ ਦੇ ਵਿੱਚੋਂ ਕੋਈ ਸੁਣਿਆ ਕਰੇਗਾ, ਉਹਦੇ ਮਨ ਵਿੱਚ ਗੁਰੂ ਨਾਨਕ ਆਪ ਪ੍ਰਗਟ ਹੋ ਜਾਇਆ ਕਰਨਗੇ। ਸੁਨਹਿ ਪੜ੍ਹੈ ਹਿਤ ਕਰ ਪੁਨ ਸੁਨਹਿ, ਇਸ ਕਰਕੇ ਜਿਹੜਾ ਇਹਨੂੰ ਸੁਣੇਗਾ, ਜਿਹੜਾ ਇਹਨੂੰ ਪੜ੍ਹੇਗਾ ਪ੍ਰੇਮ ਕਰਕੇ, ਪ੍ਰੀਤ ਕਰਹਿ ਸ੍ਰੀ ਗੁਰ ਗੁਣ ਗੁਣ ਹੈ, ਤੇ ਉਹ ਪ੍ਰੀਤ ਉਹਦੀ ਗੁਰੂ ਨਾਲ ਵਧੇਗੀ, ਉਹਦਾ ਇੱਕ ਰਿਸ਼ਤਾ ਗੁਰੂ ਨਾਨਕ ਸਾਹਿਬ ਜੀ ਨਾਲ ਬਣੇਗਾ, ਤੇ ਉਹ ਰਿਸ਼ਤਾ ਹੋਵੇਗਾ ਪ੍ਰੇਮ ਦਾ। ਸ੍ਰੀ ਗੁਰੂ ਗੁਣ ਗਾਹੇ ਤੇ ਉਹ ਗੁਣਾਂ ਦੀ ਵਿਚਾਰ ਕਰਕੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨਿਆ ਕਰੇਗਾ, ਉਹਦੇ ਵਿੱਚ ਉਹਦੇ ਜੀਵਨ ਵਿੱਚ ਬਰਕਤ ਆ ਜਾਏਗੀ। ਕਲੁਖ ਵਿਪੁਲ ਬਿਕਲਾਹੇ ਪਰਾਹੀ, ਤੇ ਉਹਦੇ ਪਾਪ ਸਾਰੇ ਘਬਰਾ ਕੇ ਨਾਸ ਹੋ ਜਾਣਗੇ, ਭੱਜ ਜਾਣਗੇ। ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਸਾਖੀਆਂ ਜਿਹੜਾ ਸੁਣੇਗਾ, ਪਾਪ ਉਹਦੇ ਤੋਂ ਡਰ ਕੇ ਭੱਜਿਆ ਕਰਨਗੇ। ਨਿਸ਼ਚਾ ਧਰੇ ਸਾਤ ਹੋਏ ਆਹੀ, ਜਿਹੜਾ ਮੇਰਾ ਸਿੱਖ ਨਿਸ਼ਚਾ ਧਰੇਗਾ, ਇਹ ਜਿੰਨੀਆਂ ਵੀ ਸਾਖੀਆਂ ਆਪ ਜੀ ਨੇ ਇੱਥੇ ਸੁਣੀਆਂ ਹਨ ਸ੍ਰੀ ਨਾਨਕ ਪ੍ਰਕਾਸ਼ ਦੀਆਂ, ਜਿਹੜੀਆਂ ਜਨਮ ਸਾਖੀ ਵਿੱਚ ਆਈਆਂ ਹਨ, ਤੇ ਕਹਿੰਦੇ ਨਿਸ਼ਚੈ ਧਰੇ, ਇਹਦੇ ਵਿੱਚ ਜਿਹੜਾ ਕੋਈ ਫੇਥ ਰੱਖੇਗਾ, ਭਰੋਸਾ ਰੱਖੇਗਾ, ਸ਼ਰਧਾ ਰੱਖੇਗਾ, ਉਹਦੇ ਮਨ ਵਿੱਚ ਸ਼ਾਂਤੀ ਆ ਜਾਏਗੀ। ਸ੍ਰੀ ਨਾਨਕ ਪਦ ਪੰਕਜ ਮਾਹੀ, ਉਹਨਾਂ ਦਾ ਹਿਰਦਾ, ਉਹਨਾਂ ਦਾ ਮਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਕਵਾਲਾਂ ਵਿੱਚ ਟਿਕ ਜਾਏਗਾ। ਸਰਦਾ ਵਧੈ ਮੁਕਤ ਫਲ ਤਾਹੀ, ਤੇ ਸ਼ਰਧਾ ਉਹਦੇ ਹਿਰਦੇ ਦੀ ਵਧੇਗੀ ਗੁਰੂ ਪ੍ਰਤੀ, ਤੇ ਉਹਨੂੰ ਮੁਕਤੀ ਦਾ ਫਲ ਪ੍ਰਾਪਤ ਹੋਵੇਗਾ। ਪੁੰਨ ਬਾਲੇ ਬੰਦੇ ਦੁਇ ਹੱਥ, ਉਸ ਵੇਲੇ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸਤਤ ਕੀਤੀ ਨਾ, ਇਸ ਜਨਮ ਸਾਖੀ ਜੋ ਭਾਈ ਬਾਲੇ ਵਾਲੀ ਆਪਾਂ ਕਹਿੰਦੇ ਹਾਂ ਨਾ, ਤੇ ਕਹਿੰਦੇ ਉਹਨਾਂ ਦੀ ਜਦੋਂ ਉਸਤਤ ਕੀਤੀ, ਜੋ ਕਵੀ ਸੰਤੋਖ ਸਿੰਘ ਜੀ ਨੇ ਇਸ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ, ਤਾਂ ਕਹਿੰਦੇ ਪੁੰਨ ਬਾਲੇ ਬੰਦੇ ਦੋਏ ਹੱਥਾ, ਦੋਨੇ ਹੱਥ ਬੰਨ ਲਏ ਭਾਈ ਬਾਲੇ ਜੀ ਨੇ। ਬੋਲਿਓ ਬਚਨ ਸੁਣੋ ਮਮ ਨਾਥਾ, ਬੋਲੇ ਭਾਈ ਬਾਲਾ ਜੀ, ਕਹਿੰਦੇ ਹੇ ਮੇਰੇ ਨਾਥ, ਮੇਰੀ ਇੱਕ ਬੇਨਤੀ ਸੁਣ ਲਓ। ਭਇਓ ਹਦੂਰ ਜਿਤੋ ਇਤਿਹਾਸਾ, ਪਾਤਸ਼ਾਹ ਜੀ ਮੇਰੇ ਸਾਹਮਣੇ ਜਿਹੜਾ ਇਤਿਹਾਸ ਹੋਇਆ ਹੈ, ਜਿਹੜਾ ਕੁਝ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਗਤ ਦੇ ਵਿੱਚ ਵਰਤਾਇਆ ਹੈ, ਜੋ ਸਤਿਗੁਰਾਂ ਦੇ ਕੌਤਕ ਸਨ, ਜਿਹੜੇ ਮੇਰੇ ਅੱਖਾਂ ਦੇ ਸਾਹਮਣੇ ਹੋਏ, ਸੋ ਵਰਣਨ ਕੀਨੋ ਤੁਧ ਪਾਸਾ, ਮੈਂ ਉਹ ਸਾਰੇ ਵਰਣਨ ਕੀਤੇ, ਸਾਰੇ ਤੁਹਾਨੂੰ ਦੱਸੇ ਹਨ, ਜਿਵੇਂ ਤਿਵੇਂ ਹੋਏ ਹਨ ਉਵੇਂ ਮੈਂ ਦੱਸੇ ਹਨ। ਇਸ ਅੱਗੇ ਸੁਧ ਮੋਹੇ ਨਾ ਕੋ, ਮਹਾਰਾਜ ਇਹ ਤੋਂ ਅੱਗੇ ਨਹੀਂ ਮੈਨੂੰ ਸੁਧ ਹੈਗੀ, ਕਿਉਂਕਿ ਮੈਂ ਤਾਂ ਤਲਵੰਡੀ ਮੁੜ ਗਿਆ ਸੀ ਨਾ ਪਾਤਸ਼ਾਹ ਜੀ, ਇੱਥੋਂ ਤੱਕ ਹੀ ਮੈਂ ਦੇਖਿਆ ਹੈ ਜੋ ਦੇਖਿਆ ਹੈ। ਰਾਵਰ ਸਰਬ ਜਾਣ ਹੋ ਸੋ, ਮਹਾਰਾਜ ਬਾਕੀ ਤਾਂ ਤੁਸੀਂ ਆਪ ਹੀ ਸਭ ਕੁਝ ਜਾਣਦੇ ਹੋ। ਜਰਾ ਗ੍ਰਸੀ ਅਬ ਕਾਇਆ ਮੇਰੀ, ਮਹਾਰਾਜ ਮੈਂ ਬੁੱਢਾ ਹੋ ਗਿਆ, ਭਾਈ ਬਾਲਾ ਜੀ ਕਹਿੰਦੇ ਬੁੱਢੇਪੇ ਨੇ ਆ ਕੇ ਮੇਰੇ ਸਰੀਰ ਨੂੰ ਘੇਰ ਲਿਆ, ਹੁਣ ਮੇਰਾ ਸਰੀਰ ਬਹੁਤ ਬੁੱਢਾ ਹੋ ਗਿਆ ਹੁਣ। ਲਖੋ ਆਰ ਬਲ ਭਈ ਬਡੇਰੀ, ਮਹਾਰਾਜ ਮੇਰੀ ਉਮਰ ਵੀ ਵੱਡੀ ਹੋ ਗਈ,
ਬਹੁਤ ਵੱਡੀ ਉਮਰ ਨੂੰ ਮੈਂ ਭੋਗ ਲਿਆ ਹੈ, ਹੁਣ ਤੱਕ ਮੇਰੀ ਉਮਰ ਬਹੁਤ ਹੋ ਗਈ ਹੈ। ਇਹ ਅਬ ਛੁੱਟ ਹੈ ਬਚਨ ਨਿਜ ਕਰੀਏ। ਮਹਾਰਾਜ ਹੁਣ ਬਚਨ ਕਰ ਦਿਓ, ਮੈਂ ਇਹ ਬੋਡੀ ਨੂੰ ਹੁਣ ਰੱਖਣਾ ਨਹੀਂ ਚਾਹੁੰਦਾ, ਕਿਰਪਾ ਕਰ ਦਿਓ, ਤੁਸੀਂ ਬਚਨ ਕਰ ਦਿਓ ਜਿਹਦੇ ਕਰਕੇ ਮੈਂ ਇਸ ਸਰੀਰ ਤੋਂ ਛੁੱਟ ਜਾਵਾਂ, ਇਸ ਜਿਹੜਾ ਹਨ ਸਰੀਰ ਤੋਂ ਮੈਨੂੰ ਮੁਕਤੀ ਮਿਲ ਜਾਵੇ। ਸਤਿਗੁਰੂ ਜੀ ਕਿਰਪਾ ਕਰ ਦਿਓ ਹੁਣ। ਜਗ ਸਾਗਰ ਤੇ ਮੋਹੇ ਉਦਰੀਏ। ਮਹਾਰਾਜ ਇਹ ਜਗਤ ਜੋ ਸਾਗਰ ਹੈ, ਜੋ ਦੁਸ਼ਟਰ ਹੈ, ਔਖਾ ਧਰਨਾ ਹੈ, ਪਾਤਸ਼ਾਹ ਜੀ ਮੈਨੂੰ ਤਾਰ ਲਓ, ਕਿਰਪਾ ਕਰ ਦਿਓ ਮੇਰੇ ਉੱਤੇ ਹੁਣ। ਸ੍ਰੀ ਅੰਗਦ ਸੁਣ ਕੇ ਮੁਸਕਾਨੇ। ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਆਪਣੇ ਪਿਆਰੇ ਭਾਈ ਬਾਲਾ ਜੀ ਦੇ ਮੁਖ ਤੋਂ ਸੁਣ ਕੇ ਨਾ ਮਹਾਰਾਜ ਮੁਸਕਰਾ ਪਏ। ਸਮਾਈਲ ਕਰਦਿਆਂ ਹੋਇਆਂ ਸਤਿਗੁਰਾਂ ਨੇ ਕਿਹਾ, ਕਿਉਂ ਅਸ ਆਪ ਉਤਾਇਲ ਠਾਨੇ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਬਾਲਿਆ ਤੈਨੂੰ ਇੰਨੀ ਛੱਤੀ ਕਾਹਲੀ ਕਿਉਂ ਪਈ ਹੈ ਜਾਣ ਦੀ, ਕਿਉਂ ਇੰਨੀ ਕਾਹਲੀ ਕਰ ਰਿਹਾ ਹਾਂ, ਕਿਉਂ ਇੰਨੀ ਛੱਤੀ ਤੂੰ ਜਾਣਾ ਚਾਹੁੰਦਾ ਹਾਂ। ਅਬ ਦਵੈ ਮਾਸ ਬੈਸ ਹੈ ਤੇ। ਕਹਿੰਦੇ 2 ਮਹੀਨੇ ਤੇਰੀ ਉਮਰ ਬਾਕੀ ਹੈ ਭਾਈ ਬਾਲੇ, ਹੁਣ ਤੂੰ 2 ਮਹੀਨੇ ਹੋਰ ਤੂੰ ਹਜੇ ਤੇਰੇ ਸਵਾਸ ਬਾਕੀ ਨੇ, 2 months ਤੇਰੀ ਏਜ ਹਜੇ ਰਹਿੰਦੀ ਹੈ। ਹੁਣ ਸਰੀਰ ਹੈ ਭਸਮ ਸੋ ਢੇਰੀ। ਫੇਰ ਉਸ ਤੋਂ ਬਾਅਦ ਤਾਂ ਸਰੀਰ ਭਸਮ ਦੀ ਢੇਰੀ ਹੋਈ ਹੈ। ਤਬ ਲਗ ਹਮ ਟਿਗ ਰਹੋ ਹਿਤ ਸਾਥਾ। ਕਹਿਣ ਲੱਗੇ, ਬਾਲਿਆ ਤੂੰ ਮੇਰਾ ਪਿਆਰਾ ਹੈ, ਮੈਂ ਤੇ ਤੋਂ ਵਿਛੜ ਕੇ ਨਹੀਂ ਰਹਿਣਾ। ਗੁਰੂ ਅੰਗਦ ਸਾਹਿਬ ਜੀ ਕਹਿੰਦੇ, ਇਸ ਕਰਕੇ ਤੂੰ ਹੁਣ ਸਾਡੇ ਕੋਲ ਹੀ ਰਹਿ ਇਹ 2 ਮਹੀਨੇ, ਹੁਣ ਤੂੰ ਖਡੂਰ ਸਾਹਿਬ ਵਿੱਚ ਸਾਡੇ ਕੋਲ ਰਹਿ ਤੇ ਤੂੰ ਕਿਤੇ ਨਹੀਂ ਜਾਣਾ ਹੁਣ। ਪਰਚੋ ਸੁਨੋ ਕਰੋ ਗੁਰ ਸਾਥਾ। ਤੇਰੇ ਜਿਹੜਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਿੰਨਾ ਪ੍ਰੇਮ ਹੈ। ਪਾਤਸ਼ਾਹ ਜੀ ਕਹਿੰਦੇ ਆਪਾਂ ਆਪਸ ਵਿੱਚ ਪਰਚਾਂਗੇ, ਆਪਸ ਵਿੱਚ ਮਿਲ ਗਿਲ ਕੇ ਜਿਹੜਾ ਹਨ ਕਥਾ ਕਹਾਣੀਆਂ ਸੁਣਾਂਗੇ, ਕਹਾਂਗੇ, ਇਕੱਠੇ ਹੋ ਕੇ ਆਪਾਂ ਸੰਗਤ ਕਰਿਆ ਕਰਾਂਗੇ। ਸੁਣ ਕੇ ਹਰਕਤ ਹੋਇਆ ਕਰ ਬਾਲਾ। ਭਾਈ ਬਾਲਾ ਜੀ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਏ। ਰਹਿਓ ਸਮੀਪ ਸੁਖਦ ਤੇ ਕਾਲਾ। ਮਹਾਰਾਜ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੂਜੇ ਸਰੂਪ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਜਿਹੜਾ ਹਨ ਸੁੱਖਾਂ ਦੇ ਦਾਤੇ ਕੋਲ ਹੁਣ ਭਾਈ ਬਾਲੇ ਨੇ ਆਪਣੇ ਅਖੀਰਲੇ 2 ਮਹੀਨੇ ਆਪਣੀ ਉਮਰ ਦੇ ਜਿਹੜੇ ਹਨ ਅਖੀਰਲੇ ਜਿਹੜੇ ਹਨ 2 ਮਹੀਨੇ ਸਨ, ਜਦੋਂ ਤੱਕ ਭਾਈ ਬਾਲੇ ਨੇ ਜਿਉਂਦਾ ਰਹਿਣਾ ਹੈ ਗੁਰੂ ਅੰਗਦ ਸਾਹਿਬ ਜੀ ਕੋ ਰਿਹਾ। ਕਹੈ ਸੁਨੈ ਗੁਰ ਕੇ ਗੁਣ ਔਰੀ। ਦੇਖੋ ਹੋਰ ਵੀ ਗੁਰੂ ਨਾਨਕ ਦੇ ਗੁਣ ਦਿਨ ਰਾਤ ਭਾਈ ਬਾਲਾ ਜੀ ਕਹੀ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਬੜੇ ਪ੍ਰੇਮ ਨਾਲ ਸੁਣਦੇ ਹਨ। ਹੋਏ ਮਾਸ ਜਬ ਬੀਤੇ ਬਹੋਰੀ। ਜਦੋਂ 2 ਮਹੀਨੇ ਐਸੇ ਆਨੰਦ ਵਿੱਚ ਬੀਤ ਗਏ, ਪਰਾਲ ਬਦ ਭੋਗੀ ਨਿਜ ਜਬ ਹੀ। ਜਦੋਂ ਸਾਰੀ ਪ੍ਰਾਲ ਬੱਧ ਜਿਹੜੀ ਭੋਗ ਲਈ ਭਾਈ ਬਾਲੇ ਜੀ ਨੇ ਆਪਣੀ, ਆਇਓ ਸਮਾਤਨ ਬਿਨਸਨ ਤਬ ਹੀ। ਬਸ ਸਮਾਂ ਆ ਗਿਆ ਜਿਸ ਵੇਲੇ ਸਵਾਸਾਂ ਨੇ ਜਿਹੜਾ ਹੈ ਸਵਾਸਾਂ ਦੀ ਪੂੰਜੀ ਪੂਰੀ ਹੋਣੀ ਸੀ, ਜਦੋਂ ਸਵਾਸ ਮੁੱਕਣੇ ਸਨ ਇਸ ਪ੍ਰਾਲਬੱਧ ਦੇ। ਸ੍ਰੀ ਅੰਗਦ ਕੋ ਕਰਕੇ ਬੰਧਨ। ਦੇਖੋ ਭਾਈ ਬਾਲੇ ਨੇ ਅਖੀਰਲਾ ਕਾਰਜ ਕੀ ਕੀਤਾ, ਜਦੋਂ ਉਹਨਾਂ ਨੂੰ ਪਤਾ ਸੀ ਨਾ ਵੀ ਮੇਰੇ ਹੁਣ ਥੋੜੇ ਸਵਾਸ ਰਹਿ ਗਏ ਹਨ, ਜਾ ਕਰਕੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਦਿੱਤਾ। ਭਾਈ ਬਾਲੇ ਨੇ ਅੱਜ ਐਸਾ ਮੱਥਾ ਟੇਕਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੋ ਚਰਨਾਂ ਤੇ ਆਪਣਾ ਮੱਥਾ ਰੱਖਿਆ ਨਾ, ਬੜੇ ਪ੍ਰੇਮ ਨਾਲ ਜਦੋਂ ਮੱਥਾ ਟੇਕਿਆ, ਬਹੁਤ ਧਿਆਨ ਧਰ ਦੋਖ ਨਿਕੰਦਨ। ਬਸ ਧਿਆਨ ਭਾਈ ਬਾਲੇ ਦਾ ਜਿਹੜਾ ਹੈ ਉਸੇ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਜਾ ਸਮਾਇਆ। ਉਸ ਸਮਾਇਆ ਉੱਥੇ ਜਿੱਥੇ ਟਿਕਿਆ ਹੋਇਆ ਸੀ ਸਾਰੀ ਉਮਰ, ਜੋ ਦੋਖ ਨਿਕੰਦਨ ਹਨ। ਕਹਿੰਦੇ ਦੋਖ ਜੋ ਦੋਖਾਂ ਨੂੰ ਭੰਨਣ ਵਾਲੇ ਹਨ, ਕੱਟਣ ਵਾਲੇ ਹਨ। ਧਰਨੀ ਕੋ ਪੁਨੀਤ ਕਰਵਾਏ। ਦੇਖੋ ਭਾਈ ਬਾਲੇ ਦਾ ਮੱਥਾ ਟੇਕਣਾ ਐਸਾ ਸੀ ਜਿਹੜੇ ਸਾਰੀ ਧਰਤੀ ਨੂੰ ਪਵਿੱਤਰ ਕਰ ਦਿੱਤਾ। ਭਾਈ ਬਾਲੇ ਨੇ ਉਸ ਵੇਲੇ ਮੱਥਾ ਟੇਕ ਕਰਕੇ ਧਰਤੀ ਦੇ ਉੱਤੇ ਉਸ ਵੇਲੇ ਕੋਡਿਓ ਸ੍ਰੀ ਨਾਨਕ ਉਰ ਧਿਆਏ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਧਿਆਉਂਦਿਆਂ ਹੋਇਆਂ ਭਾਈ ਬਾਲਾ ਜੀ ਲੰਮੇ ਪੈ ਗਏ ਉੱਥੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਦੇ ਚਰਨ ਸਨ। ਤਨਕ ਵਿਖੈ ਨਿਜ ਤਨ ਕੋ ਤਿਆਗੀ। ਬਸ ਪੈਣ ਦੀ ਲੋੜ ਸੀ, ਹਜੇ ਲੰਮੇ ਪਏ ਹਨ, ਬਸ ਆਪਣਾ ਸਰੀਰ ਤਿਆਗ ਦਿੱਤਾ। ਕਹਿੰਦੇ ਆਪਣਾ ਸਰੀਰ ਛੱਡ ਦਿੱਤਾ ਭਾਈ ਬਾਲੇ ਨੇ। ਤੇ ਭਾਈ ਬਾਲੇ ਦਾ ਸਰੀਰ ਇੰਨਾ ਕਹਿੰਦੇ ਜਿਹੜਾ ਹਨ ਉਹਨਾਂ ਦੇ ਅੰਦਰੋਂ ਉਹਨਾਂ ਦਾ ਜਿਹੜਾ ਹੈ ਐਸਾ ਉਹ ਗੁਰੂ ਨਾਨਕ ਵਿੱਚ ਜਾ ਸਮਾਏ। ਕਹਿੰਦੇ ਐਸਾ ਹੈ ਜਿਵੇਂ ਕਿਤੇ ਕਹਿੰਦੇ ਉਹ ਜਿਹੜਾ ਹੈ ਨਾ ਜਿਵੇਂ ਪੱਕਾ ਫਲ ਹੁੰਦਾ ਹੈ ਨਾ, ਹੱਥ ਲੱਗੀਆਂ ਡਿੱਗ ਪੈਂਦਾ ਹੈ ਨਾ, ਬਸ ਭਾਈ ਬਾਲੇ ਨੂੰ ਲੰਮੇ ਪੈਣ ਦੀ ਲੋੜ ਸੀ। ਉਸੇ ਵੇਲੇ ਜਿਹੜਾ ਹਨ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਸਮਾਏ। ਪਹੁੰਚੋ ਪਰਮ ਪਦੰ ਬੜ ਭਾਗੀ। ਬਸ ਪਹੁੰਚਿਓ, ਕਹਿੰਦੇ ਪਹੁੰਚ ਗਏ ਉਹ ਪਰਮ ਸ੍ਰਿਸ਼ਟ ਪਦਵੀ ਦੇ ਉੱਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੈ, ਜਿੱਥੇ ਆਪ ਗੁਰੂ ਨਾਨਕ ਸਾਹਿਬ ਜੀ ਵਾਸਾ ਕਰਦੇ ਹਨ, ਉੱਥੇ ਪਹੁੰਚ ਗਿਆ ਇਹ ਵੱਡੇ ਭਾਗਾਂ ਵਾਲਾ ਭਾਈ ਬਾਲਾ। ਸ੍ਰੀ ਅੰਗਦ ਮਹਿ ਜੋਤ ਸਮਾਨੀ। ਬਸ ਗੁਰੂ ਅੰਗਦ
ਸਾਹਿਬ ਵਿੱਚ ਹੀ ਜੋਤ ਸਰੂਪ ਦੇ ਵਿੱਚ ਹੀ ਜੋਤ ਹੋ ਕੇ ਸਮਾ ਗਿਆ ਭਾਈ ਬਾਲਾ। ਜੋ ਪਾਣੀ ਮਿਲ ਮਹਿ ਮਿਲ ਹੈ ਪਾਣੀ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਉਸੇ ਤਰ੍ਹਾਂ ਤੇ ਛਿਨ ਸਿਰ ਤੇਹਣ ਕੁਲ ਰਾਈ। ਉਸ ਵੇਲੇ ਜਿਹੜਾ ਹਨ ਤੇਸ਼ਨ ਉਸੇ ਛਿਨ ਉਸੇ ਸਮੇਂ ਉਸੇ ਇਨਸਟੈਂਟ ਦੇ ਵਿੱਚ ਜਿਹੜੇ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਕੇ ਭਲੀ ਚਿਤਾ ਕਰਵਾਏ। ਮਹਾਰਾਜ ਨੇ ਆਪ ਹਨ ਭਾਈ ਬਾਲੇ ਵਾਸਤੇ ਚਿੱਖਾ ਤਿਆਰ ਕਰਵਾਈ, ਉਹਨਾਂ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ। ਸਿੱਖਣ ਤੇ ਤਨ ਕੋ ਉਚਵਾਏ। ਆਪ ਪਾਤਸ਼ਾਹ ਜੀ ਨੇ ਕੋਲੇ ਖੜ ਕੇ ਸਾਰਾ ਹੀ ਕਿਰਿਆ ਕਰਮ ਜਿਹੜਾ ਕਾਰਜ ਜਿਹੜਾ ਅੰਤਮ ਸੰਸਕਾਰ ਸੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕੀਤਾ। ਆਪ ਕੋਲੇ ਖੜ ਕੇ ਤੇ ਮਹਾਰਾਜ ਨੇ ਆਪ ਸਿੱਖਾਂ ਤੋਂ ਗੁਰੂ ਭਾਈ ਬਾਲੇ ਜੀ ਦਾ ਸਰੀਰ ਚੁਕਵਾਇਆ। ਰੱਖਿਓ ਉੱਪਰ ਤਾਹੇ ਬਣਾਈ। ਉੱਪਰ ਰੱਖਿਆ ਸਰੀਰ ਜਿਹੜਾ ਭਾਈ ਬਾਲੇ ਦਾ ਸਤਕਾਰ ਦੇ ਨਾਲ ਉੱਚੀ ਥਾਂ ਤੇ ਰੱਖਿਆ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਨਾਲੋਂ ਆਪਣੇ ਸੀਸ ਨਾਲੋਂ ਵੀ ਉੱਚਾ ਚੁੱਕਿਆ ਭਾਈ ਬਾਲੇ ਦਾ ਜਿਹੜਾ ਸਰੀਰ ਸੀਗਾ। ਮੋਹਰੋ ਆਪ ਨਿਕਟ ਚੱਲ ਆਏ। ਫਿਰ ਆਪ ਸਤਿਗੁਰੂ ਜੀ ਨਿਕਟ ਹੋ ਕੇ ਚੱਲੇ ਭਾਈ ਬਾਲੇ ਦੇ ਸਰੀਰ ਦੇ। ਤ੍ਰਿਨ ਅਗਨੀ ਕੋ ਹੱਥ ਉਚਾਏ। ਮਹਾਰਾਜ ਨੇ ਉਸ ਵੇਲੇ ਹੱਥ ਵਿੱਚ ਆਪ ਅਗਨੀ ਚੁੱਕੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲੇ ਜੀ ਦੀ ਜੋ ਹੈ ਉਸ ਚਿੱਖਾਂ ਨੂੰ ਜਿਹੜਾ ਹੈ ਬਾਲਣ ਲਾਉਣ ਵਾਸਤੇ। ਤਬ ਸਿੱਖ ਵਰਜ ਰਹੇ ਬਹੁ ਬਾਰੀ। ਸਿੱਖਾਂ ਨੇ ਵਰਜਿਆ ਗੁਰੂ ਅੰਗਦ ਸਾਹਿਬ ਜੀ ਨੂੰ, ਪਾਤਸ਼ਾਹ ਜੀ ਤੁਸੀਂ ਰਹਿਣ ਦਿਓ, ਹੋਰ ਕੋਈ ਕਰ ਲੇਗਾ। ਗੁਰੂ ਅੰਗਦ ਸਾਹਿਬ ਜੀ ਨੇ ਕਹਿੰਦੇ ਸਾਡਾ ਪਿਆਰਾ ਹੈ, ਇਹ ਸਾਡਾ ਪਿਆਰਾ ਹੈ, ਇਸ ਦੀਆਂ ਲੱਕੜਾਂ ਵੀ ਅਸੀਂ ਚੁੱਕਣੀਆਂ ਨੇ, ਇਸ ਦੀ ਚਿੱਖਾਂ ਵੀ ਅਸੀਂ ਆਪਣੇ ਹੱਥੀਂ ਤਿਆਰ ਕਰਕੇ ਆਪਣੇ ਹੱਥੀਂ ਇਸ ਨੂੰ ਲਾਂਬੂ ਵੀ ਅਸੀਂ ਲਾਉਣਾ ਹੈ। ਨਿਜ ਕਰ ਸੰਗ ਦਾਹੋ ਦੇ ਜਾਰੇ। ਦੇਖੋ ਆਪਣੇ ਹੱਥੀਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲੇ ਦਾ ਸਰੀਰ ਦਾ ਸੰਸਕਾਰ ਕੀਤਾ। ਜਿਹੇ ਸਤਿਗੁਰ ਕੋ ਸੇਵਕ ਪਿਆਰੇ। ਦੇਖੋ ਜੋ ਭਾਈ ਬਾਲਾ ਜੀ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਹਨ। ਕਹਿੰਦੇ ਜਿਹੜੇ ਵੀ ਸਿੱਖ ਸਤਿਗੁਰਾਂ ਨੂੰ ਬੜੇ ਪਿਆਰੇ ਹਨ, ਪਰ ਨਾ ਕਿਛ ਗਿਣਤੀ ਉਰਧਾਰੇ। ਕਹਿਣ ਲੱਗੇ ਉਹਨਾਂ ਦੀ ਹੋਰ ਕੀ ਗਿਣਤੀ ਕਰਨੀ ਹੈ, ਅਪਰ ਨਾ ਕਿਛ ਗਿਣਤੀ ਉਧਾਰੇ। ਕਹਿਣਗੇ ਹੋਰ ਕੀ ਉਹਨਾਂ ਦੀ ਗਿਣਤੀ ਕਰਨੀ ਹੈ, ਉਹ ਤਾਂ ਗੁਰੂ ਨਾਨਕ ਵਿੱਚ ਵੀ ਸਮਾ ਗਏ। ਵੈਸੇ ਬਹੁਰ ਸਰਬ ਸਿੱਖ ਮਾਹੀ। ਸਾਰਿਆਂ ਸਿੱਖਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਹਨ। ਬਾਲੇ ਕੀ ਉਸਤਤ ਬਹੁ ਪ੍ਰਾਹੀ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਦੂਜਾ ਸਰੂਪ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਦੀ ਉਸਤਤ ਕਰਦੇ ਨੇ। ਦੇਖੋ ਆਪਾਂ ਗੁਰੂ ਦੀ ਉਸਤਤ ਕਰਦੇ ਹਾਂ ਤੇ ਕਿੱਡੇ ਕਿੱਡੇ ਫਲ ਆਪਾਂ ਨੂੰ ਮਿਲਦੇ ਨੇ। ਆਹ ਦੇਖੋ ਗੁਰੂ ਅੰਗਦ ਸਾਹਿਬ ਜੀ ਬੈਠੇ ਭਾਈ ਬਾਲੇ ਦੀ ਉਸਤਤ ਕਰ ਰਹੇ ਹਨ। ਧੰਨ ਧੰਨ ਸਭ ਹੀ ਨਰ ਕਹੇ। ਸਾਰੇ ਨਰ ਜਿਹੜੇ ਬੈਠੇ ਸਨ ਸਿੱਖ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਭਾਈ ਬਾਲੇ ਜੀ ਦੀ ਉਸਤਤ ਨੂੰ ਸੁਣ ਕਰਕੇ ਧੰਨ ਧੰਨ ਕਹਿੰਦੇ ਹਨ ਭਾਈ ਬਾਲਾ ਜੀ। ਸ੍ਰੀ ਨਾਨਕ ਹਿਤਕਾਰੀ ਇਹ। ਕਹਿਣਗੇ ਗੁਰੂ ਨਾਨਕ ਦਾ ਪਿਆਰਾ ਸੀ ਭਾਈ ਬਾਲਾ। ਭਾਈ ਬਾਲਾ ਇੰਨਾ ਪਿਆਰਾ ਗੁਰੂ ਨਾਨਕ ਸਾਹਿਬ ਜੀ ਨੂੰ ਸੀਗਾ ਕਿ ਗੁਰੂ ਨਾਨਕ ਨੇ ਜਿਹੜਾ ਬਚਨ ਕੀਤਾ ਨਾ, ਤੂੰ ਮੇਰਾ ਪਿਆਰਾ ਹੈ, ਤੂੰ ਮੇਰੇ ਨਿਕਟ ਹੈ, ਮੇਰੇ ਮਨ ਨਾਲ ਮਿਲਿਆ ਹੋਇਆ ਹੈ, ਤੂੰ ਕਿਤੋਂ ਮੇਤੋਂ ਵਿਛੜੇਗਾ ਨਹੀਂ, ਤੂੰ ਮੇਰਾ ਪਰਮ ਮਿੱਤਰ ਹੈ। ਇਹ ਜਿਹੜੇ ਸ਼ਬਦ ਗੁਰੂ ਨਾਨਕ ਨੇ ਕੇਵਲ ਭਾਈ ਬਾਲੇ ਵਾਸਤੇ ਹੀ ਕਹੇ ਹਨ। ਭਾਈ ਬਾਲਾ ਇੰਨਾ ਪਿਆਰਾ ਸੀ ਗੁਰੂ ਨਾਨਕ ਨੂੰ। ਹੁਣ ਗੁਰਸਿੱਖੋ ਇੱਕ ਗੱਲ ਦਾ ਧਿਆਨ ਕਰ ਲਿਓ, ਜਿਹੜੇ ਕੋ ਲੋਕ ਕਹਿੰਦੇ ਹਨ ਨਾ ਭਾਈ ਬਾਲਾ ਨਹੀਂ ਹੋਇਆ, ਦੇਖੋ ਜਿਹੜਾ ਗੁਰੂ ਨਾਨਕ ਨੂੰ ਇੰਨਾ ਪਿਆਰਾ ਹੈ ਨਾ ਭਾਈ ਬਾਲਾ, ਜੇ ਤੁਸੀਂ ਅੱਜ ਕਹੋਗੇ ਨਾ ਵੀ ਭਾਈ ਬਾਲਾ ਤਾਂ ਹੋਇਆ ਹੀ ਨਹੀਂ, ਤਾਂ ਤੁਸੀਂ ਆਸ ਰੱਖਦੇ ਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੁਹਾਡੇ ਤੇ ਹੋਵੇਗੀ। ਜਿਹੜਾ ਪਰਮ ਮਿੱਤਰ ਗੁਰੂ ਨਾਨਕ ਦਾ ਹੈ, ਜੇ ਉਹਨੂੰ ਤੁਸੀਂ ਡਿਨਾਈ ਕਰਤਾ ਅੱਜ, ਤੁਹਾਨੂੰ ਗੁਰੂ ਨਾਨਕ ਦੀ ਕਿਰਪਾ ਹੋ ਜਾਏਗੀ? ਕਿਤੇ ਨਹੀਂ ਹੋਵੇਗੀ। ਗੁਰੂ ਨਾਨਕ ਦਾ ਪਿਆਰੇ ਦਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਜੇ ਕੋਈ ਜਿਹੜਾ ਹਨ ਉਲਟਾ ਸਿੱਧਾ ਕਹਿ ਵੀ ਦਿੰਦਾ ਨਾ, ਭਾਈ ਮਹਾਰਾਜ ਜੀ ਬਖਸ਼ ਲੈਂਦੇ ਸਨ, ਪਰ ਜੇ ਕਿਤੇ ਮਹਾਰਾਜ ਦੇ ਸਿੱਖ ਨੂੰ ਕੋਈ ਕਹਿ ਦੇਵੇ ਨਾ, ਉਹ ਮਹਾਰਾਜ ਕਿਤੇ ਬਖਸ਼ਦੇ ਨਹੀਂ। ਇਸ ਪ੍ਰਕਾਰ ਕਰਕੇ ਭਰੋਸਾ ਰੱਖੋ, ਜੇ ਭਾਈ ਬਾਲਾ ਹੀ ਹੈ ਜਿਹਨੇ ਸਾਰੀ ਸਾਖੀ ਸੁਣਾਈ, ਜਿਹਦੋਂ ਸੁਣ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਜਨਮ ਸਾਖੀ ਗੁਰੂ ਨਾਨਕ ਦੀ ਪ੍ਰਗਟ ਕੀਤੀ, ਤੇ ਆਪ ਜੀ ਨੇ ਉਹ ਜਨਮ ਸਾਖੀ ਦੀ ਜਿਹੜੀਆਂ ਹਨ ਮਹਿਮਾ, ਉਹ ਪ੍ਰੇਸ ਆਪ ਜੀ ਨੇ ਸੁਣੀ ਹੈ। ਕੀ ਕੁਝ ਨਹੀਂ ਪ੍ਰਾਪਤ ਹੁੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ। ਇਸ ਪ੍ਰਕਾਰ ਕਰਕੇ ਸਿੱਖਾਂ ਦੇ ਵਿੱਚ ਬਹੁਤ ਭਾਵਨਾ ਹੁੰਦੀ ਹੈ ਗੁਰੂ ਦਾ ਇਤਿਹਾਸ ਸੁਣਨਾ ਤੇ ਸੁਣਾਉਣਾ। ਇਹ ਵੱਡਾ ਕਾਰਜ ਹੈ। ਇਸ ਕਰਕੇ ਤਖਤਾਂ ਦੇ ਉੱਤੇ ਨਿਰੰਤਰ ਇਹ ਕਥਾ ਚੱਲਦੀ ਹੈ।
ਗੁਰੂ ਸਾਹਿਬਾਨ ਦੀ ਕਥਾ ਚੱਲਦੀ ਹੈ। ਇਹ ਪਰੰਪਰਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਈ ਹੋਈ ਹੈ। ਇਹ ਅੱਜ ਕੱਲ ਦੀ ਪਰੰਪਰਾ ਨਹੀਂ, ਇਹ ਗੁਰੂ ਅੰਗਦ ਸਾਹਿਬ ਜੀ ਨੇ ਆਪ ਚਲਾਈ ਹੈ ਖਡੂਰ ਸਾਹਿਬ ਵਿੱਚ ਰਹਿ ਕਰਕੇ। ਪਾਤਸ਼ਾਹ ਜੀ ਨੇ ਇਹ ਜਿਹੜੀ ਪਰੰਪਰਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਸਰੀਰ ਮਹਾਰਾਜ ਜੀ ਆਪ ਵੀ ਕਰਦੇ ਰਹੇ ਹਨ। ਇਹ ਪਰੰਪਰਾ ਚੱਲਦੀ ਰਹੀ ਹੈ ਗੁਰੂ ਮਹਾਰਾਜ ਦੇ ਆਪਣੇ ਸਮਿਆਂ ਤੱਕ, ਤੇ ਬਾਅਦ ਵਿੱਚ ਸਿੱਖਾਂ ਨੂੰ ਵੀ ਇਹੀ ਆਦੇਸ਼ ਸਤਿਗੁਰਾਂ ਨੇ ਦਿੱਤਾ ਤੇ ਕਿਤੇ ਵੀ ਇਹਦੇ ਵਿੱਚ ਸ਼ੰਕਾ ਨਹੀਂ ਕਰਨਾ, ਕਿਉਂਕਿ ਇਹ ਆਪ ਗੁਰੂ ਦਾ ਜੀਵਨ ਹੈ, ਗੁਰੂ ਦੀ ਉਸਤਤ ਹੈ, ਗੁਰੂ ਆਪ ਆਪਣੀ ਕਥਾ ਵਿੱਚ ਵਰਤਦਾ ਹੈ। ਧੰਨ ਧੰਨ ਸਭ ਹੀ ਨਰ ਕਹੇ, ਸ੍ਰੀ ਨਾਨਕ ਹਿਤਕਾਰੀ ਅਹੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਭਾਈ ਬਾਲੇ ਕੋ ਪਰਲੋਕ ਗਮਨ ਪ੍ਰਸੰਗ ਵਰਣਨ ਨਾਮ 46ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।